बोले सोने हाल सासरी अकाल। सत श्री अकाल, मैं सुभाष जाली ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਡਾਕਟਰ ਰਾਜੀ ਦੇ ਸ਼ੋਅ ਦੇ ਵਿੱਚ। ਐਵਰੀ ਟਿਊਜ਼ਡੇ 11 ਤੋਂ 12 ਦਾ ਮੋਸਟ ਪਪੂਲਰ ਸ਼ੋਅ। ਬਹੁਤ ਦੁਨੀਆ ਜੁੜੀ ਹੋਈ ਹੈ। ਡਾਕਟਰ ਸਾਹਿਬ ਨੂੰ ਬਹੁਤ ਕੰਮ ਅੱਗੇ ਨਾਲੋਂ ਵੱਧ ਗਿਆ। ਬਿਫੋਰ ਮੈਂ ਡਾਕਟਰ ਜੀ ਇੰਟਰੋਡਿਊਸ ਕਰਾਵਾਂ, ਮੈਂ ਤੁਹਾਨੂੰ ਦੱਸਦਾ ਜਾਵਾਂ ਪਲੀਜ਼, ਜਦੋਂ ਵੀ ਤੁਸੀਂ ਕਾਲ ਕਰਦੇ ਹੋ ਨਾ, ਮੈਨੂੰ ਕਿੰਨੀ ਦਫਾ ਲੋਕ ਮੈਨੂੰ ਵੀ ਕੰਟੈਕਟ ਕਰਦੇ ਨੇ। ਇਨਫੈਕਟ ਅੱਜ ਵੀ ਸੁਬਾਹ ਕਾਲ ਆਇਆ ਕਿ ਅਸੀਂ ਬਰਮਿੰਘਮ, ਜਿਹੜਾ ਨੰਬਰ ਸਾਡਾ ਸਕਰੀਨ ਤੇ ਆਉਂਦਾ, ਮੈਂ ਰਿਪੀਟ ਵੀ ਕਰਾਂਗਾ ਉਹ, ਕਿ ਅਸੀਂ ਕਾਲ ਕਰਦੇ ਕਿ ਸਾਨੂੰ ਡਾਕਟਰ ਨੇ ਕੰਟੈਕਟ ਨਹੀਂ ਕੀਤਾ। मैं लास्ट टाइम ਤੁਹਾਨੂੰ ਸਾਰਾ ਸਮਝਾਇਆ ਸੀ ਕਿ ਜਿਹੜਾ ਡਾਕਟਰ ਜੀ ਦਾ ਹੁਣ ਬਹੁਤ ਐਕਸਟ੍ਰੀਮਲੀ ਬਿਜ਼ੀ ਹੋ ਗਏ ਨੇ ਤੇ ਕਿੰਨੇ ਕਾਲ ਆਉਂਦੇ ਨੇ ਨਾ। ਪਹਿਲਾਂ ਤੇ ਤਕਰੀਬਨ ਇੱਕ ਵੀਕ ਦੇ ਵਿੱਚ ਦਾ 2-4 ਦਿਨਾਂ 'ਚ ਜਵਾਬ ਦਿੱਤਾ ਜਾਂਦਾ ਸੀਗਾ, ਐਕਨੋਲੇਜ ਕਰਦੇ ਸੀ ਤੁਹਾਡੇ ਫੋਨ ਕਾਲ। ਹੁਣ ਤਕਰੀਬਨ 1.5-2 ਵੀਕ ਲੱਗ ਜਾਂਦੇ ਨੇ। ਪਰ ਜਿੱਦਾਂ ਹੁਣ ਸ਼ੋਅ ਅੱਗੇ ਜਾਈ ਜਾ ਰਿਹਾ, ਹੁਣ ਥੋੜੀ ਹੋਰ ਡਿਲੇ ਹੋਏਗਾ। ਪਲੀਜ਼ ਜਦੋਂ ਵੀ ਤੁਸੀਂ ਬਰਮਿੰਘਮ ਕਾਲ ਕਰਦੇ ਹੋ ਨਾ, ਤੁਸੀਂ ਇਹ ਨਾ ਸੋਚੋ ਅਕਾਲ ਚੈਨਲ ਨੂੰ ਇਗਨੋਰ ਕਰਦੀ ਹੈ ਜਾਂ ਡਾਕਟਰ ਜੀ ਇਗਨੋਰ ਕਰਦੇ ਨੇ। एक्सट्रीमली बिजी हो गए डॉक्टर जी, पर थोड़ा कॉल करेंगे ज़रूर। आई कैन नॉट गिव यू टाइम ऑन वीक लगे या 2 वीक लगे या मे बी स्लाइटली ओवर भी लग सकता है, पर थोड़ा कॉल लाइन च लगे होंगे डॉक्टर ज़रूर कॉल करेंगे। दे आर ट्राइंग टू ऑर्गेनाइज के ज़रा थोनू जवाब दिता जाए कि थोड़ा कॉल हैगा, थोड़ा डॉक्टर कॉल करेंगे। कोई सिस्टम ज़रूर ना ज़रूर कोई इंप्लीमेंट करेंगे तो होपफुली थोनू ये नहीं फील होगा कि इग्नोर हो रहा है। चलो मैं टाइम नहीं वेस्ट करता, पहला डॉक्टर जी नाल गल करते हैं। डॉक्टर जी वाजी का खालसा वाहिगुरू जी फतेह जी। डॉक्टर जी ਮੈਨੂੰ ਤੇ ਪਤਾ ਕਿ ਤੁਹਾਨੂੰ ਕਿੰਨਾ ਕੰਮ ਵੱਧ ਗਿਆ ਅੱਗੇ ਨਾਲੋਂ, ਤੇ ਕਈ ਦਫਾ ਇਨਸਾਨ ਨੂੰ ਨਹੀਂ ਪਤਾ ਹੁੰਦਾ। ਐਕਸਪਰਟ ਬੰਦੇ ਨੇ ਉਹ ਲੋਕਾਂ ਦੀ ਜੋ ਸੇਵਾ ਕਰਦੇ ਨੇ, ਲੋਕਾਂ ਨੂੰ ਫਰਕ ਪੈ ਰਿਹਾ, ਇਸ ਕਰਕੇ ਲੋਕ ਇੱਕ ਦੂਜੇ ਨੂੰ ਦੱਸੀ ਜਾਂਦੇ ਨੇ। ਉਹਦੇ ਕਰਕੇ ਵੀ ਲੋਕ ਬਹੁਤ ਹੁਣ ਤੁਹਾਡੇ ਨਾਲ ਜੁੜ ਰਹੇ ਨੇ ਹੁਣ। ਹਾਂਜੀ ਸਹੀ ਗੱਲ ਆ। ਤੇ ਜਿਨ੍ਹਾਂ ਦੇ ਵੀ ਕਾਲ ਆਉਂਦੇ ਆ ਤੇ ਉਹਨਾਂ ਦੀ ਟ੍ਰੀਟਮੈਂਟ ਹੁੰਦੀ ਆ, ਬਿਲਕੁਲ ਤੇ ਉਹਨਾਂ ਨੂੰ ਕੁਝ ਇੰਪਰੂਵਮੈਂਟ ਹੋ ਜਾਂਦਾ ਹੈ, ਉਹ ਫਿਰ ਆਪਣੇ ਫੈਮਿਲੀ ਮੈਂਬਰਸ ਨੂੰ ਦੱਸਦੇ ਜਾਂ ਫਰੈਂਡਸ ਨੂੰ ਦੱਸਦੇ, ਫਿਰ ਉਹਨਾਂ ਦੇ ਵੀ ਕਾਲ ਆਉਣ ਲੱਗ ਪੈਂਦੇ ਆ। ਬਿਲਕੁਲ ਸੋ ਇੱਦਾਂ ਹੀ ਕੰਮ ਡਿਵੈਲਪ ਹੋ ਹੀ ਜਾਂਦਾ ਹੈ। ਤੇ ਹੁਣ ਹੋਮਿਓਪੈਥੀ ਵਿੱਚ ਇੱਦਾਂ ਹੈ ਵੀ ਅਸੀਂ ਜ਼ਰੂਰ ਟਾਈਮ ਲਾਈਦਾ ਹਰੇਕ ਪੇਸ਼ੈਂਟ ਨਾਲ, ਤੇ ਸਾਰੀ ਜਾਣਕਾਰੀ ਪੂਰੀ ਲਈਦੀ ਉਹਨਾਂ ਬਾਰੇ, ਉਹਨਾਂ ਦੇ ਮੈਂਟਲ ਸਟੇਟ ਬਾਰੇ, ਉਹਨਾਂ ਦੀ ਇਮੋਸ਼ਨਲ ਸਟੇਟ ਬਾਰੇ, ਸਾਰੇ ਉਹਨਾਂ ਦੇ ਫਿਜ਼ੀਕਲ ਸਿੰਪਟਮਸ। ਸੋ ਬਹੁਤ ਕੁਝ ਸਾਨੂੰ ਪੁੱਛਣਾ ਪੈਂਦਾ ਆ, ਤੇ ਅਸੀਂ ਜ਼ਰੂਰ ਪੂਰਾ ਟਾਈਮ ਹਰੇਕ ਪੇਸ਼ੈਂਟ ਨੂੰ ਦੇਈਦਾ ਆ। ਤੇ ਇਦਾਂ ਨਹੀਂ ਹੈਗਾ ਵੀ ਤੁਸੀਂ ਜੀਪੀ ਕੋ ਗਏ ਜਦੋਂ ਤੇ 5 ਮਿੰਟ ਵਿੱਚ ਤੁਹਾਨੂੰ ਪ੍ਰਸਕ੍ਰਿਪਸ਼ਨ ਲੈ ਕੇ ਤੋਰ ਦੇਈਦਾ, ਇਦਾਂ ਨਹੀਂ ਹੈਗਾ। ਹੋਮਿਓਪੈਥੀ ਵਿੱਚ ਅਸੀਂ ਪੂਰੀ ਜਾਣਕਾਰੀ ਲਈਦੀ ਆ। ਸੋ ਇਸ ਕਰਕੇ ਹਰੇਕ ਪੇਸ਼ੈਂਟ ਨੂੰ ਕਾਫੀ ਟਾਈਮ ਦੇਣਾ ਪੈਂਦਾ ਹੈ। ਇੱਕ ਚੀਜ਼ ਹੋਰ ਹੁੰਦੀ ਹੈ ਕਿ ਆਪਣਾ ਰਿਸ਼ਤੇਦਾਰ ਨੇ ਭਾਜੀ, ਆਪਾਂ ਕਹਿੰਦੇ ਨੇ ਆਪਣਾ ਬੰਦਾ ਕਿ ਚਲੋ ਮੈਂ ਖੁੱਲ੍ਹ ਕੇ ਗੱਲ ਕਰ ਲੈਣਾ, ਅਸੀਂ ਫਾਇਦਾ ਉਠਾ ਲੈਂਦੇ ਹਾਂ। ਉਹ ਨਹੀਂ ਸਾਨੂੰ ਕਰਨਾ ਚਾਹੀਦਾ। ਖਿਆਲ ਰੱਖਣਾ ਚਾਹੀਦਾ ਪ੍ਰੋਫੈਸ਼ਨਲ ਲਈ, ਉਹਨਾਂ ਨੂੰ ਹਰ ਪੇਸ਼ੈਂਟ ਨੂੰ ਉਨਾ ਹੀ ਟਾਈਮ ਦੇਣਾ ਜਿੰਨਾ ਤੁਹਾਨੂੰ ਦੇਣਾ। ਇਹ ਨਹੀਂ ਹੈਗਾ ਕਿ ਅਸੀਂ ਰਿਸ਼ਤੇਦਾਰੀ ਕੱਢ ਕੇ ਤੇ 15-20 ਮਿੰਟ ਅੱਧਾ ਘੰਟਾ ਲਗਾ ਦਈਏ। ਇਹ ਸਾਡੀ ਫਿਤਰਤ, ਅਸੀਂ ਕਰ ਲੈਂਦੇ ਇੱਦਾਂ, ਹੈ ਨਾ। ਹਾਂਜੀ ਚਲੋ ਹਿਊਮਨ ਨੇਚਰ ਵੀ ਹੈਗੀ। ਹਾਂਜੀ ਵੀ ਹੁਣ ਦੇਖੋ ਅਸੀਂ ਭਰਾ ਹੈਗੇ, ਭਰਾ ਹੀ ਲੱਗੇ ਸਾਰੇ, ਹੈ ਨਾ। ਉਹੀ ਮੈਂ ਕਹਿੰਦਾ ਕਈ ਤਾਂ ਮੈਨੂੰ ਕਹਿ ਵੀ ਦਿੰਦੇ ਆ ਭਰਾ ਜੀ, ਵੀਰ ਜੀ, ਹੈ ਨਾ, ਤੇ ਮੈਂ ਵੀ ਉਹਨਾਂ ਨੂੰ ਭੈਣ ਜੀ, ਭਰਾ ਜੀ ਕਹਿ ਕੇ ਬੁਲਾਉਣਾ ਹੁੰਦਾ। ਤੇ ਸੋ ਇੱਦਾਂ ਹੀ ਇੱਕ ਤਰ੍ਹਾਂ ਰਿਸ਼ਤੇਦਾਰੀ ਬਣ ਜਾਂਦੀ ਆ। ਦੇਖੋ ਅਸੀਂ ਨਾ ਜਦੋਂ ਡਾਕਟਰ ਸਾਹਿਬ ਨੇ ਸ਼ੁਰੂ ਕੀਤਾ ਸੀ ਸ਼ੋਅ, 4 ਕੇ 5 ਵੀਕ ਲੋਕਾਂ ਦੇ ਫੋਨ ਆਏ। ਫਸਟ ਵੀਕ ਦੇ ਵਿੱਚ ਜਿੰਨਾ ਲੋਕਾਂ ਨੇ ਟ੍ਰੀਟਮੈਂਟ ਲੈਣੀ ਸ਼ੁਰੂ ਕੀਤੇ ਨਾ, ਚੌਥੇ ਕੇ 5ਵੇਂ ਵੀਕ ਲੋਕਾਂ ਨੇ ਰਿੰਗ ਕਰਕੇ ਕਿਹਾ ਕਿ ਮੈਨੂੰ 5 ਵੀਕ ਹੋ ਗਏ, ਮੈਂ ਦਵਾ ਖਾਣਾ, ਮੈਨੂੰ ਫਰਕ ਹੈ। ਯਾਦ ਹੈ ਨਾ ਤੁਹਾਨੂੰ? ਹਾਂਜੀ ਹਾਂਜੀ। ਮੈਂ ਤੇ ਨਾਲ ਦੀ ਨਾਲ ਗੱਲ ਕਰਦੇ ਸੀ, ਮੈਂ ਤੇ ਡਾਕਟਰ ਹੁਣੀ ਸ਼ੋਅ ਤੋਂ ਪਹਿਲਾਂ ਗੱਲਾਂ ਕਰਦੇ ਸੀਗੇ, ਕਿਉਂਕਿ ਜੇ ਇੱਕ ਬੰਦੇ ਨੂੰ 4-5 ਵੀਕਾਂ 'ਚ ਆਰਾਮ ਆ ਰਿਹਾ, ਉਹਨੂੰ ਦਿਖਾਈ ਦੇ ਰਿਹਾ, ਜ਼ਰੂਰੀ ਨਹੀਂ ਕਿ ਹਰ ਜਿਹੜੇ ਤੁਸੀਂ ਇਲਾਜ ਕਰਨੇ ਤੁਹਾਨੂੰ ਵੀ ਫਰਕ ਪਏਗਾ। ਦ ਟਾਈਮ ਆਫ ਬਿਮਾਰੀ ਤੁਹਾਨੂੰ 10-15 ਸਾਲ ਹੋ ਗਏ ਬਿਮਾਰੀ ਨੂੰ, ਅਗਰ ਤੁਸੀਂ ਚਾਹੋਗੇ 3-4 ਵੀਕ 'ਚ ਇਲਾਜ ਹੋ ਜਾਏ, ਉਹ ਨਹੀਂ ਇੱਦਾਂ। ਡਾਕਟਰ ਤੁਸੀਂ ਉਹ ਐਕਸਪਲੇਨ ਕਰੋ। ਹਾਂਜੀ ਸਹੀ ਗੱਲ ਹੈ ਭਾਜੀ। ਦੇਖੋ ਇਹ ਲੰਮੀਆਂ ਬਿਮਾਰੀਆਂ ਜਿਹੜੀਆਂ 10-20 ਸਾਲ ਪੁਰਾਣੀਆਂ ਹੋ ਜਾਂਦੀਆਂ, ਤੇ ਲੋਕੀ ਐਲੋਪੈਥਿਕ ਦਵਾਈ ਲੈ ਰਹੇ ਆ 10-20 ਸਾਲਾਂ ਤੋਂ, ਤੇ ਉਹਨਾਂ ਨੂੰ ਬਿਮਾਰੀ ਨੂੰ ਕੋਈ ਖਾਸ ਫਰਕ ਨਹੀਂ ਪੈ ਰਿਹਾ। ਹਾਂਜੀ ਇਹ ਮਤਲਬ ਬੜੀ ਕਰੋਨਿਕ ਡੀਪ ਸੀਟਡ ਬਿਮਾਰੀ ਬਣ ਗਈ ਆ। ਤੇ ਹੁਣ ਜੇ ਲੋਕੀ ਚਾਹਣ ਪਏ ਅਸੀਂ 3-4 ਹਫ਼ਤਿਆਂ ਵਿੱਚ ਠੀਕ ਹੋ ਜਾਵੇ, ਤੇ ਉਹ ਇੰਪੋਸੀਬਿਲਿਟੀ ਜਿਹੀ ਹੋ ਜਾਂਦੀ ਆ। ਤੇ ਟਾਈਮ ਤਾਂ ਹਰੇਕ ਬਿਮਾਰੀ ਨੂੰ ਠੀਕ ਕਰਨ ਨੂੰ ਲੱਗੇਗਾ, ਹੈ ਨਾ। ਬਿਲਕੁਲ ਬਿਲਕੁਲ। ਤੇ ਜਿਹੜੀ ਬਿਮਾਰੀ ਇੰਨੀ ਡੂੰਘੀ ਨਹੀਂ ਹੈਗੀ, ਚਲੋ ਉਹਦੇ ਤਾਂ ਇੰਪਰੂਵਮੈਂਟ ਹੋਣ ਸ਼ੁਰੂ ਜਲਦੀ ਹੋ ਜਾਂਦਾ ਹੈ। ਪਰ ਜਿਹੜੀ ਸੀਰੀਅਸ ਡਿਜ਼ੀਜ਼ ਹੈ ਉਹਨੂੰ ਕੁਝ ਟਾਈਮ ਤਾਂ ਲੱਗੇਗਾ। ਤੇ ਮੈਂ ਇਹ ਪੇਸ਼ੈਂਟਾਂ ਸਾਰਿਆਂ ਨੂੰ ਕਹੂੰਗਾ ਵੀ ਥੋੜ੍ਹਾ ਜਿਹਾ ਸਬਰ ਰੱਖੋ, ਤੇ ਹੋਮਿਓਪੈਥੀ ਵਿੱਚ ਯਕੀਨ ਕਰੋ ਵੀ ਹੋਮਿਓਪੈਥੀ ਕੰਮ ਕਰਦੀ ਆ, ਤੇ ਕੁਝ ਟਾਈਮ ਦਿਓ ਕੰਮ ਕਰਨ ਲਈ। ਨਹੀਂ, ਪਰ ਇੱਕ ਗੱਲ ਹੋਰ ਹੈਗੀ ਹੈ, ਹੁਣ ਜਿਹੜੀ ਉਹ ਮੈਡੀਸਨ 10-12 ਸਾਲ ਤੋਂ ਖਾਂਦੇ ਆ ਰਹੇ ਨੇ,
ਖਾਈ ਜਾ ਰਹੇ ਕੁਝ ਨਹੀਂ ਹੋ ਰਿਹਾ। ਜੇ ਹੁਣ ਹੋਮਿਓਪੈਥੀ ਸ਼ੁਰੂ ਕੀਤੀ ਹੈ ਤੁਸੀਂ ਉਹਦੇ ਤੇ ਜ਼ੋਰ ਪਾ ਦਿੰਦੇ ਹੋ ਕਿ ਹੁਣ ਹੀ ਆਰਾਮ ਆਉਣਾ ਚਾਹੀਦਾ, ਉਹ ਤਾਂ ਸਹੀ ਗੱਲ ਨਹੀਂ ਨਾ ਹੈਗੀ ਫਿਰ ਉਹ। ਹਾਂਜੀ ਸਹੀ ਨਹੀਂ ਹੈਗਾ, ਕਿਉਂਕਿ ਦੇਖੋ ਤੁਸੀਂ ਐਲੋਪੈਥਿਕ ਦਵਾਈ ਨੂੰ 10-12 ਸਾਲ ਦਿੱਤੇ ਆ ਫਿਰ ਵੀ ਉਹਦਾ ਕੋਈ ਫਰਕ ਨਹੀਂ ਪਿਆ, ਤੇ ਹੋਮਿਓਪੈਥੀ ਨੂੰ ਵੀ ਇਕੁਅਲ ਚਾਂਸ ਦੇਣਾ ਚਾਹੀਦਾ ਹੈ। ਬਿਲਕੁਲ ਹਾਂਜੀ 10-12 ਵੀਕ ਤਾਂ ਦਵੋ ਜਾਂ ਕੁਝ ਜੇ ਤੁਸੀਂ ਸਾਲ ਨਹੀਂ ਦੇਣੇ। ਐਗਜ਼ੈਕਟਲੀ। ਸੋ ਹੋਮਿਓਪੈਥੀ ਦਵਾਈ ਇਹਦਾ ਨੁਕਸਾਨ ਕੋਈ ਨਹੀਂ ਹੈਗਾ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਸਾਈਡ ਇਫੈਕਟ ਨਹੀਂ ਹੈ। ਦੈਟਸ ਰਾਈਟ। ਸਿਰਫ ਇਹ ਤੁਹਾਡੀ ਬਾਡੀ ਨੂੰ ਦਾ ਹੀਲਿੰਗ ਕੈਪੈਸਿਟੀ ਵਧਾਉਂਦੀ ਆ। ਹਾਂਜੀ, ਤਾਂ ਆਪਣੇ ਆਪ ਨੂੰ ਬਾਡੀ ਹੀਲ ਕਰੇ, ਤੇ ਇਹ ਤੁਹਾਡੀ ਐਨਰਜੀ ਨਾਲ ਐਨਰਜੀ ਰਲ ਕੇ ਤੁਹਾਡੀ ਬਾਡੀ ਨੂੰ ਹੈਲਪ ਕਰ ਰਹੀ ਆ। ਦੇਖੋ ਅਸੀਂ ਜੋ ਮੈਂ ਤੇ ਡਾਕਟਰ ਰਾਜ ਸਾਹਿਬ ਗੱਲਾਂ ਕਰਦੇ ਨਾ, ਇਹ ਸਾਡਾ ਐਕਸਪੀਰੀਅੰਸ ਓਵਰ ਦਾ ਵੀਕ ਸਾਨੂੰ ਹੁੰਦਾ ਪਿਆ, ਤੇ ਇਹ ਨਾ ਹੋਵੇ ਕਿ ਤੁਹਾਨੂੰ ਪਤਾ ਨਾ ਲੱਗੇ ਕਿ ਅਸੀਂ ਕਿਉਂ ਡਿਲੇ ਹੁੰਦੇ ਫੋਨ ਕਰਨੇ, ਕਿਉਂ ਮੇਰਾ ਇਲਾਜ ਨਹੀਂ ਹੋ ਰਿਹਾ। ਅਸੀਂ ਡਿਸਕਸ ਕਰਕੇ ਤੁਹਾਡੇ ਪਾਸ ਆਵਾਜ਼ ਪਹੁੰਚਾਉਂਦੇ ਹਾਂ ਤਾਂ ਕਿ ਤੁਸੀਂ ਵੀ ਸਮਝ ਸਕੋ ਕਿ ਹਾਂ ਹੋ ਰਿਹਾ ਸਭ ਕੁਝ, ਆਰਾਮ ਆਏਗਾ। ਡਾਕਟਰ ਸਾਹਿਬ ਇੱਕ ਹੋਰ ਗੱਲ ਹੈਗੀ ਹੈ, 10-12 ਸਾਲ ਦੀ ਬਿਮਾਰੀ ਹੈ, ਉਹ ਜਿਹੜੀ ਪਹਿਲਾਂ ਦਵਾ ਖਾਂਦੇ ਉਹ ਸਿਸਟਮ ਨਿਕਲ ਕੇ ਹੋਮਿਓਪੈਥੀ ਦਵਾਈ ਜਾਣੀ ਉਹਨੇ ਇਲਾਜ ਸ਼ੁਰੂ ਕਰਨਾ, ਇੱਕ ਉਹ ਗੱਲ ਹੋ ਜਾਂਦੀ ਹੈ। ਇੱਕ ਗੱਲ ਹੈਗੀ ਹੈ ਜਦੋਂ ਡਾਕਟਰ ਤੁਹਾਨੂੰ ਆਪਣੀ ਮੈਡੀਕੇਸ਼ਨ ਸਪਲੀਮੈਂਟ ਵਗੈਰਾ ਦਿੰਦੇ ਨੇ, ਤੁਸੀਂ ਆਪਣੀ ਡਾਈਟ 'ਚ ਨਹੀਂ ਕੁਝ ਫਰਕ ਕਰਦੇ ਤੇ ਉਹਦੇ ਨਾਲ ਵੀ ਫਰਕ ਪੈਂਦਾ। ਹਾਂਜੀ ਬਿਲਕੁਲ, ਦੈਟਸ ਰਾਈਟ। ਇਸ ਹਫਤੇ ਮੈਨੂੰ ਫੋਨ ਆਇਆ ਵੀ ਇੱਕ ਲੇਡੀ ਦਾ ਜਿਹੜਾ 4-5 ਹਫ਼ਤੇ ਪਹਿਲਾਂ ਆਇਆ ਸੀ, ਤੇ ਉਹਨੇ ਟ੍ਰੀਟਮੈਂਟ ਅਸੀਂ ਸ਼ੁਰੂ ਕੀਤੀ ਸੀ, ਤੇ ਉਹਨਾਂ ਨੂੰ ਡਾਈਟ ਪਲਾਨ ਬਣਾਇਆ ਸੀ ਉਹਨਾਂ ਲਈ, ਨਾਲ ਦਵਾਈ ਦਿੱਤੀ ਸੀ, ਤੇ ਉਹਨਾਂ ਦਾ ਖੁਦ ਦਾ ਫੋਨ ਆਇਆ, ਤੇ ਉਹਨੇ ਖੁਦ ਦੱਸਿਆ ਵੀ ਮੇਰੀ ਕੁਝ 10-15% ਸਿਰਫ ਇੰਪਰੂਵਮੈਂਟ ਹੋਈ ਆ, ਪਰ ਮੈਂ ਤੁਹਾਡਾ ਡਾਈਟ ਪਲਾਨ ਪੂਰਾ ਫੋਲੋ ਨਹੀਂ ਕੀਤਾ। ਅੱਛਾ, ਖੁਦ ਦੱਸਦਾ। ਉਹਨੇ ਖੁਦ ਦੱਸ ਦਿੱਤਾ ਵੀ ਇਸੇ ਮੈਨੂੰ ਲੱਗਦਾ ਵੀ ਇਸੇ ਵਜ੍ਹਾ ਮੇਰੇ ਇੰਪਰੂਵਮੈਂਟ ਜ਼ਿਆਦਾ ਨਹੀਂ ਹੋਈ। ਤੇ ਫਿਰ ਮੈਂ ਕਿਹਾ ਦੇਖੋ ਵੀ ਠੀਕ ਆ ਵੀ ਤੁਸੀਂ ਕੋਸ਼ਿਸ਼ ਹੋਰ ਕਰੋ ਵੀ ਡਾਈਟ ਨੂੰ ਥੋੜ੍ਹਾ ਜਿਹਾ ਹੋਰ ਸਟ੍ਰਿਕਟਲੀ ਫੋਲੋ ਕਰੋ, ਤੇ ਉਹ ਫਿਰ ਮੰਨ ਗਏ, ਕਹਿੰਦੇ ਜ਼ਰੂਰ ਐਤਕੀ ਅਸੀਂ ਜ਼ਿਆਦਾ ਸਟ੍ਰਿਕਟ ਹੋਵਾਂਗੇ। ਡਾਕਟਰ ਸਾਹਿਬ ਇੱਕ ਤੇ ਬਹੁਤ ਇੰਪੋਰਟੈਂਟ ਗੱਲ ਹੈ, ਮੈਂ ਆਪਣੇ ਸਵਾਲ ਪੁੱਛਦਾ ਜਨਰਲ ਜਿੱਦਾਂ ਕੁਐਸਚਨ ਹੈਗਾ, ਇੱਕ ਤੇ ਡਾਈਟ ਤੁਹਾਨੂੰ ਜ਼ਰੂਰ ਚੇਂਜ ਕਰਨੀ ਪਏਗੀ। ਅਗਰ ਤੁਹਾਨੂੰ ਮੈਡੀਸਨ ਹੈਲਪ ਨਹੀਂ ਕਰਦੀ, ਤੁਸੀਂ ਖੁਦ ਸੋਚੋ ਕਿ ਕਿਉਂ ਨਹੀਂ ਕਰ ਰਹੀ। ਪਹਿਲੀ ਗੱਲ ਤੇ ਤੁਹਾਨੂੰ ਦੇਰ ਹੋ ਗਈ ਬਿਮਾਰੀ ਨੂੰ ਪਹਿਲੀ ਨੂੰ, ਦੂਸਰੀ ਗੱਲ ਤੁਸੀਂ ਆਪਣਾ ਡਾਈਟ ਪਲਾਨ ਨਹੀਂ ਤੁਸੀਂ ਚੇਂਜ ਕੀਤਾ। ਡਾਕਟਰ ਸਾਹਿਬ ਇੱਕ ਚੀਜ਼ ਲਾਸਟ ਲਈ ਜਿਹੜਾ ਹੈਗਾ, ਜਦੋਂ ਤੁਸੀਂ ਹੋਮਿਓਪੈਥੀ ਡਾਕਟਰ ਰਾਜ ਨਾਲ ਸਟਾਰਟ ਕਰਦੇ ਹੋ, ਯੂ ਹੈਵ ਟੂ ਬੀ ਵੈਰੀ ਪੋਜ਼ਿਟਿਵ ਜਦੋਂ ਦਵਾ ਖਾਂਦੇ ਹੋ। ਹਾਂਜੀ ਦੈਟਸ ਰਾਈਟ। ਉਹ ਜਿਹੜਾ ਤੁਹਾਡੀ ਫੀਲਿੰਗ ਹੈ ਨਾ ਪੋਜ਼ਿਟਿਵਿਟੀ, ਉਹ ਬਹੁਤ ਹੈਲਪ ਕਰਦੀ ਹੈ। ਬਹੁਤ ਹੈਲਪ ਕਰਦੀ ਹੈ। ਇਹ ਤਾਂ ਮੈਂ ਦੇਖਿਆ ਆਪਣੀ ਪ੍ਰੈਕਟਿਸ ਵਿੱਚ, 40 ਸਾਲ ਹੋ ਗਏ ਸਾਨੂੰ ਪੇਸ਼ੈਂਟ ਦੇਖਦਿਆਂ ਨੂੰ, ਵੀ ਜਿਹੜੇ ਲੋਕੀ ਜ਼ਿਆਦਾ ਪੋਜ਼ਿਟਿਵ ਹੁੰਦੇ ਆ ਹਨਾ, ਜਿਨ੍ਹਾਂ ਨੂੰ ਯਕੀਨ ਹੁੰਦਾ ਆ, ਉਹ ਜ਼ਿਆਦਾ ਜਲਦੀ ਠੀਕ ਹੁੰਦੇ, ਛੇਤੀ ਠੀਕ ਹੁੰਦੇ। ਇਟਸ ਟਰੂ। ਤੁਹਾਡੇ 'ਚ ਇਹ ਖੁਦ ਨੈਚੁਰਲ ਹੈ ਚੀਜ਼ ਤੁਹਾਡੇ ਅੰਦਰ, ਵੀ ਜਿਹੜੇ ਬੰਦੇ ਪੋਜ਼ਿਟਿਵ ਆ ਉਹਨਾਂ ਦੀ ਐਨਰਜੀ ਜਿਹੜੀ ਵੱਧ ਹੁੰਦੀ ਆ, ਜਿਹੜੇ ਨੈਗੇਟਿਵ 'ਚ ਰਹਿੰਦੇ ਆ ਉਹਨਾਂ ਦੀ ਐਨਰਜੀ ਡਿਪਲੀਟ ਹੁੰਦੀ ਰਹਿੰਦੀ। ਬਿਲਕੁਲ ਬਿਲਕੁਲ। ਚਲੋ ਅਸੀਂ ਕਾਫੀ ਕੋਸ਼ਿਸ਼ ਕੀਤੀ, ਇਹ ਟਾਈਮ ਵੇਸਟ ਨਹੀਂ ਸੀਗਾ, ਤੁਹਾਨੂੰ ਸਮਝਾਇਆ ਤਾਂ ਕਿ ਤੁਹਾਨੂੰ ਪਤਾ ਲੱਗੇ। ਤੁਸੀਂ ਘਰ ਬੈਠੇ ਨਾ ਸੋਚੋ ਅਸੀਂ ਫੋਨ ਕੀਤਾ ਸੀ, ਡਾਕਟਰ ਨੇ ਫੋਨ ਨਹੀਂ ਕੀਤਾ। ਡਾਕਟਰ ਜੀ ਐਕਸਟ੍ਰੀਮਲੀ ਬਿਜ਼ੀ, ਡਾਕਟਰ ਵਿਲ ਕਾਲ ਯੂ। ਮੈਂ ਟਾਈਮ ਲਿਮਿਟ ਨਹੀਂ ਦੇ ਸਕਦਾ, ਲੇਕਿਨ ਕਾਲ ਜ਼ਰੂਰ ਕਰਨਗੇ। ਅਕਾਲ ਚੈਨਲ ਵੀ ਤੁਹਾਡੇ ਕਾਲ ਇਗਨੋਰ ਕਰਦੀ ਨਾ, ਤੇ ਡਾਕਟਰ ਜੀ ਕਰ ਰਹੇ ਨੇ। ਇਸੇ ਤਰ੍ਹਾਂ ਤੁਸੀਂ ਐਵਰੀ ਟਿਊਜ਼ਡੇ ਸ਼ੋਅ ਦੇਖਦੇ ਕਰੋ 11 ਤੋਂ 12, ਤੇ ਸਕਰੀਨ ਤੇ ਨੰਬਰ ਆ ਰਿਹਾ, ਮੈਂ ਵਾਪਸ ਰਿਪੀਟ ਕਰਦਾ 0121 551 1001 ਤੇ ਕਾਲ ਕਰੋ। ਪਲੀਜ਼ ਕੋਸ਼ਿਸ਼ ਕਰੋ ਹੁਣੀ ਕਾਲ ਕਰਨਾ ਸ਼ੁਰੂ ਕਰੋ, ਕਿ ਲਾਈਨਾਂ ਕਾਫੀ ਬਿਜ਼ੀ ਹੋ ਜਾਂਦੀਆਂ। ਸਾਡਾ ਕਾਲ ਸੈਂਟਰ ਜਿਹੜਾ ਬਰਮਿੰਘਮ ਖੁੱਲ੍ਹਾ ਹੈਗਾ, ਸੋ ਖੁੱਲ੍ਹੇ ਹੋ ਕੇ ਤੁਸੀਂ ਪਲੀਜ਼ ਹੁਣੀ ਕਾਲ ਕਰਨਾ ਸ਼ੁਰੂ ਕਰੋ। ਡਾਕਟਰ ਸਾਹਿਬ ਕੀ ਮੁੱਦਾ ਅੱਜ ਕਿਹਦੇ ਤੇ ਡਿਸਕਸ ਕਰ ਰਹੇ ਹਾਂ? ਹਾਂਜੀ ਭਾਜੀ, ਅੱਜ ਦਾ ਮੁੱਦਾ ਹੈਗਾ ਆ ਓਰਲ ਐਂਡ ਡੈਂਟਲ ਪ੍ਰੋਬਲਮਸ। ਓਕੇ। ਹਾਂਜੀ, ਤੇ ਜਿਹੜੇ ਮੂੰਹ ਵਿੱਚ ਪ੍ਰੋਬਲਮ ਆਉਂਦੇ ਆ ਜਾਂ ਦੰਦਾਂ ਦੇ ਪ੍ਰੋਬਲਮ ਆਉਂਦੇ ਆ, ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਜੀ। ਪਰ ਜੀ ਇਹ ਤਾਂ ਬੜੀ ਇੰਟਰਸਟਿੰਗ ਗੱਲ ਕੀਤੀ, ਜਿਹੜੇ ਮੂੰਹ 'ਚ ਤੇ ਦੰਦਾਂ 'ਚ ਪ੍ਰੋਬਲਮ ਹੁੰਦੀ ਹੈ, ਜਿਹੜੀ ਥੱਲੇ ਵੀ ਪ੍ਰੋਬਲਮ ਹੁੰਦੀ ਹੈ, ਇੱਥੋਂ ਤਾਂ ਸ਼ੁਰੂ ਹੁੰਦੀ ਹੈ ਸਾਰੀ ਮੂੰਹ 'ਚੋਂ ਹੀ। ਸਟਾਰਟਿੰਗ ਪੁਆਇੰਟ ਇਹੀ ਹੈ ਜੀ। ਹਾਂਜੀ, ਸਟਾਰਟਿੰਗ ਪੁਆਇੰਟ ਤਾਂ ਇਹੀ ਨਾ ਇੱਕ ਤਰ੍ਹਾਂ ਦਾ। ਦੈਟਸ ਰਾਈਟ। ਕੋਈ ਮੂੰਹ 'ਚ ਰਹਿ ਜਾਂਦੀ ਬਿਮਾਰੀ, ਕੋਈ ਥੱਲੇ ਚਲੇ ਜਾਂਦੀ ਹੈ। ਦੈਟਸ ਰਾਈਟ। ਸਟਾਰਟਿੰਗ ਪੁਆਇੰਟ ਤਾਂ ਇਹੀ ਆ। ਬਿਲਕੁਲ ਬਿਲਕੁਲ। ਜੋ ਤੁਸੀਂ ਖਾਓਗੇ ਉਹਦਾ ਹੀ ਕੰਮ, ਜੋ ਬੀਜੋਗੇ ਉਹੀ ਉੱਗੇਗਾ। ਐਗਜ਼ੈਕਟਲੀ, ਜੋ ਤੁਸੀਂ ਆਪਣੇ ਅੰਦਰ ਪਾਉਣਾ ਹੀ ਚੀਜ਼, ਤੇ ਉਹਦਾ ਉਹੀ ਅਸਰ ਹੋਣਾ। ਐਬਸੋਲੂਟਲੀ ਜੀ। ਡਾਕਟਰ ਸਾਹਿਬ ਦੱਸੋ। ਸੋ ਆਪਾਂ ਸਟਾਰਟ ਕਰਦੇ ਹਾਂ। ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਵਿਟਾਮਿਨ ਸੀ। ਹਾਂਜੀ, ਵਿਟਾਮਿਨ ਸੀ ਇੰਨੀ ਇੰਪੋਰਟੈਂਟ ਸਾਡੀ ਬਾਡੀ ਲਈ ਆ ਵੀ ਹਰੇਕ ਚੀਜ਼ ਜਿਹੜੀ ਆਪਾਂ ਖਾਂਦੇ ਆ ਉਹਦਾ ਅਸਰ ਪੂਰਾ ਤਾਂ ਹੀ ਹੁੰਦਾ ਜਦੋਂ ਵਿਟਾਮਿਨ ਸੀ ਨਾਲ ਹੋਵੇ। ਵਿਟਾਮਿਨ ਸੀ ਇਹ ਗਿਣੀ ਜਾਂਦੀ ਆ ਵੀ ਇਹ ਹੈਗੀ ਆ ਕੋ ਫੈਕਟਰ। ਇਹ ਐਂਜ਼ਾਈਮਸ ਦੀ ਹੈਲਪ ਕਰਦੀ ਆ, ਤੇ ਐਂਜ਼ਾਈਮਸ ਤੁਹਾਡੇ ਫੂਡ ਨੂੰ ਬ੍ਰੇਕ ਡਾਊਨ ਕਰਦੇ, ਮੈਟਾਬੋਲਾਈਜ਼ ਕਰਦੇ ਆ, ਤੇ ਇਹ ਬਾਡੀ ਯੂਜ਼ ਕਰ ਸਕਦੀ ਸਹੀ ਤਰੀਕੇ ਨਾਲ। ਤੇ ਵਿਟਾਮਿਨ ਸੀ ਇੰਨੀ ਇੰਪੋਰਟੈਂਟ ਹੈ, ਜੇ ਤਾਂ ਤੁਸੀਂ ਨਹੀਂ ਇਨਫ ਵਿਟਾਮਿਨ ਸੀ ਲੈਂਦੇ ਹੈਗੇ, ਤੇ ਤੁਹਾਡੇ ਜਿਹੜੇ ਗਮਸ ਆ ਨਾ ਉਹ ਡਿਟੀਰੀਓਰੇਟ ਹੋਣ ਲੱਗ ਪੈਂਦੇ ਆ, ਤੇ ਇਨਫੈਕਸ਼ਨ ਈਜ਼ੀ ਹੋ ਜਾਂਦਾ ਤੁਹਾਡੇ ਗਮਸ ਵਿੱਚ। ਹਾਂਜੀ, ਬੁੱਟ ਕਹਿੰਦੇ ਆਪਾਂ ਗਮਸ ਨੂੰ ਨਾ। ਤੇ ਇਹ ਬੜੀ ਪੁਰਾਣੀ ਡਿਸਕਵਰੀ ਆ ਇਹ। ਇੱਥੇ ਜਿਹੜੀ ਬ੍ਰਿਟਿਸ਼ ਨੇਵੀ ਹੁੰਦੀ ਸੀਗੀ ਨਾ,
ਤੇ ਉਹਨੇ ਦੇਖਿਆ ਵੀ ਸੇਲਰਸ ਜਿਹੜੇ ਸਾਰੇ ਸੀਗੇ ਉਹਨਾਂ ਨੂੰ ਕੋਈ ਫਰੈਸ਼ ਫਰੂਟ ਤਾਂ ਮਿਲਦਾ ਨਹੀਂ ਸੀਗਾ, ਨਾ ਕੋਈ ਫਰੈਸ਼, ਕਿਉਂਕਿ ਉਹ ਸਮੁੰਦਰ ਤੇ ਰਹਿੰਦੇ ਸੀ ਕਿਸ਼ਤੀਆਂ ਵਿੱਚ। ਬਿਲਕੁਲ। ਤੇ ਉਹਨਾਂ ਦੇ ਜਿਹੜੇ ਬੂਟੇ ਜ਼ਿਆਦਾ ਖਰਾਬ ਹੋਣ ਲੱਗ ਪਏ ਸੀ, ਦੰਦ ਉਹਨਾਂ ਦੇ ਨਿਕਲ ਜਾਣੇ, ਤੇ ਫਿਰ ਉਹਨਾਂ ਨੂੰ ਹੋਰ ਬਲੱਡ ਵੈਸਲਸ ਦੀਆਂ ਬਿਮਾਰੀਆਂ ਹੋ ਜਾਣੀਆਂ ਤੇ ਹਾਰਟ ਡਿਜ਼ੀਜ਼ ਹੋ ਜਾਣੀ। ਤੇ ਇਹ ਬਹੁਤ ਕਾਮਨ ਹੋ ਚੁੱਕਾ ਸੀ ਬ੍ਰਿਟਿਸ਼ ਨੇਵੀ ਵਿੱਚ। ਤੇ ਫਿਰ ਉਹਨੇ ਰਿਸਰਚ ਕੀਤੀ ਕਿਸੇ ਡਾਕਟਰ ਨੇ ਵੀ ਕਿਉਂ ਹੋ ਰਿਹਾ, ਤੇ ਉਹਨੇ ਡਿਸਾਈਡ ਕੀਤਾ ਵੀ ਜਿਹੜੇ ਲਾਈਮਸ ਹੈ ਨਾ, ਫਰੈਸ਼ ਲਾਈਮਸ, ਸਾਰਿਆਂ ਸੇਲਰਸ ਨੂੰ ਫਰੈਸ਼ ਲਾਈਮਸ ਦਿਓ ਖਾਣ ਨੂੰ ਹਰ ਰੋਜ਼, ਤੇ ਉਹਨਾਂ ਨਾਲ ਉਹ ਫਿਰ ਠੀਕ ਹੋਣ ਲੱਗ ਪਏ। ਤੇ ਉਹ ਫਿਰ ਹੁਣ ਇਹ ਲੇਟਰ ਉਹਨੇ ਡਿਸਕਵਰੀ ਕੀਤੀ ਵੀ ਉਹਦੇ ਵਿੱਚ ਜਿਹੜੀ ਵਿਟਾਮਿਨ ਸੀ ਸੀਗੀ ਉਹਦੇ ਕਰਕੇ ਇੰਪਰੂਵਮੈਂਟ ਹੋ ਰਹੀ ਸੀ। ਤੇ ਤੁਹਾਨੂੰ ਪਤਾ ਕਿ ਨਹੀਂ, ਬ੍ਰਿਟਿਸ਼ ਨੂੰ ਲਾਈਮੀਜ਼ ਕਹਿੰਦੇ ਆ, ਨਿਕਨੇਮ ਇਹਨਾਂ ਦਾ ਪਾਇਆ ਨਾ ਪੁਰਾਣਾ, ਸਪੈਸ਼ਲੀ ਆਸਟ੍ਰੇਲੀਆ ਵਿੱਚ ਇਹਨਾਂ ਨੂੰ ਲਾਈਮੀਜ਼ ਕਹਿੰਦੇ ਆ। Really? I didn't know that actually. Reason for it is because they give them limes to eat in the navy. ਅੱਛਾ ਅੱਛਾ। ਤੇ ਸਰ ਜਿਹੜੀ ਵਿਟਾਮਿਨ ਸੀ ਹੈ ਸਾਡੀ ਬੋਡੀ ਸਟੋਰ ਨਹੀਂ ਕਰ ਸਕਦੀ, ਇਹ ਨਾਲ ਦੀ ਨਾਲ ਹਰ ਰੋਜ਼ ਸਾਨੂੰ ਚਾਹੀਦੀ ਆ, ਮਿਲਦੀ ਹੈ ਫਰੈਸ਼ ਫਰੂਟਸ, ਫਰੈਸ਼ ਵੈਜੀਟੇਬਲਸ। ਅੱਛਾ, ਸਟੋਰ ਨਹੀਂ ਹੁੰਦੀ ਹੈ? ਨਹੀਂ, ਸਟੋਰ ਨਹੀਂ ਹੁੰਦੀ ਹੈਗੀ ਸਾਡੀ ਬੋਡੀ ਵਿੱਚ। ਦੈਟਸ ਵਾਈ ਵੀ ਨੀਡ ਟੂ ਸਪਲੀਮੈਂਟ ਐਵਰੀ ਡੇ। ਹਾਂ, ਤੇ ਫਰੈਸ਼ ਨੈਚੁਰਲ ਚੀਜ਼ਾਂ ਤੋਂ ਮਿਲਦੀ ਆ ਇਹ, ਤੇ ਉਹ ਵੀ ਇੰਨੀ ਨਹੀਂ ਅੱਜ ਕੱਲ੍ਹ ਹੁੰਦੀ, ਕਿਉਂਕਿ ਹੁਣ ਇੰਨੀਆਂ ਫਰੈਸ਼ ਨਹੀਂ ਵੈਜੀਟੇਬਲਸ ਹੁੰਦੀਆਂ ਸਾਰੀਆਂ, ਹੈ ਨਾ, ਬਾਹਰੋਂ ਆਉਂਦੀਆਂ ਮੁਲਕਾਂ ਤੋਂ, ਪਤਾ ਨਹੀਂ ਕਿੰਨੇ ਚਿਰ ਸਟੋਰ ਕਰ ਛੱਡਦੇ ਆ, ਤੇ ਉਹ ਵਿਟਾਮਿਨ ਸੀ ਡਿਪਲੀਟ ਵੀ ਹੋ ਜਾਂਦੀ ਹੈ। ਤੇ ਇਸ ਕਰਕੇ ਮੈਂ ਕਹੂੰਗਾ ਵੀ ਹਰੇਕ ਨੂੰ ਲੋੜ ਆ ਵਿਟਾਮਿਨ ਸੀ ਸਪਲੀਮੈਂਟ ਲੈਣ ਦੀ। ਇਹ ਆਪਣਾ ਇਮਿਊਨ ਸਿਸਟਮ ਵੀ ਬਿਲਡ ਕਰਦੀ ਹੈ ਨਾ? ਬਿਲਕੁਲ ਜੀ, ਬਿਲਕੁਲ। ਇਹ ਵੈਰੀ ਇੰਪੋਰਟੈਂਟ ਫॉर ਇਮਿਊਨ ਸਿਸਟਮ। ਤੁਹਾਡਾ ਡਿਫੈਂਸ ਮੈਕੈਨਿਜ਼ਮ ਜਿਹੜਾ ਇਹ ਵਿਟਾਮਿਨ ਸੀ ਤੇ ਜ਼ਿਆਦਾ ਡਿਪੈਂਡੈਂਟ ਆ। ਡਾਕਟਰ, ਇਹ ਤੁਸੀਂ ਕਹਿੰਦੇ ਹੋ ਕਿਸ ਤਰ੍ਹਾਂ ਬੰਦਾ ਉਹਦੀ ਮੇਨਟੇਨ ਕਰ ਸਕਦਾ ਐਵਰੀ ਡੇ? ਟੈਬਲੇਟ ਫਾਰਮ ਚ ਆਉਂਦੀ ਹੈ, ਪਾਊਡਰ ਫਾਰਮ ਚ ਆਉਂਦੀ ਹੈ, ਕਿ ਤੁਸੀਂ ਕੀ ਸੁਜੈਸਟ ਕਰਦੇ ਹੋ? ਦੈਟਸ ਰਾਈਟ। ਮੈਂ ਸੁਜੈਸਟ ਕਰਦਾ ਕਿ ਇਹ ਐਜ਼ ਅ ਮੈਗਨੀਜ਼ੀਅਮ ਐਸਕੋਰਬੇਟ ਵਿਦ ਬਾਇਓਫਲੇਵੋਨੋਇਡਸ ਇਹ ਮਿਲਦੀ ਹੈ ਐਜ਼ ਅ ਪਾਊਡਰ, ਤੇ ਇਹ ਲੈ ਸਕਦੇ ਜਾਂ ਕੈਪਸੂਲ ਵੀ ਮਿਲਦਾ ਹੈ। ਪਰ ਇਹ ਜਿਹੜੀਆਂ ਕੋਈ ਵਧੀਆ ਕੰਪਨੀਆਂ ਜਿਹੜੀਆਂ ਬਣਾਉਂਦੀਆਂ ਹਨ ਉਹਨਾਂ ਤੋਂ ਲਓ, ਤੇ ਨਾ ਕਿ ਜਿਹੜਾ 199 ਦਾ ਹਾਈ ਸਟਰੀਟ ਤੇ ਮਿਲਦਾ ਹਨ ਉਹ ਨਾ ਲਓ, ਕਿ ਉਹ ਹੁੰਦੀ ਐਸਕੋਰਬਿਕ ਐਸਿਡ, ਸਿਰਫ ਕੈਮੀਕਲ ਹੁੰਦਾ ਹੈ ਉਹ, ਤੇ ਉਹਦਾ ਇਫੈਕਟਿਵ ਨਹੀਂ ਹੈਗਾ। ਜਿਹੜਾ ਐਸਕੋਰਬੇਟ ਹੁੰਦਾ ਆ, ਉਹਦਾ ਸਾਲਟ ਹੁੰਦਾ ਹੈ, ਦੈਟਸ ਮਚ ਬੈਟਰ, ਤੇ ਉਹ ਬਾਡੀ ਐਬਜ਼ੌਰਬ ਵੀ ਕਰੇਗੀ ਤੇ ਵਰਤੇ ਵੀ ਸਹੀ ਤਰੀਕੇ ਨਾਲ। ਐਕਚੁਅਲੀ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਜਿਹੜੇ ਵਿਟਾਮਿਨ ਸੀ ਬਹੁਤ ਲੋੜ ਹੈ ਤੁਹਾਡੇ ਜਿਸਮ ਨੂੰ, ਨਾ ਕਿ ਸਿਰਫ ਦੰਦਾਂ ਦੇ ਆਲੇ ਦੁਆਲੇ ਜਾਂ ਮਾਊਥ ਦੇ ਵਿੱਚ। ਇਮਿਊਨ ਸਿਸਟਮ ਜਦੋਂ ਆਪਣਾ ਲਾਕਡਾਊਨ ਤੋਂ ਪਹਿਲਾਂ ਕਰੋਨਾ ਵਾਇਰਸ ਦਾ ਬੜਾ ਜ਼ੋਰ ਸੀਗਾ, ਉਦੋਂ ਦਿਨ ਰਾਤ ਹਰ ਮੈਡੀਕਲ ਜਿਹੜੇ ਐਕਸਪਰਟ ਸੀਗੇ ਗਵਰਨਮੈਂਟ ਦੇ, ਡਾਕਟਰ ਨੇ ਵੀ ਕਿਹਾ ਸੀਗਾ, ਜਦੋਂ ਅਸੀਂ ਵੀ ਅਕਾਲ ਚੈਨਲ ਤੇ ਸ਼ੋਅ ਕੀਤੇ, ਕਿ ਤੁਸੀਂ ਵਿਟਾਮਿਨ ਸੀ ਖਾਣਾ ਸ਼ੁਰੂ ਕਰੋ, ਉਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਬਿਲਡ ਹੋਏਗਾ। ਜਦੋਂ ਤੁਹਾਨੂੰ ਕੋਈ ਬਿਮਾਰੀ ਪੈਂਦੀ ਹੈ, ਕਦੋਂ ਪੈਂਦੀ? ਜਦੋਂ ਤੁਹਾਡਾ ਇਮਿਊਨ ਸਿਸਟਮ ਲੋ ਹੋਇਆ ਉਹਦਾ। ਦੈਟਸ ਰਾਈਟ। ਜਦੋਂ ਇਮਿਊਨ ਸਿਸਟਮ ਲੋ ਹੋਵੇ, ਇਨਫੈਕਸ਼ਨ ਈਜ਼ੀ ਹੋ ਜਾਂਦਾ ਹੈ, ਤੇ ਵਿਟਾਮਿਨ ਸੀ ਇਜ਼ ਲਾਈਕ ਅ ਮਿਰੇਕਲ। ਹਾਂਜੀ, ਬਿਲਕੁਲ। ਹਾਂਜੀ, ਇਹ ਤੁਹਾਡੇ ਇਮਿਊਨ ਸਿਸਟਮ ਨੂੰ ਟੌਪ ਅਪ ਕਰਕੇ ਰੱਖਦੀ ਹੈ, ਚੁਸਤ ਰੱਖਦੀ ਆ। ਤੇ ਇੱਦਾਂ ਕਈ ਫੋਨ ਮੈਨੂੰ ਆਏ ਸੀਗੇ ਵੀ ਜਦੋਂ ਲੋਕਡਾਊਨ ਸ਼ੁਰੂ ਹੋਇਆ ਵੀ ਕਿੰਨੇ ਕਹਿ ਦਿੱਤਾ ਵੀ ਤੁਸੀਂ ਜੀ ਲਸਣ ਤਾਂ ਅਦਰਕ ਜ਼ਿਆਦਾ ਖਾਇਆ ਕਰੋ। ਹਾਂਜੀ, ਚਲੋ ਲਸਣ ਅਦਰਕ ਹੈਗੇ ਤਾਂ ਉਹਨਾਂ ਦੀ ਵੀ ਬੈਨੀਫਿਟਸ ਹੈਗੇ ਆ, ਤੁਸੀਂ ਜ਼ਿਆਦਾ ਖਾਂਦੇ ਉਹਨਾਂ ਨੂੰ ਗਰਮੀ ਹੋ ਜਾਂਦੀ ਆ, ਤੇ ਥੀਸ ਪੀਪਲ ਦੇ ਵਰ ਸਫਰਿੰਗ ਵਿਦ ਪੈਲਪੀਟੇਸ਼ਨਸ, ਤੇ ਉਹਨਾਂ ਨੂੰ ਹੀਟ ਨਿਕਲਣ ਲੱਗ ਪਈ ਬੋਡੀ ਵਿੱਚ, ਉਹਨੇ ਜ਼ਿਆਦਾ ਖਾ ਲਿਆ ਨਾ। ਸੋ ਇੱਦਾਂ ਹੀ ਵੀ ਜਿਹੜੀਆਂ ਨੈਚੁਰਲ ਚੀਜ਼ਾਂ ਤੁਹਾਨੂੰ ਹਿਸਾਬ ਦੀਆਂ ਖਾਣੀਆਂ ਚਾਹੀਦੀਆਂ, ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਪਰ ਮੈਂ ਇੱਕ ਸਵਾਲ ਪੁੱਛਣਾ, ਕਿਤੇ ਭੁੱਲਣਾ ਚਾਹਾਂ, ਆਪਾਂ ਕਾਲ ਲੈ ਲੈਂਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਅੱਜ ਮੈਂ ਜੋਗਿੰਦਰ ਕੌਰ ਬੋਲਦੀ ਹਾਂ ਬਰਮਿੰਘਮ ਤੋਂ। ਭਾਜੀ ਸਵਾਗਤ ਕਰਦੇ ਹਾਂ। ਡਾਕਟਰ ਜੀ ਸੁਣਨੇ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀਗੀ। ਮੈਨੂੰ ਨਾ ਨੀਂਦ ਨਹੀਂ ਆਉਂਦੀ, 10 ਸਾਲ ਹੋ ਗਏ ਆ, ਤੇ ਮੈਂ ਕਿਹਾ ਉਹਨਾਂ ਨਾਲ ਗੱਲ ਕਰਨੀ ਸੀ। ਬਾਹਲੀ ਗੱਲ ਨਹੀਂ ਮੈਂ ਕਰਨੀ, ਫਿਰ ਜਦੋਂ ਮੈਨੂੰ ਫੋਨ ਕਰਨਗੇ ਨਾ ਉਦੋਂ ਮੈਂ ਗੱਲ ਸਾਰੀ ਦੱਸੂਗੀ। ਚਲੋ ਠੀਕ ਹੈ, ਬਸ ਇਹੀ ਪੁੱਛਣਾ ਸੀ ਨਾ, ਤੁਸੀਂ ਕੱਲਾ? ਹਾਂਜੀ ਡਾਕਟਰ ਸਾਹਿਬ ਕੋਲ ਸਵਾਲ ਪੁੱਛਣਾ। ਹਾਂਜੀ ਹਾਂਜੀ, ਨੀਂਦ ਦਾ ਕਿਉਂ ਨਹੀਂ ਆਉਂਦੀ ਜੀ? ਕੋਈ ਪਰੇਸ਼ਾਨੀ ਰਹਿੰਦੀ ਆ? ਨਹੀਂ ਜੀ, ਹੈਗੀ ਘਰ ਵਿੱਚ ਸੀ ਪ੍ਰੋਬਲਮ ਹੈ ਨਾ ਡਾਕਟਰ ਸਾਹਿਬ, ਫਿਰ ਤੁਹਾਨੂੰ ਦੱਸਾਂਗੇ ਜੇ ਤੁਸੀਂ ਫੋਨ ਕਰੋਗੇ ਸਾਰੀ ਸਟੋਰੀ, ਹੈ ਨਾ। ਤੇ ਹੁਣ ਤੁਹਾਨੂੰ ਲੰਮਾ ਟਾਈਮ ਤੁਸੀਂ ਫਿਰ ਲੈਂਦੇ ਨਹੀਂ ਨਾ, ਬਾਹਲੀ ਗੱਲ ਸੁਣਦਾ, ਹੈ ਨਾ। ਤੇ ਨੀਂਦ ਨਹੀਂ ਆਉਂਦੀ, ਡਾਕਟਰ ਨੇ ਮੈਨੂੰ ਜਿਹੜਾ ਡਿਪਰੈਸ਼ਨ ਦੀਆਂ ਗੋਲੀਆਂ ਦਿੱਤੀਆਂ ਸੀਗੀਆਂ, ਤੇ ਕਰਕੇ ਮੇਰੇ ਹਸਬੈਂਡ ਬਿਮਾਰ ਸੀਗੇ ਨਾ, ਇਸ ਕਰਕੇ। ਤੇ ਫਿਰ ਉਹ ਉੱਥੋਂ ਮੁੜ ਕੇ ਜੇ ਮੈਂ ਉਹ ਗੋਲੀ ਖਾਂਦੀ ਮੈਂ ਸਟੀਫ ਹੋ ਜਾਂਦੀ ਮੇਰੀ ਬੋਡੀ, ਹੈ ਨਾ। ਤੇ ਜੇ ਮੈਂ ਨਹੀਂ ਖਾਂਦੀ ਤੇ ਫਿਰ ਮੈਨੂੰ ਪੈਨ ਕਿਲਰ ਖਾਣੀ ਪੈਂਦੀਆਂ, ਉਹਦੇ ਨਾਲ ਮੈਨੂੰ ਥੋੜੀ ਬਹੁਤੀ ਨੀਂਦ, ਜਦੋਂ ਨੀਂਦ ਨਹੀਂ ਆਉਂਦੀ ਮੇਰੇ ਪੈਰ ਜਦੋਂ ਸੌਂਦੇ ਆ, ਤੇ ਨਾਲ ਮੈਨੂੰ ਚੱਕਰ ਆਉਂਦੇ ਫਿਰ। ਇਸ ਕਰਕੇ ਮੈਂ ਕਿਹਾ ਮੈਂ ਨੀਂਦ ਦੀ ਗੋਲੀ ਪੂਰੀ, ਨੀਂਦ ਨਹੀਂ ਨਾ ਪੂਰੀ ਆਉਂਦੀ, ਇਸ ਕਰਕੇ। ਹਾਂਜੀ, ਚਲੋ ਕੋਈ ਨਹੀਂ, ਫਿਰ ਤੁਹਾਡੇ ਪਰਸਨਲ ਜਿਹੜੀਆਂ ਗੱਲਾਂ ਹੁੰਦੀਆਂ ਔਨ 에ਅਰ ਨਹੀਂ ਡਿਸਕਸ ਕਰ ਸਕਦੇ ਆਪਾਂ, ਤੇ ਇਹ ਬਾਅਦ ਜੇ ਕੋਈ ਪਰਸਨਲ ਇਸ਼ੂ ਹੁੰਦੇ ਉਹ ਨਹੀਂ ਡਿਸਕਸ ਕਰ ਸਕਦੇ, ਹੈ ਨਾ, ਔਨ 에ਅਰ, ਤੇ ਇਹ ਬਾਅਦ ਚ ਕਰਾਂਗੇ। ਪਰ ਨੀਂਦ ਆਉਣੀ ਪਹਿਲਾਂ ਤੋਂ ਫਰੈਸ਼ ਏਅਰ ਚਾਹੀਦਾ, ਐਕਸਰਸਾਈਜ਼ ਚਾਹੀਦੀ ਆ,
ਹਾਂਜੀ ਤੇ ਤੁਸੀਂ ਜੇ ਕੋਈ ਚਾਹ ਪੀਣੇ ਸ਼ਾਮ ਨੂੰ ਚਾਹ ਜਿਹੜੇ ਕੋਈ ਸਟਿਮੂਲੈਂਟ ਹੁੰਦੇ ਨਹੀਂ ਡਾਕਟਰ ਸਾਹਿਬ ਮੈਂ ਬਹੁਤ ਖਿਆਲ ਰੱਖਦੀ ਉਹ ਇਦਾਂ ਦੀਆਂ ਚੀਜ਼ਾਂ ਨਹੀਂ ਲੈਣੀਆਂ। ਹਾਂਜੀ ਚਾਹ ਵੀ ਪੀਂਦੀ ਬਾਲੀ। ਹਾਂਜੀ ਜੇ ਤੁਸੀਂ ਕੋਈ ਇਲੈਕਟ੍ਰੀਕਲ ਇਕਵਿਪਮੈਂਟ ਆਪਣੇ ਬੈੱਡਰੂਮ 'ਚ ਰੱਖਦੇ ਜਿੱਦਾਂ ਕਈ ਟੀਵੀ ਰੱਖ ਲੈਂਦੇ ਰੇਡੀਓ ਰੱਖ ਲੈਂਦੇ ਉੱਥੇ ਕੋਈ ਇਲੈਕਟ੍ਰੀਕਲ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਹਾਂਜੀ ਸੋ ਮੋਸਟਲੀ ਇਹ ਹੁੰਦਾ ਪਏ ਮਨ ਵਿੱਚ ਕੋਈ ਪਰੇਸ਼ਾਨੀ ਹੁੰਦੀ ਹੈ ਇਸ ਕਰਕੇ ਜਿਹੜਾ ਤੁਹਾਡਾ ਸਬਕੌਂਸ਼ੀਅਸ ਆ। ਅੱਗੇ ਫੋਨ ਕੀਤਾ ਸੀ ਮੈਂ ਮਹੀਨਾ ਹੋ ਗਿਆ ਉਦੋਂ ਨੰਬਰ ਦਿੱਤਾ ਸੀ ਨਾ ਫਿਰ 2 ਵੀਕ ਹੋਏ ਉਦੋਂ ਵੀ ਦਿੱਤਾ ਸੀਗਾ ਹੁਣ ਮੈਨੂੰ ਯਾਦ ਨਹੀਂ। ਭੈਣ ਜੀ ਤੁਸੀਂ ਨਾ ਜਿੱਦਾਂ ਮੈਂ ਪਹਿਲਾਂ ਸ਼ੁਰੂਆਤ ਕਹਿ ਕੇ ਹਟਿਆ ਤੁਸੀਂ ਸ਼ੋਅ ਦੇਖਦੇ ਰਹੋ ਜੋ ਤੁਹਾਡੀ ਜਿਹੜੀ ਤੁਹਾਨੂੰ ਨੀਂਦਰ ਨਹੀਂ ਆਉਂਦੀ ਉਹਦੇ ਬਾਰੇ ਥੋੜੀ ਬਹੁਤ ਅਸੀਂ ਗੱਲ ਕਰਦੇ ਹਾਂ ਹੁਣੀ ਤੁਸੀਂ ਟੀਵੀ ਤੇ ਬੈਠ ਕੇ ਦੇਖੋ ਤੇ ਜਿੱਦਾਂ ਮੈਂ ਤੁਹਾਨੂੰ ਹੁਣੀ ਕਹਿ ਕੇ ਸ਼ੁਰੂਆਤ ਦੇ ਵਿੱਚ ਕਿ ਡਾਕਟਰ ਪ੍ਰੋਮਿਸ ਨਹੀਂ ਕਰਦੇ ਕਦੋਂ ਲੇਕਿਨ ਜ਼ਰੂਰ 100% ਤੁਹਾਨੂੰ ਕਾਲ ਕਰਨਗੇ। ਤੁਹਾਡਾ ਜਿਹੜਾ ਅੱਜ ਕਾਲ ਆਇਆ ਇਹ ਲਾਈਨ 'ਚ ਲੱਗ ਗਿਆ ਕਿਊ ਦੇ ਵਿੱਚ ਹੈਗਾ ਜਿੱਦਾਂ ਤੁਹਾਡੀ ਟਰਨ ਆ ਗਈ ਤੁਹਾਨੂੰ ਕਾਲ ਕਰਨਗੇ। ਓਕੇ ਜੀ ਥੈਂਕ ਯੂ ਜੀ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਤੁਹਾਡੇ ਕਾਲ ਕਰਨ ਦਾ। ਡਾਕਟਰ ਸਾਹਿਬ ਜਿਹੜੀ ਨਾ ਆਪਾਂ ਮੁੱਦੇ ਤੇ ਵੀ ਰਹਿਣਾ ਬਹੁਤ ਦੂਰ ਨਹੀਂ ਜਾਣਾ ਜਦੋਂ ਲੋਕਾਂ ਨੂੰ ਨੀਂਦ ਦੀ ਇੱਕ ਬਿਮਾਰੀ ਹੈਗੀ ਆ ਆਮ ਉਹਨਾਂ ਨੂੰ ਟ੍ਰੈਂਕੁਲਾਈਜ਼ਰ ਤੇ ਲਗਾਇਆ ਜਾਂਦਾ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਬੜੀ ਗਲਤ ਚੀਜ਼ ਹੈਗੀ ਹੈ। ਤੁਸੀਂ ਕਿੱਦਾਂ ਫੀਲ ਕਰਦੇ ਹੋ ਉਹਦੇ ਬਾਰੇ? ਬਿਲਕੁਲ ਗਲਤ ਹੈ ਜੀ ਬਿਲਕੁਲ ਕਿਉਂਕਿ ਜਿਹੜਾ ਕਾਜ਼ ਆ ਉਹ ਤਾਂ ਤੁਸੀਂ ਤੁਸੀਂ ਬੰਦੇ ਨੂੰ ਸਲਾਮ ਦੀ ਕੋਸ਼ਿਸ਼ ਕਰ ਰਹੇ ਹੋ ਟ੍ਰੈਂਕੁਲਾਈਜ਼ਰ ਹਾਂਜੀ ਉਹ ਨਰਵਸ ਸਿਸਟਮ ਨੂੰ ਥੋੜੀ ਜਿਹਾ ਕਾਮ ਡਾਊਨ ਕਰ ਦਿੰਦਾ ਹੈ ਤੇ ਉਹ ਤੁਹਾਡੇ ਜਿਹੜੀ ਅੰਦਰ ਤੁਹਾਡੀ ਇਮੋਸ਼ਨਸ ਹੈ ਜਿਹੜੇ ਪ੍ਰੋਬਲਮ ਆ ਜਿਨ੍ਹਾਂ ਨਾਲ ਤੁਹਾਨੂੰ ਨੀਂਦ ਨਹੀਂ ਆਉਂਦੀ ਉਹ ਤਾਂ ਤੁਹਾਡੇ ਸਪਰੈਸ ਹੋ ਜਾਂਦੇ ਆ ਤੇ ਉਹਦੇ ਨਾਲ ਹੋਰ ਵੀ ਬਿਮਾਰੀ ਕੋਈ ਪੈਦਾ ਹੋ ਸਕਦੀ ਹੈ। ਜਿਹੜੇ ਵੀ ਇਮੋਸ਼ਨ ਸਪਰੈਸ ਕਰਨੇ ਤੁਸੀਂ ਅੰਦਰ ਹੀ ਰੱਖਣੇ ਕੁੱਟ ਕੇ ਉਹ ਕਿਤੇ ਨਾ ਕਿਤੇ ਫਿਜ਼ੀਕਲ ਬੋਡੀ ਵਿੱਚ ਨਿਕਲਣੇ ਆ ਕੋਈ ਬਿਮਾਰੀ ਬਣ ਕੇ। ਇਹ ਨਾਲ ਬੈਟਰ ਆ ਵੀ ਤੁਸੀਂ ਇਮੋਸ਼ਨਲ ਪ੍ਰੋਬਲਮ ਜਿਹੜਾ ਉਹਦਾ ਹੱਲ ਲੱਭੋ ਤਾਂ ਤੁਹਾਨੂੰ ਚੈਨ ਥੋੜੀ ਜਿਹੀ ਆਵੇ ਫਿਰ ਨੀਂਦ ਆਪੇ ਆਵੇ। ਇੱਕ ਜੋਕ ਹੈਗਾ ਪਤਾ ਮੈਨੂੰ ਕਹਿਣਾ ਚਾਹੀਦਾ ਨਹੀਂ ਉਹ ਟੀਵੀ ਤੇ ਪਹਿਲਾਂ ਆਪਾਂ ਕਾਲ ਲੈ ਲੈਣੇ ਫਿਰ ਦੇਖਦੇ। ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਜੀ? ਮੈਂ ਬੋਲਦੇ ਸਲਾਹ ਤੋਂ ਬੋਲਦੇ ਸੀ। ਹਾਂਜੀ ਡਾਕਟਰ ਸਾਹਿਬ ਸੁਣ ਰਹੇ ਨੇ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਮੈਂ ਨਾ ਜਿੱਦਾਂ ਮੈਨੂੰ ਕਾਫੀ ਜਿੱਦਾਂ ਐਂਗਜ਼ਾਇਟੀ ਹੋ ਕੇ ਨਾ ਮੇਰਾ ਕੌਨਫੀਡੈਂਸ ਬਹੁਤ ਲੂਜ਼ ਹੋਇਆ ਉਹਦੇ ਨਾਲ ਹੁਣ ਮੈਨੂੰ ਥੋੜਾ ਬਲੱਡ ਪ੍ਰੈਸ਼ਰ ਅੱਗੇ ਕਦੀ ਹੋਇਆ ਨਹੀਂ ਸੀਗਾ। ਮੇਰੀ ਏਜ ਵੀ 66 ਦੀ ਆ ਤਾਂ ਮੇਰੇ ਹਸਬੈਂਡ ਨੂੰ ਸਟ੍ਰੋਕ ਹੋ ਗਿਆ ਸੀ 15 ਸਾਲ ਪਹਿਲਾਂ। ਉਸ ਤੋਂ ਬਾਅਦ ਹੌਲੀ ਹੌਲੀ ਜ਼ਿਆਦਾ ਮੈਂ ਜਿੱਦਾਂ ਹੋਵੇ ਕੌਨਫੀਡੈਂਸ ਲੂਜ਼ ਕੀਤਾ ਬਹੁਤ ਜ਼ਿਆਦਾ ਤੇ ਬਾਹਰ ਜਾਣਾ ਐਂਗਜ਼ਾਇਟੀ ਕੁਇਕਲੀ ਐਂਗਜ਼ਾਇਟੀ ਹੋ ਜਾਂਦੀ ਉਹਦੇ ਨਾਲ ਫਿਰ ਥੋੜਾ ਬਲੱਡ ਪ੍ਰੈਸ਼ਰ ਉੱਪਰ ਚਲ ਜਾਂਦਾ। ਹਾਂਜੀ ਭੈਣ ਜੀ ਇਹ ਐਂਗਜ਼ਾਇਟੀ ਸ਼ੁਰੂ ਕਿੱਦਾਂ ਹੋਈ ਜੀ? ਐਂਗਜ਼ਾਇਟੀ ਸ਼ੁਰੂ ਤਾਂ ਕਾਫੀ ਚਿਰ ਤੋਂ ਮੇਰੀ ਫੈਮਿਲੀ ਹਿਸਟਰੀ 'ਚ ਵੀ ਆ। ਮੇਰੇ ਡੈਡ ਨੂੰ ਵੀ ਹੋਈ ਸੀਗੀ ਮੈਂਟਲ ਪ੍ਰੋਬਲਮ। ਹਾਂਜੀ ਡਾਕਟਰ ਸਾਹਿਬ ਮੈਂ ਇੱਕ ਸਵਾਲ ਪੁੱਛਦਾ ਪਲੀਜ਼ ਭੈਣ ਜੀ ਤੁਹਾਨੂੰ ਕਿੱਦਾਂ ਪਤਾ ਕਿ ਤੁਹਾਨੂੰ ਐਂਗਜ਼ਾਇਟੀ ਹੈਗੀ ਹੈ? ਹਾਊ ਡੂ ਯੂ ਨੋ ਦੈਟ? ਹਾਂਜੀ ਜਦੋਂ ਸਾਡੇ ਹਾਰਟ ਤੋਂ ਕੁਝ ਐਂਗਜ਼ਾਇਟੀ ਹੁੰਦੀ ਫਿਰ ਤੁਹਾਡੀ ਬੋਡੀ ਵੀ ਕੰਬਣ ਲੱਗ ਜਾਂਦੀ ਹੈ। ਓਕੇ ਠੀਕ ਹੈ ਹਾਂਜੀ ਸੋ ਕਿਉਂਕਿ ਮੈਂ ਕੋਸ਼ਿਸ਼ ਕਰਦਾ ਸੀ ਪਤਾ ਕਰਦੇ ਹਾਊ ਡੂ ਪੀਪਲ ਨੋ ਕਿ ਮੈਨੂੰ ਐਂਗਜ਼ਾਇਟੀ ਹੈ। ਉਹਨਾਂ ਨੇ ਜਿਹੜਾ ਐਕਸਪਲੇਨ ਕੀਤਾ ਕਿ ਮੇਰੇ ਬੋਡੀ ਏਦਾਂ ਹੁੰਦੀ ਨਾ ਕੰਬਣ ਲੱਗ ਜਾਂਦੀ ਹੈ ਕੰਬਣ ਲੱਗ ਜਾਂਦੀ। ਹਾਂਜੀ ਹਾਂਜੀ ਪਰ ਤੁਸੀਂ ਕੋਈ ਕੰਮ ਕਰਨ ਲੱਗਦੇ ਜਾਂ ਬਾਹਰ ਜਾਣ ਤੋਂ ਪਹਿਲਾਂ ਹੀ ਤੁਹਾਡਾ ਜਿੱਦਾਂ ਕੌਨਫੀਡੈਂਸ ਪਹਿਲਾਂ ਹੀ ਹੋ ਜਾਂਦਾ ਐਂਗਜ਼ਾਇਟੀ ਕਿ ਬਾਹਰ ਜਾਣਾ ਕਿੱਦਾਂ ਜਾਣਾ। ਹਾਂਜੀ ਹਾਂਜੀ ਸੋ ਪਹਿਲਾਂ ਕੋਈ ਇਵੈਂਟ ਹੋਇਆ ਹੋਗਾ ਨਾ ਕੁਝ ਹੋਇਆ ਹੋਗਾ ਜਿੱਥੋਂ ਇਹ ਸ਼ੁਰੂ ਹੋਈ ਹੈ ਨਾ ਇਵੈਂਟ ਪਤਾ ਨਹੀਂ ਉਹਦੇ ਜਿੱਦਾਂ ਮਾਈਂਡ ਇਦਾਂ ਥੋੜੀ ਛੋਟੀ ਗੱਲ ਦੀ ਬਰੀ ਕਰਨ ਦੀ ਹੈਬਿਟ ਆ। ਹਾਂ ਏਦਾਂ ਹੈ। ਮੇਰੇ ਡੈਡੀ ਨੂੰ ਹੋਈ ਸੀ ਤੁਹਾਡੀ ਫੇਸ ਡਾਕਟਰ ਸਾਹਿਬ ਉਹ ਮੇਰੇ ਡੈਡੀ ਨਾਲ ਬਿਲਕੁਲ ਮਿਲਦਾ। ਮੇਰੇ ਹਸਬੈਂਡ ਕਹਿੰਦੇ ਕਿ ਡਾਕਟਰ ਲਾਲ ਸਿੰਘ ਆ ਗਏ। ਅੱਛਾ ਬਿਲਕੁਲ ਤੁਹਾਡੇ ਫੇਸ ਆਇਆ ਨਾ ਉਦਾਂ। ਅੱਛਾ ਹਾਂਜੀ ਭੈਣ ਜੀ ਸੋ ਏਦਾਂ ਵੀ ਜਦੋਂ ਤੁਸੀਂ ਛੋਟੀ ਗੱਲ ਤੇ ਫਿਕਰ ਕਰਨ ਲੱਗ ਪੈਂਦੇ ਹਨਾ ਉੱਥੇ ਤੁਹਾਨੂੰ ਸਟਾਪ ਕਰਨਾ ਪੈਂਦਾ ਨਹੀਂ ਤਾਂ ਉਹ ਫਿਕਰ ਜਿਹੜਾ ਕਰਨਾ ਹੌਲੀ ਹੌਲੀ ਵੱਧਦਾ ਰਹਿੰਦਾ ਫਿਰ ਐਂਗਜ਼ਾਇਟੀ ਬਣ ਜਾਂਦੀ ਉਹਦੀ ਫਿਰ ਉਹ ਡਿਫਿਕਲਟ ਹੋ ਜਾਂਦੀ ਕੰਟਰੋਲ ਕਰਨੀ। ਪਰ ਤੁਸੀਂ ਫਿਕਰ ਨਾ ਕਰੋ ਇਹਦੇ ਵਿੱਚ ਹੋਮਿਓਪੈਥਿਕ ਦਵਾਈਆਂ ਹੈਗੀਆਂ ਉਹ ਤੁਹਾਡੀ ਪਰਸਨੈਲਿਟੀ ਦੇ ਨਾਲ ਐਨ ਮੈਚ ਕਰਕੇ ਤੁਹਾਨੂੰ ਦਵਾਈ ਦੇ ਸਕਦੇ ਆ। ਨਹੀਂ ਭੈਣ ਜੀ ਮੈਂ ਸ਼ੁਰੂਆਤ ਮੈਨੂੰ ਲੱਗਦਾ ਤੁਸੀਂ ਮੇਰਾ ਪ੍ਰੋਗਰਾਮ ਨਹੀਂ ਸੁਣਿਆ ਸ਼ੁਰੂ ਤੋਂ ਸੁਣੋ। ਜਦੋਂ ਤੁਹਾਡਾ ਹੁਣ ਕਾਲ ਆਇਆ ਨਾ ਤੁਹਾਡਾ ਕਾਲ ਸਿਸਟਮ ਚ ਵਿੱਚ ਲੱਗ ਗਿਆ ਲਾਈਨ ਦੇ ਵਿੱਚ ਇਹ ਸਾਰੇ ਕਾਲ ਜਿੰਨੇ ਵੀ ਹੁੰਦੇ ਨੇ ਨਾ ਜਿਹੜੇ ਸਾਡੇ ਨਾਲ ਗੱਲ ਕਰਦੇ ਜਾਂ ਨਹੀਂ ਵੀ ਗੱਲ ਕਰਦੇ ਜਿਹੜੇ ਸਾਡੇ ਕਾਲ ਸੈਂਟਰ ਨੂੰ ਕਾਲ ਕਰਦੇ ਉਹ ਸਾਰੇ ਕਾਲ ਡਾਕਟਰ ਜੀ ਨੂੰ ਪਹੁੰਚਾਏ ਜਾਂਦੇ ਨੇ। ਉਹ ਇੰਨੇ ਬਿਜ਼ੀ ਨੇ ਡਾਕਟਰ ਉਹਨੂੰ ਹਫਤਾ ਲੱਗੇ ਜਾਂ 2 ਹਫ਼ਤੇ ਲੱਗਣ ਲੇਕਿਨ ਤੁਹਾਨੂੰ ਪੱਕਾ ਕਾਲ ਕਰਨਗੇ ਵਾਪਸ। ਬਾਕੀ ਤੁਸੀਂ ਪ੍ਰੋਗਰਾਮ ਦੇਖਦੇ ਰਹੋ ਔਰ ਹਰ ਤੁਹਾਡੀ ਗੱਲ ਦਾ ਜਵਾਬ ਦੇਵਾਂਗੇ। ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਕਾਲ ਕਰਨ ਦਾ। ਡਾਕਟਰ ਸਾਹਿਬ ਇਹ ਨਾ ਹੁਣ ਬੜਾ ਫੜੀ ਗੱਲ ਹੈ ਕਿ ਬੰਦੇ ਨੂੰ ਵਰੀ ਹੈ ਐਂਗਜ਼ਾਇਟੀ ਹੈ ਉਹ ਕਿੱਦਾਂ ਬੰਦ ਕਰ ਸਕਦਾ ਬਿਕੋਜ਼ ਆਦਤ ਹੀ ਪੈ ਗਈ ਉਸ ਚੀਜ਼ ਦੀ। ਹਾਂ ਉਹੀ ਤਾਂ ਪ੍ਰੋਬਲਮ ਭਾਜੀ ਇਹ ਆਦਤ ਵੱਧ ਜਾਂਦੀ ਫਿਰ ਕੰਟਰੋਲ ਕਰਨੀ ਔਖੀ ਹੋ ਜਾਂਦੀ ਹੈ। ਪਰ ਭਾਜੀ ਤੁਸੀਂ ਦੱਸੋ ਬਗੈਰ ਦਵਾ ਤੋਂ ਇੱਕ ਬੰਦਾ ਅਸੀਂ ਪਹਿਲਾਂ ਸੁਖਦੇਵ ਵੀ ਸੁਬਾਹ ਗੱਲ ਕਰਦੇ ਸੀਗੇ
ਸਮਟਾਈਮਸ ਪੀਪਲ ਟੇਕ देयर ਜੌਬ ਵੈਰੀ ਸੀਰੀਅਸਲੀ ਡਿਸਪਲਿਨ ਹੁੰਦਾ ਹੈ ਮੈਨੇਜਮੈਂਟ ਐਡਮਿਨਿਸਟ੍ਰੇਸ਼ਨ ਉਹਨੂੰ ਹੁੰਦਾ ਕਿ ਜਿੱਥੇ ਮੇਰੀ ਚੀਜ਼ ਪਈ ਹੈ ਇੱਥੇ ਹੋਣੀ ਚਾਹੀਦੀ ਹੈ ਚੇਂਜ ਪਰੇ ਨਹੀਂ ਹੋਣੀ ਚਾਹੀਦੀ ਹੁਣ ਇਹ ਤਾਂ ਬਚਪਨ ਦੀ ਉਹਨੂੰ ਆਦਤ ਪਈ ਹੈ ਇਹ ਕਿੱਦਾਂ ਸੁਧਾਰ ਸਕਦੇ ਹੋ ਤੁਸੀਂ ਜੀ ਨਹੀਂ ਆਪਣੀ ਹੈਬਿਟ ਚੇਂਜ ਕਰਨੀ ਪੈਂਦੀ ਭਾਈ ਯੂ ਹੈਵ ਟੂ ਅਦਰਵਾਈਜ਼ ਤੁਹਾਡੀ ਸਟ੍ਰੈਸ ਜਿਹੜੀ ਵਧੀ ਜਾਣੀ ਆ ਯੂ ਮੇਕ ਯੋਰਸੈਲਫ ਇਲ ਹਨਾ ਬਿਮਾਰ ਹੋ ਜਾਂਦਾ ਬੰਦਾ ਫਿਰ ਜਦੋਂ ਐਂਗਜ਼ਾਇਟੀ ਪੈਨਿਕ ਇੰਨਾ ਵੱਧ ਜਾਂਦਾ ਓਬਸੈਸ਼ਨ ਹਨਾ ਤੇ ਜ਼ਰੂਰ ਬਿਮਾਰ ਹੋ ਜਾਂਦਾ ਇਹ ਆਪਣੇ ਆਪ ਨੂੰ ਸੁਧਾਰਨਾ ਪੈਂਦਾ ਹੈ ਫਿਰ ਸਮਝਣਾ ਪੈਂਦਾ ਵੀ ਦੇਖੋ ਜਾਂ ਤਾਂ ਮੈਂ ਆਪਣੀ ਜੌਬ ਜਿਹੜੀ ਥੋੜੀ ਜਿਹੀ ਲੈਸ ਸਟ੍ਰੈਸਫੁਲ ਜੌਬ ਲੈ ਲਵਾਂ ਹਨਾ ਥੋੜੇ ਜਿਹੇ ਚੇਂਜ ਕਰਾਂ you have to do something to change your situation ਉਹ ਡਾਕਟਰ ਨੇ ਕਿਹਾ ਨਾ ਉਹਨੂੰ ਕਹਿੰਦਾ ਸਰਦਾਰ ਜੀ ਤੁਸੀਂ ਟੈਨਸ਼ਨ ਨਾਲ ਨਾ ਸੋਇਆ ਕਰੋ ਉਹ ਕਹਿੰਦਾ ਹੁਣ ਮੈਂ ਉਹਨੂੰ ਪੈਕੇਜ ਛੱਡਿਆ ਹਾਂ ਸਮਝਿਆ ਨਾ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਜਿੱਥੇ ਬੰਦੇ ਨੂੰ ਟੈਨਸ਼ਨ ਬੜਾ ਮੁਸ਼ਕਿਲ ਹੁੰਦਾ ਕਹਿ ਦੇਣਾ ਬੜਾ ਆਸਾਨ ਹੈ ਕਰਨਾ ਬੜਾ ਮੁਸ਼ਕਿਲ ਹੈ ਕਰਨਾ ਅੰਡਰਸਟੈਂਡ ਪਰ ਜਿਸ ਤਰ੍ਹਾਂ ਉਮਰ ਇਨਸਾਨ ਦੀ ਹੁੰਦੀ ਹੈ ਨਾ ਤੁਸੀਂ ਬੜਾ ਕੁਝ ਸਿੱਖਦੇ ਹੋ ਜਿੱਦਾਂ ਤੁਹਾਡੇ ਤੇ ਐਂਗਜ਼ਾਇਟੀ ਜੋ ਜੋਸ਼ ਤੁਹਾਡੇ ਤੋਂ ਹੁੰਦਾ ਉਹ ਹੌਲੀ ਹੌਲੀ ਕੰਮ ਹੁੰਦਾ ਆਪੇ ਹੁੰਦਾ ਹੈ ਉਮਰ ਦੇ ਨਾਲ ਹਾਂਜੀ ਜਿੱਦਾਂ ਤੁਹਾਡੀ ਐਕਸਪੀਰੀਅੰਸ ਵੱਧਦੀ ਜਾਂਦੀ ਲਾਈਫ ਐਕਸਪੀਰੀਅੰਸ ਤੇ ਥੋੜੇ ਚੇਂਜ ਹੋ ਜਾਂਦੇ ਵੈਰੀ ਇੰਟਰਸਟਿੰਗ ਡਾਕਟਰ ਸੇ ਪਹਿਲਾ ਕਾਲ ਲੈ ਲਈਏ ਪਲੀਜ਼ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲਦੇ ਹੋ ਜੀ ਕਿੱਥੋਂ ਬੋਲਦੇ ਹੋ ਕੁਲਵਿੰਦਰ ਬੋਲਦੀ ਬਰਮਿੰਘਮ ਤੋਂ ਬਿਲਕੁਲ ਕੀ ਕਹਿਣਾ ਚਾਹੁੰਦੇ ਡਾਕਟਰ ਸੁਣ ਰਹੇ ਨੇ ਓਕੇ ਮੇਰੀ ਹੈ ਨਾ ਬਾਂਹ ਦੀ ਪ੍ਰੋਬਲਮ ਆ ਮੇਰੀ ਬਾਂਹ ਸ਼ੋਲਡਰ ਤੋਂ ਟਰਨ ਨਹੀਂ ਹੁੰਦੀ ਜਿੱਦਾਂ ਫਰੋਜ਼ਨ ਸ਼ੋਲਡਰ ਨਹੀਂ ਹੁੰਦਾ ਇਦਾਂ ਆ ਹਾਂਜੀ ਸਰਜਰੀ ਵੀ ਮੇਰੀ ਹੋਈ ਆ ਸ਼ੋਲਡਰ ਦੀ ਹਾਂਜੀ ਉਹ ਵੀ ਨਹੀਂ ਠੀਕ ਹੈਗੀ ਠੀਕ ਹੈ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਪ੍ਰੋਬਲਮ ਹੈ ਕੀ ਆ ਬਾਅਦ ਹੀ ਹੁਣ ਇੱਕ ਸ਼ੋਲਡਰ ਦੀ ਸੀ ਹੁਣ ਦੂਜੀ ਸ਼ੋਲਡਰ ਨੂੰ ਵੀ ਆਉਂਦੀ ਹੈ ਪ੍ਰੋਬਲਮ ਯਾ ਸੋ ਇਹ ਮਸਲ ਟੈਨਸ਼ਨ ਜਾਂ ਤੁਹਾਡਾ ਮਸਲ ਜਿਹੜੇ ਸਪੈਜ਼ਮ ਹੋ ਜਾਂਦੇ ਆ ਤੇ ਉਹ ਫੇ ਹਿਲਾਉਣੇ ਮੁਸ਼ਕਲ ਹੋ ਜਾਂਦੇ ਆ ਤੇ ਬਹੁਤ ਦਰਦ ਪੈਂਦਾ ਜੇ ਤੁਸੀਂ ਹਿਲਾਉਂਦੇ ਆ ਤੇ ਇਹਦੀ ਵਜ੍ਹਾ ਇਹੀ ਹੁੰਦੀ ਵੀ ਤੁਹਾਨੂੰ ਕੋਈ ਨਾ ਕੋਈ ਟੈਨਸ਼ਨ ਹੋਇਆ ਤੇ ਉਹ ਟੈਨਸ਼ਨ ਤੁਹਾਡੇ ਮਸਲਸ ਵਿੱਚ ਚਲੇ ਗਿਆ ਠੀਕ ਹੈ ਜੀ ਤੇ ਇਹਦੇ ਲਈ ਹੁਣ ਤੁਹਾਡੀ ਪੂਰੀ ਜਾਣਕਾਰੀ ਲੈ ਕੇ ਆਪਾਂ ਹੋਮਿਓਪੈਥੀ ਦਵਾਈ ਦੇ ਸਕਦੇ ਹਾਂ ਜਿੰਨਾ ਉਹ ਟੈਨਸ਼ਨ ਰਿਲੀਜ਼ ਹੋ ਜਾਵੇ ਮੈਂਟਲੀ ਐਂਡ ਫਿਜ਼ੀਕਲੀ ਹਾਂਜੀ ਭਾਜੀ ਇਲਾਜ ਹੋਏਗਾ ਪੱਕਾ ਹੋਏਗਾ ਡਾਕਟਰ ਸਾਹਿਬ ਨੇ ਬੜੀਆਂ ਗੱਲਾਂ ਪੁੱਛਣੀਆਂ ਹੁੰਦੀਆਂ ਜਿੱਦਾਂ ਅਸੀਂ ਹਮੇਸ਼ਾ ਹਰ ਕਾਲਰ ਨੂੰ ਕਹਿੰਦੇ ਅਸੀਂ ਔਨ 에ਅਰ ਨਹੀਂ ਗੱਲ ਕਰਦੇ ਡਾਕਟਰ ਸਾਹਿਬ ਤੁਹਾਨੂੰ ਕਾਲ ਕਰਨਗੇ ਫਿਰ ਉਹਨਾਂ ਨੂੰ ਤੁਸੀਂ ਖੁੱਲ੍ਹ ਕੇ ਸਮਝਾਇਓ ਤੇ ਫਿਰ ਉਸ ਤੋਂ ਬਾਅਦ ਇਲਾਜ ਸ਼ੁਰੂ ਹੋ ਸਕਦਾ ਥੈਂਕ ਯੂ ਜੀ ਥੈਂਕ ਯੂ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਕਾਲ ਕਰਨ ਦਾ ਡਾਕਟਰ ਜੀ ਹੁਣ ਕਿੰਨਾ ਦੇਖੋ 2-3 ਕਾਲ ਹੈ ਸਾਰੇ ਨੂੰ ਟੈਨਸ਼ਨ ਨਾਲ ਜਿੱਦਾਂ ਤੁਸੀਂ ਕਿਹਾ ਕਿ ਉਹ ਮਸਲ ਪੇਨ ਸਟਾਰਟ ਹੋ ਗਈ ਹੈ ਇਹ ਕਿੰਨਾ ਕੁਝ ਮੁਸੀਬਤ ਕਰਦਾ ਟੈਨਸ਼ਨ ਦੈਟਸ ਰਾਈਟ ਯਾ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਸਮਝਾਇਆ ਸੀ ਨਾ ਨੰਬਰ 1 ਕਾਜ਼ ਆਫ ਇਲਨੈਸ ਜਿਹੜਾ ਇਮੋਸ਼ਨਲ ਹੁੰਦਾ ਆ ਹਾਂਜੀ ਸਟ੍ਰੈਸ ਹੁੰਦੀ ਆ ਜਿਹੜੇ ਤੁਹਾਡੇ ਦਿਮਾਗ ਤੇ ਪ੍ਰੈਸ਼ਰ ਪੈਂਦਾ ਹੈ ਸਟ੍ਰੈਸ ਪੈਂਦੀ ਟੈਨਸ਼ਨ ਪੈਂਦਾ ਉਹੀ ਫਿਰ ਤੁਹਾਡੀ ਬੋਡੀ ਵਿੱਚ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ ਸੋ ਤੁਸੀਂ ਆਪ ਖੁਦ ਸੁਣ ਲਿਆ ਅੱਜ ਹੈ ਨਾ ਇਹ ਬੜੀ ਕਮਾਲ ਦੀ ਗੱਲ ਹੈ ਟੈਨਸ਼ਨ ਦੀ ਗੱਲ ਕਰੋ ਬਿਮਾਰੀਆਂ ਵੱਧਦੀਆਂ ਨੇ ਜਦੋਂ ਕਈ ਦਫਾ ਮੈਂ ਉਸ ਸਬਜੈਕਟ ਤੇ ਗੱਲ ਨਹੀਂ ਕਰਾਂਗਾ ਕਿਉਂਕਿ ਬੜੀ ਬਾਹਰ ਚਲੇ ਜਾਂਦਾ ਸ਼ੌਕ ਲੱਗਦਾ ਤੁਹਾਨੂੰ ਕਿਸੇ ਤਰੀਕੇ ਨਾਲ ਕੋਈ ਤੁਸੀਂ ਘਰ ਦੇ ਵਿੱਚ ਆਪਣਾ ਪਿਆਰਾ ਕਿਸੇ ਨੂੰ ਲੂਜ਼ ਕਰ ਜਾਂਦੇ ਹੋ ਕਿਸੇ ਵੀ ਤਰ੍ਹਾਂ ਦਾ ਦਾਦਾ ਪਿਓ ਮਾਂ ਹੋਵੇ ਕੋਈ ਵੀ ਰਿਸ਼ਤੇਦਾਰ ਹੋਵੇ ਤੁਹਾਡਾ ਖੂਨ ਰਿਸ਼ਤਾ ਉਹ ਸ਼ੌਕ ਦੇ ਨਾਲ ਵੀ ਬੰਦੇ ਨੂੰ ਇਮੀਡੀਏਟਲੀ ਬਿਮਾਰੀ ਨਹੀਂ ਪੈਂਦੀ ਪਰ ਉਹਦਾ ਇਫੈਕਟ ਓਵਰ ਦਾ ਈਅਰਸ ਹੁੰਦਾ ਕਈਆਂ ਨੂੰ ਜਲਦੀ ਹੋ ਜਾਂਦਾ ਅਸਰ ਜੀ ਰੀਅਲੀ ਯੈਸ ਗ੍ਰੀਫ ਜਿਹੜੀ ਇਦਾਂ ਦੀ ਚੀਜ਼ ਹੈ ਇਟਸ ਵੈਰੀ ਸਟਰੋਂਗ ਇਮੋਸ਼ਨ ਹੈ ਨਾ ਗ੍ਰੀਫ ਜਿਹੜਾ ਤੇ ਕਈਆਂ ਨੂੰ ਇੰਨਾ ਜ਼ਿਆਦਾ ਗ੍ਰੀਫ ਦਾ ਸ਼ੌਕ ਲੱਗਦਾ ਹੈ ਨਾ ਤੇ ਉਹਨਾਂ ਦਾ ਹਾਜ਼ਮਾ ਖਰਾਬ ਹੋ ਜਾਂਦਾ ਆ ਜਾਂ ਉਹਨਾਂ ਨੂੰ ਹੈਡੇਕ ਹੋਣ ਲੱਗ ਪੈਂਦੇ ਆ ਕੁਝ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਜੀ ਡਿਪੈਂਡਸ ਤੁਹਾਡੇ ਵੀਕ ਪੁਆਇੰਟ ਕਿਹੜਾ ਹੈ ਬਿਮਾਰੀ ਉੱਥੇ ਜ਼ਰੂਰ ਜਾਏਗੀ ਜੇ ਤੁਸੀਂ ਬਹੁਤ ਜ਼ਿਆਦਾ ਰਿਐਕਸ਼ਨ ਤੁਹਾਡਾ ਹੋਇਆ ਗ੍ਰੀਫ ਨੂੰ ਜਾਂ ਇਸੇ ਕਰਕੇ ਸਾਡੇ ਇੱਦਾਂ ਰਿਵਾਜ ਹੈ ਨਾ ਵੀ ਲੋਕੀ ਆਉਂਦੇ ਜਾਂਦੇ ਰਹਿੰਦੇ ਆ ਤੇ ਉਹ ਗੱਲੀ ਪਾ ਰੱਖਦੇ ਆ ਫੈਮਿਲੀ ਨੂੰ ਤੇ ਉਹ ਦੇ ਸ਼ੇਅਰ ਦ ਗ੍ਰੀਫ ਹੈ ਨਾ ਤੇ ਉਹਨਾਂ ਦੇ ਵਿੱਚ ਜਿਹੜਾ ਟੈਨਸ਼ਨ ਹੈ ਉਹ ਰਿਲੀਜ਼ ਹੁੰਦਾ ਰਹਿੰਦਾ ਤੇ ਗੱਲਾਂ ਬਾਤਾਂ ਕਰਕੇ ਕਿਉਂਕਿ ਜੇ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਤੁਹਾਡਾ ਗਮ ਸਾਰਾ ਅੰਦਰ ਹੀ ਰਹਿੰਦਾ ਇੱਕ ਬੜਾ ਇੰਪੋਰਟੈਂਟ ਗੱਲ ਹੈ ਮੈਂ ਹਮੇਸ਼ਾ ਕਹਿੰਦਾ ਪਲੀਜ਼ ਇੱਦਾਂ ਦੇ ਪ੍ਰੋਗਰਾਮ ਦੇਖਿਆ ਕਰੋ ਬੜੀ ਦਫਾ ਤੁਸੀਂ ਖੁਦ ਆਪਣਾ ਇਲਾਜ ਆਪ ਕਰ ਸਕਦੇ ਹੋ ਡਾਕਟਰ ਸਾਹਿਬ ਦੀਆਂ ਗੱਲਾਂ ਸੁਣ ਕੇ ਕਿਉਂਕਿ ਜ਼ਰੂਰੀ ਨਹੀਂ ਕਿਉਂਕਿ ਤੁਹਾਨੂੰ ਡਾਕਟਰ ਸਾਹਿਬ ਜੋ ਯੂ ਐਗਰੀ ਕਰਦੇ ਹੋ ਕਿ ਬਹੁਤ ਦਫਾ ਮੈਡੀਕੇਸ਼ਨ ਦੀ ਲੋੜ ਨਹੀਂ ਪੈਂਦੀ ਅਗਰ ਤੁਸੀਂ ਆਪਣਾ ਮਾਹੌਲ ਆਪਣਾ ਸਿਸਟਮ ਚੇਂਜ ਕਰੋ ਗੱਲਾਂ ਸੁਣ ਕੇ ਉਹਦੇ ਨਾਲ ਵੀ ਫਰਕ ਪੈਂਦਾ ਹਾਂਜੀ ਜੈਟਸ ਰਾਈਟ ਤੇ ਲਾਈਫ ਸਟਾਈਲ ਚੇਂਜਸ ਜਿਹੜੇ ਕਰਨੇ ਹਨ ਨਾ ਵੈਰੀ ਇੰਪੋਰਟੈਂਟ ਹੈ ਤੇ ਤੁਹਾਡੀ ਬਿਮਾਰੀ ਨਾ ਵਧੇਗੀ ਜੇ ਤੁਸੀਂ ਆਪਣਾ ਪਹਿਲੀ ਲਾਈਫ ਸਟਾਈਲ ਬਦਲ ਲਓ ਠੀਕ ਹੈ ਆਪਣੀ ਡਾਈਟ ਬਦਲ ਲਓ ਆਪਣੇ ਸਟ੍ਰੈਸ ਲੈਵਲਸ ਘਟਾ ਲਓ ਥੋੜੇ ਬਹੁਤੇ ਤੇ ਜੇ ਡਰਿੰਕ ਦਾ ਹੈਬਿਟ ਹੈ ਆਪਣਾ ਡਰਿੰਕ ਘਟਾ ਲਓ ਕਿਉਂਕਿ ਡਰਿੰਕ ਦਾ ਹੈਬਿਟ ਜਿਹੜਾ ਵੱਧਦਾ ਰਹਿੰਦਾ ਆ ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਅਬਾਊਟ ਡਾਕਟਰ ਕੋਈ ਬੰਦਾ ਯੰਗ ਇਹਦੇ ਵਿੱਚ ਐਕਸਟ੍ਰੀਮਲੀ ਐਕਟਿਵ ਹੁੰਦਾ ਹਾਈਪਰ ਜਿਹਨੂੰ ਕਹਿੰਦੇ ਆਪਾਂ
ਉਹਦੇ ਬਚਪਨ ਦੇ ਉਹਨੂੰ ਆਦਤ ਹੈ ਕਿ ਬੱਚਾ ਸੀ ਕਹਿੰਦੇ ਬੜਾ ਇਹ ਟੱਪਦਾ ਫਿਰਦਾ ਕਈ ਬੱਚੇ ਬੜੇ ਸਲੋ ਹੁੰਦੇ ਨੇ ਕਿ ਬੰਦੇ ਬਹੁਤ ਹਾਈਪਰ ਹੁੰਦੇ ਨੇ ਇਹ ਉਹਨਾਂ ਦੀ ਜ਼ਿੰਦਗੀ 'ਚ ਰਹਿੰਦਾ ਜਦੋਂ ਜਵਾਨ ਹੁੰਦੇ ਨੇ ਟੀਨੇਜ ਹੁੰਦੇ ਨੇ 35 40 ਜਦੋਂ ਫਿਰ ਉਹ 50 60 ਜਾਂਦੇ ਨੇ ਬਿਕਾਜ਼ ਉਹਨਾਂ ਦਾ ਲਾਈਫ ਸਟਾਈਲ ਇੱਕ ਇਸ ਤਰ੍ਹਾਂ ਦਾ ਸੀਗਾ ਉਹ ਫਿਰ ਕੋਪ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਦੈਟਸ ਰਾਈਟ ਉਹ ਬੁਢਾਪਾ ਐਕਸੈਪਟ ਨਹੀਂ ਕਰਦੇ ਦੈਟਸ ਰਾਈਟ ਯਾ ਡਿਫਿਕਲਟ ਹੋ ਜਾਂਦਾ ਆ ਤੇ ਬਟ ਯੂ ਹੈਵ ਟੂ ਐਡਜਸਟ ਹੈ ਨਾ ਕਿ ਪਤਾ ਯੂ ਹੈਵ ਟੂ ਐਡਜਸਟ ਵਿਦ ਹੁਣ ਮੇਰਾ ਲਾਈਫ ਉਹ ਨਹੀਂ ਰਿਹਾ ਹੈਗਾ ਹਨ ਇੰਨੇ ਐਕਟਿਵ ਨਹੀਂ ਹੋ ਸਕਦੇ ਪਰ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਥੋੜੀ ਬਹੁਤੀ ਐਕਸਰਸਾਈਜ਼ ਫਿਰ ਵੀ ਕਰੋ ਤੇ ਆਪਣੀ ਡਾਈਟ ਨੂੰ ਸੁਧਾਰੋ ਹੁਣ ਕਿ ਪਹਿਲਾਂ ਜਿਹੜੀ ਐਕਸਰਸਾਈਜ਼ ਹੈ ਉਹ ਬੋਡੀ ਹਜਮ ਕਰ ਲੈਂਦੀ ਹੈ ਹਨਾ ਇਹ ਕੈਨ ਟੇਕ ਇਟ ਸਹਿ ਲੈਂਦੀ ਹੈ ਜਦੋਂ ਤੁਸੀਂ ਥੋੜੇ ਜਿਹਾ ਓਲਡਰ ਹੋ ਜਾਂਦੇ ਫਿਰ ਬੋਡੀ ਨਹੀਂ ਐਕਸਰਸਾਈਜ਼ ਉਦਾਂ ਦੀ ਸਹਿੰਦੀ ਹੈਗੀ ਤੇ ਫਿਰ ਡਾਕਟਰ ਇਜ਼ ਇਟ ਟਾਈਮ ਵਾਲਾ ਥੋੜਾ ਆਪਾਂ ਬ੍ਰੇਕ ਤੇ ਜਾਣਾ ਪਏਗਾ ਕਿ ਜਦੋਂ ਤੁਸੀਂ ਕਹਿੰਦੇ ਹੋ ਚੇਂਜ ਕਰੋ ਮੈਂ ਇੱਕ ਹੋਰ ਕਨਸੈਪਟ ਨਾਲ ਦੇਖਦਾ ਅਗਰ ਤੁਸੀਂ ਕਰ ਸਕਦੇ ਹੋ ਕਰੀ ਜਾਓ ਅਸੀਂ ਤੁਸੀਂ ਹਾਈਪਰ ਰਹਿੰਦੇ ਹਾਈਪਰ ਰਹੋ whatever makes you happy whatever makes you healthy you don't have to change your lifestyle as long as ਤੁਸੀਂ keep doing it ਕਿੱਦਾਂ ਮੈਂ ਸਮਝਿਆ ਨਹੀਂ ਜਿੱਦਾਂ ਤੁਸੀਂ ਹਾਈਪਰ ਹੈਗੇ ਹੋ ਹਰ ਚੀਜ਼ ਤੁਸੀਂ ਫਾਸਟ ਕਰਦੇ ਹੋ ਦੌੜੇ ਭੱਜੇ ਫਿਰਦੇ ਹੋ ਤੁਸੀਂ 60 ਦੇ ਵੀ ਹੋ ਗਏ ਹੋ 65 ਵੀ ਹੋ ਗਏ ਹੋ ਅਗਰ ਤੁਹਾਡੀ ਬੋਡੀ ਤੁਹਾਨੂੰ ਅਲਾਓ ਕਰਦੀ ਹੈ ਉਸੇ ਫੇਜ਼ ਤੇ ਕੰਮ ਕਰਨਾ ਉਹਦਾ ਕੋਈ ਡਰ ਤਾਂ ਨਹੀਂ ਹੈਗਾ ਨਹੀਂ ਉਹਦਾ ਕੋਈ ਡਰ ਨਹੀਂ ਹੈਗਾ ਇਫ ਯੂ ਆਰ ਹੈਲਥੀ ਐਂਡ ਫਿਟ ਫਿਰ ਤੁਸੀਂ ਕਰੀ ਜਾਓ ਹਨਾ ਜੇ ਤੁਸੀਂ ਡਾਈਟ ਗੁੱਡ ਆ ਤੁਸੀਂ ਐਕਸਰਸਾਈਜ਼ ਕਰਦੇ ਆ ਤੁਸੀਂ ਹੈਗੇ ਹੈਰੀਡੀ ਆਪਣੀ ਕੰਮ ਵਿੱਚ ਤੁਸੀਂ ਮੈਨੇਜ ਕਰ ਰਹੇ ਤੁਹਾਨੂੰ ਕੋਈ ਸਟ੍ਰੈਸ ਨਹੀਂ ਹੈਗੀ ਫਿਰ ਬੇਸ਼ੱਕ ਕਰੀ ਜਾਓ ਡਾਕਟਰ ਸਾਹਿਬ ਥੈਂਕ ਯੂ ਬਹੁਤ ਥੋੜਾ ਟਾਈਮ ਰਹਿ ਗਿਆ ਸਾਨੂੰ ਬ੍ਰੇਕ ਲੈਣੀ ਪਏਗੀ ਪਲੀਜ਼ ਟੈਲੀਫੋਨ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਕਾਲ ਕਰੋ ਛੋਟੀ ਜਿਹੀ ਬ੍ਰੇਕ ਲੈਣੇ ਅਸੀਂ ਤੁਸੀਂ ਆਪਣਾ ਚਾਹ ਦਾ ਕੱਪ ਬਣਾ ਕੇ ਚਾਹ ਨਾ ਪੀਓ ਡਾਕਟਰ ਜੀ ਲਾਈਕ ਨਹੀਂ ਕਰਦੇ ਥੋੜੀ ਜਿਹੀ ਬ੍ਰੇਕ ਲੈ ਕੇ ਫਿਰ ਤੁਹਾਨੂੰ ਮੁਲਾਕਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਵੈਲਕਮ ਬੈਕ ਇਨ ਦ ਸੈਕੰਡ ਪਾਰਟ ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ ਬੜਾ ਇੰਟਰਸਟਿੰਗ ਹਰ ਵੀਕ ਹੁੰਦਾ ਕੋਈ ਨਾ ਕੋਈ ਨਵਾਂ ਟੌਪਿਕ ਨਿਕਲ ਆਉਂਦਾ ਅੱਛਾ ਵੀ ਸਾਡੇ ਪਹਿਲਾਂ ਦੇ ਫੋਨ ਆਏ ਨੇ ਤੇ ਆਪਣੀ ਪ੍ਰੈਸ਼ਰ ਬਾਰੇ ਟੈਨਸ਼ਨ ਵਗੈਰਾ ਗੱਲ ਕਰਨੀ ਸ਼ੁਰੂ ਕਰ ਰਹੇ ਸੀ ਉਹ ਵੀ ਅਸੀਂ ਸਟਾਰਟ ਕੀਤੀ ਸੀ ਮੂੰਹ ਦੇ ਉੱਪਰੋਂ ਉਹਦੀ ਗੱਲਬਾਤ ਕਰਾਂਗੇ ਅਸੀਂ ਜਾਰੀ ਰੱਖਦੇ ਹਾਂ ਮੈਂ ਫਿਰ ਤੇ ਨੰਬਰ ਰਿਪੀਟ ਕਰ ਦਿੰਦਾ 0121551001 ਤੇ ਪਲੀਜ਼ ਕਾਲ ਕਰੋ ਐਂਡ ਦ ਨੰਬਰ ਇਜ਼ ਔਨ ਦ ਸਕਰੀਨ ਉਹ ਵੀ ਤੁਸੀਂ ਉੱਥੋਂ ਦੇਖ ਕੇ ਤੁਸੀਂ ਕਾਲ ਕਰ ਸਕਦੇ ਹੋ ਡਾਕਟਰ ਸਾਹਿਬ ਆਪਾਂ ਸਟਾਰਟ ਕੀਤਾ ਸੀ ਮੂੰਹ ਦੇ ਉੱਪਰੋਂ ਆਪਾਂ ਕਿਤੇ ਹੋਰ ਹੀ ਚਲੇ ਗਏ ਚਲੋ ਉਹ ਵੀ ਆਪਣੇ ਜੋ ਕਾਲ ਕਰਦੇ ਲੋੜ ਸੀ ਉਹਨਾਂ ਨੂੰ ਆਨਸਰ ਕਰਨ ਦੀ ਤੇ ਉਹਦੇ ਬਾਰੇ ਗੱਲ ਕਰੋ ਹੁਣ ਹਾਂਜੀ ਠੀਕ ਹੈ ਸੋ ਨੈਕਸਟ ਮੈਂ ਵਿਟਾਮਿਨ ਸੀ ਦਾ ਦੱਸ ਚੁੱਕਾ ਪਈ ਉਹਦੇ ਬਾਰੇ ਹੁਣ ਆਪਾਂ ਫਲੋਰਾਈਡ ਤੇ ਚੱਲੀਏ ਹੁਣ ਤੇ ਫਲੋਰਾਈਡ ਹੈਗੀ ਇੱਕ ਚੀਜ਼ ਜਿਹੜੀ ਟੂਥਪੇਸਟ ਵਿੱਚ ਆਮ ਐਡ ਕੀਤੀ ਜਾਂਦੀ ਹੈ ਅੱਜ ਕੱਲ੍ਹ ਤੇ ਉਹਦਾ ਕਹਿੰਦੇ ਵੀ ਫਲੋਰਾਈਡ ਜਿਹੜੀ ਇਹ ਡੈਂਟਲ ਕੈਰੀਜ਼ ਨੂੰ ਪ੍ਰੋਟੈਕਸ਼ਨ ਦਿੰਦੀ ਹੈ ਵੀ ਤੁਹਾਡੇ ਦੰਦ ਨਾ ਖਰਾਬ ਹੋਣ ਤੇ ਮੈਂ ਤੁਹਾਨੂੰ ਦੱਸਦਾ ਵੀ ਸ਼ੁਰੂ ਕਿੱਥੋਂ ਹੋਇਆ ਤੇ ਐਕਚੁਅਲੀ ਇੱਕ ਇੰਡਸਟਰੀ ਸੀ ਤੇ ਉਹਦੇ ਵਿੱਚ ਕੋਈ ਉਹ ਪ੍ਰੋਸੈਸਿੰਗ ਕਰਦੇ ਸੀ ਜਿਹੜਾ ਫਲੋਰਾਈਡ ਸੀ ਉਹ ਐਕਚੁਅਲੀ ਵੇਸਟ ਪ੍ਰੋਡਕਟ ਸੀ ਵਿੱਚੋਂ ਨਿਕਲਦਾ ਤੇ ਉਹਨੇ ਸੋਚਿਆ ਵੀ ਇਹ ਅਸੀਂ ਵੇਸਟ ਕਿਉਂ ਸੁੱਟੀਏ ਇਹਨੂੰ ਕਿਤੇ ਨਾ ਕਿਤੇ ਵਰਤੀਏ ਤੇ ਪਤਾ ਨਹੀਂ ਕਿੱਦਾਂ ਹੋਇਆ ਕੋਈ ਸਟੱਡੀ ਕਰਾਈ ਗਈ ਜਿਹਦੇ ਵਿੱਚ ਉਹਨੇ ਦੱਸਿਆ ਨਹੀਂ ਜੀ ਫਲੋਰਾਈਡ ਜਿਹੜਾ ਇਹ ਦੰਦਾਂ ਲਈ ਵਧੀਆ ਹੁੰਦਾ ਆ ਕਿਉਂਕਿ ਜਿਹੜਾ ਦੰਦ ਦਾ ਇਨੈਮਲ ਹੈ ਬਾਹਰਲਾ ਹਾਰਡ ਸਟਰਕਚਰ ਹੈ ਨਾ ਉਹ ਕੈਲਸ਼ੀਅਮ ਫਲੋਰਾਈਡ ਹੁੰਦਾ ਐਕਚੁਅਲੀ ਤੇ ਨੈਚੁਰਲ ਚੀਜ਼ ਹੈ ਤੁਹਾਡੀ ਬੋਡੀ ਵਿੱਚ ਕੈਲਸ਼ੀਅਮ ਫਲੋਰਾਈਡ ਹੁੰਦਾ ਹੈ ਇਹ ਹੱਡੀਆਂ ਨੂੰ ਤੇ ਦੰਦਾਂ ਨੂੰ ਚਾਹੀਦਾ ਹੁੰਦਾ ਤੇ ਜਿਹੜਾ ਇਹ ਟੂਥਪੇਸਟ ਵਿੱਚ ਪਾਉਂਦੇ ਆ ਉਹ ਹੁੰਦਾ ਸੋਡੀਅਮ ਫਲੋਰਾਈਡ ਤੇ ਫਲੋਰਾਈਡ ਐਕਚੁਅਲੀ ਵਰਤਿਆ ਜਾਂਦਾ ਜਿੱਥੇ ਗਲਾਸ ਵਿੱਚ ਮਾਰਕ ਲਾਉਣੇ ਹੁੰਦੇ ਆ ਗਲਾਸ ਨੂੰ ਡਿਸੋਲਵ ਕਰਨਾ ਹੁੰਦਾ ਉੱਥੇ ਫਲੋਰਾਈਡ ਵਰਤਿਆ ਜਾਂਦਾ ਹੈ ਸੋ ਐਕਚੁਅਲੀ ਇਹ ਹੈਗਾ ਇਹ ਡੇਂਜਰਸ ਕੈਮੀਕਲ ਆ ਤੇ ਮੈਂ ਇਹ ਰეკਮੈਂਡ ਕਰੂੰਗਾ ਸਾਰਿਆਂ ਨੂੰ ਕਿ ਤੁਸੀਂ ਫਲੋਰਾਈਡ ਵਾਲਾ ਟੂਥਪੇਸਟ ਨਾ ਵਰਤਿਆ ਕਰੋ ਤੇ ਨੈਚੁਰਲ ਟੂਥਪੇਸਟ ਮਿਲਦੇ ਆ ਫਲੋਰਾਈਡ ਤੋਂ ਬਿਨਾਂ ਤੇ ਉਹ ਤੁਹਾਡੀ ਹੈਲਥ ਲਈ ਵਧੀਆ ਹੈ ਕਿਉਂਕਿ ਫਲੋਰਾਈਡ ਇੱਕ ਕੈਮੀਕਲ ਆ ਤੁਹਾਡੀ ਬੋਡੀ ਵਿੱਚ ਜਾਏਗਾ ਕੋਈ ਨਾ ਕੋਈ ਨੁਕਸਾਨ ਜ਼ਰੂਰ ਕਰੇਗਾ ਪਰ ਡਾਕਟਰ ਸਾਹਿਬ ਜਿਹੜੀ ਐਡਵਰਟਾਈਜ਼ ਕਰਦੇ ਨੇ ਲੋਕ ਅਸੀਂ ਦੇਖਦੇ ਆ ਬੜੀ ਜਦੋਂ ਵੀ ਐਡਵਰਟਾਈਜ਼ ਹੁੰਦੀ ਉਹ ਬੜੇ ਖੂਬਸੂਰਤ ਤਰੀਕੇ ਨਾਲ ਕਰਦੇ ਨੇ ਬੜਾ ਆਈ ਕੈਚਿੰਗ ਹੁੰਦਾ ਤੇ ਬੰਦਾ ਉਹਦਾ ਜਿੱਦਾਂ ਤੁਸੀਂ ਦੱਸਦੇ ਹੋ ਨੁਕਸਾਨ ਫਾਇਦਾ ਨਹੀਂ ਦੇਖਦਾ ਕਿਉਂਕਿ ਖੂਬਸੂਰਤ ਲੱਗਦੀ ਹੈ ਟੀਵੀ ਦੇ ਉੱਪਰ ਦੇਖ ਕੇ ਬਾਈ ਕਰ ਲੈਂਦੇ ਨੇ ਜੀ ਚਲੋ ਉਹਨਾਂ ਦੀ ਜੌਬ ਹੈ ਐਡਵਰਟਾਈਜ਼ਿੰਗ ਕਰਨ ਵਾਲਿਆਂ ਦੀ ਭਈ ਉਹ ਖੂਬਸੂਰਤ ਤਰੀਕੇ ਨਾਲ ਤੁਹਾਨੂੰ ਦਿਖਾਣ ਪਿਕਚਰ ਤੇ ਤੁਸੀਂ ਕਹਿਣਾ ਹਾਂ ਜੀ ਇਹ ਬਾਕੀ ਵਧੀਆ ਚੀਜ਼ ਆ ਇਹੀ ਲਈਏ ਆਪਾਂ ਥੋੜਾ ਪਿਕਚਰ ਦੇਖ ਲੈਂਦੇ ਹਾਂ ਫਿਰ ਉਹਦੇ ਇਹ ਵਾਲਾ ਤੁਸੀਂ ਗੱਲਾਂ ਕਰ ਰਹੇ ਸੀ ਹੈ ਹਾਂਜੀ ਸੋ ਇਹ ਮੈਂ ਥੋੜਾ ਜਿਹਾ ਆਈਟਮ ਰੱਖੀ ਆ ਵੀ ਡੈਂਟਲ ਹਾਈਜੀਨ ਲਈ ਤੁਸੀਂ ਕੀ ਵਰਤਣਾ ਚਾਹੀਦਾ ਤੇ ਜਦੋਂ ਤੁਸੀਂ ਖਾਣਾ ਖਾਂਦੇ ਆ ਤੁਹਾਡੇ ਜਿਹੜੇ ਗੈਪਸ ਆ ਦੰਦਾਂ ਦੇ ਵਿਚਾਲੇ ਉੱਥੇ ਜ਼ਰੂਰ ਛੋਟਾ ਬਰੀਕ ਫੂਡ ਰਿਮੇਨਸ ਰਹਿ ਜਾਂਦੇ ਆ ਬਿਲਕੁਲ ਤੇ ਉਹ ਆਮ ਬ੍ਰਸ਼ ਕਰਨ ਦੇ ਨਾਲ ਨਹੀਂ ਨਿਕਲਦੇ ਹੈਗੇ
ਤੇ ਉਹਦੇ ਲਈ ਤੁਹਾਨੂੰ ਡੈਂਟਲ ਫਲੋਸ ਵਰਤਣੀ ਚਾਹੀਦੀ ਆ। ਜੇ ਤੁਸੀਂ ਡੈਂਟਲ ਫਲੋਸ ਨਹੀਂ ਕਦੇ ਵਰਤੀ ਹੈ ਨਾ, ਤੁਸੀਂ ਇੱਕ ਵਾਰੀ ਵਰਤ ਕੇ ਦੇਖੋ, ਦੰਦਾਂ ਦੇ ਵਿਚਾਲੇ ਜਦੋਂ ਤੁਸੀਂ ਫੇਰੋਗੇ ਹੈ ਨਾ ਫਲੋਸ, ਤੇ ਉਹਦੇ ਨਾਲ ਤੁਹਾਨੂੰ ਬਰੀਕ ਬਰੀਕ ਦਿਸਣਗੇ ਫੂਡ ਰਿਮੇਨਸ। ਇਹ ਟੂਥਪੇਸਟ ਕਰਕੇ ਆਪਣਾ ਉਸ ਤੋਂ ਬਾਅਦ ਫਲੋਸ ਯੂਜ਼ ਬਾਅਦ ਹਾਂਜੀ ਕਰਕੇ ਦੇਖੋ, ਜ਼ਰੂਰ ਤੁਹਾਨੂੰ ਫੂਡ ਰਿਮੇਨਸ ਵਿੱਚੋਂ ਨਿਕਲਣਗੇ ਤੇ ਉਹਨਾਂ 'ਚੋਂ ਬਦਬੂ ਵੀ ਆਏਗੀ, ਕਿਉਂਕਿ ਉਹ ਜਿਹੜੇ ਫੂਡ ਰਿਮੇਨਸ ਆ ਉਹ ਡਿਕੇ ਹੋਣ ਲੱਗ ਪੈਂਦੇ ਤੇ ਬੈਕਟੀਰੀਆ ਪੈਦਾ ਹੋ ਜਾਂਦੀ ਆ ਤੇ ਉਹ ਫਿਰ ਇਨਫੈਕਸ਼ਨ ਹੋ ਸਕਦਾ ਉਹਦੇ ਨਾਲ। ਠੀਕ ਹੈ ਜੀ। ਤੇ ਤੁਸੀਂ ਫਾਰਮਾਸਿਸਟ ਨੂੰ ਪੁੱਛ ਕੇ ਉਹ ਦੇ ਸਕਦੇ ਤੁਹਾਨੂੰ ਨਾ? ਹਾਂਜੀ, ਡੈਂਟਲ ਫਲੋਸ ਤੁਸੀਂ ਆਮ ਫਾਰਮੇਸੀ ਜਾਂ ਸੁਪਰਮਾਰਕੀਟ 'ਚ ਖਰੀਦ ਸਕਦੇ ਆ ਤੇ ਜ਼ਰੂਰ ਤੁਸੀਂ ਉਹ ਵਰਤਣਾ ਚਾਹੀਦਾ ਹੋ। ਠੀਕ ਹੈ ਜੀ। ਤੇ ਬਾਕੀ ਹੋਰ ਆਈਟਮ ਸੀਗਾ, ਇੱਕ ਛੋਟਾ ਜਿਹਾ ਬ੍ਰਸ਼ ਸੀ ਤੇ ਉਹਨੂੰ ਮੈਂ ਤਾਂ ਬੋਟਲ ਬ੍ਰਸ਼ ਕਹਿੰਦਾ ਹੁੰਦਾ, ਤੇ ਉਹ ਵੀ ਤੁਸੀਂ ਦੰਦਾਂ ਦੇ ਵਿਚਾਲੇ ਫੇਰ ਸਕਦੇ ਬ੍ਰਸ਼, ਤੇ ਉਹ ਵੀ ਜਿਹੜੇ ਡੈਂਟਲ ਫਲੋਸ ਨਹੀਂ ਕੱਢਦਾ ਹੈਗਾ, ਕਈ ਆਈਟਮ ਸਟਿਕੀ ਹੁੰਦੇ ਆ ਨਾ, ਤੇ ਉਹ ਤੁਸੀਂ ਉਹ ਬ੍ਰਸ਼ ਦੇ ਨਾਲ ਲਾ ਸਕਦੇ ਆ। ਤੇ ਜਿਹੜਾ ਉਹ ਟਾਰਟਰ ਬਣ ਜਾਂਦਾ ਆ, ਟਾਰਟਰ ਤੁਸੀਂ ਜਦੋਂ ਡੈਂਟਿਸਟ ਜਾਂਦੇ ਆ ਨਾ, ਉਹ ਖੁਰਚ ਕੇ ਲਾਉਂਦਾ ਆ ਯੈਲੋ ਜਿਹਾ ਡਿਪੋਜ਼ਿਟ, ਉਹ ਐਕਚੁਅਲੀ ਉਹ ਫੂਡ ਰਿਮੇਨਸ ਹੁੰਦੇ ਆ, ਹੌਲੀ ਹੌਲੀ ਉਹ ਬਿਲਡ ਅਪ ਹੁੰਦੇ ਰਹਿੰਦੇ, ਹੌਲੀ ਹੌਲੀ ਬਿਲਡ ਅਪ ਹੁੰਦੇ ਰਹਿੰਦੇ ਆ, ਤੇ ਜਦੋਂ ਬਿਲਡ ਅਪ ਹੋ ਜਾਂਦੇ ਫਿਰ ਤੁਹਾਡੀ ਗਮਸ ਵਿੱਚ ਇਨਫੈਕਸ਼ਨ ਪੈਦਾ ਹੋਣ ਲੱਗ ਪੈਂਦਾ ਤੇ ਉਹਨੂੰ ਫਿਰ ਜਿੰਜੀਵਾਈਟਿਸ ਕਹਿੰਦੇ ਆ। ਤੇ ਉਹਦਾ ਨਿਸ਼ਾਨੀ ਇਹ ਹੁੰਦੀ, ਜਦ ਤੁਸੀਂ ਬ੍ਰਸ਼ ਕਰਦੇ ਨਾ ਥੋੜਾ ਜਿਹਾ ਖੂਨ ਆਉਣ ਲੱਗ ਪੈਂਦਾ ਹੈ, ਜਦੋਂ ਤੁਸੀਂ ਥੁੱਕਦੇ ਆ ਬਾਹਰ ਹੈ ਨਾ ਟੂਥਪੇਸਟ, ਉਹਦੇ ਵਿੱਚ ਥੋੜਾ ਜਿਹਾ ਖੂਨ ਹੁੰਦਾ ਹੈ, ਇਹਦਾ ਮਤਲਬ ਤੁਹਾਡੀ ਜਿੰਜੀਵਾਈਟਿਸ ਸ਼ੁਰੂ ਹੋ ਗਈ ਆ ਤੇ ਤੁਹਾਨੂੰ ਇਹਦੇ ਲਈ ਪਹਿਲੀ ਟ੍ਰੀਟਮੈਂਟ ਕਰਾਉਣਾ ਚਾਹੀਦਾ। ਜੇ ਤੁਸੀਂ ਨਹੀਂ ਟ੍ਰੀਟਮੈਂਟ ਕਰਾਉਂਦੇ ਹੈਗੇ ਤਾਂ ਉਹ ਫਿਰ ਇਨਫੈਕਸ਼ਨ ਜਿਹੜਾ ਕ੍ਰੋਨਿਕ ਹੋ ਜਾਂਦਾ ਤੇ ਡੂੰਘਾ ਚਲੀ ਜਾਂਦਾ ਤੁਹਾਡੇ ਗਮਸ ਵਿੱਚ। ਅੱਛਾ। ਹਾਂ, ਜਦੋਂ ਡੂੰਘਾ ਚਲੀ ਜਾਂਦਾ ਫਿਰ ਜੇ ਦੰਦਾਂ ਦੇ ਲਿਗਾਮੈਂਟਸ ਹੁੰਦੇ ਆ ਜਿਨ੍ਹਾਂ ਨਾਲ ਉਹ ਅਟੈਚਮੈਂਟ ਹੁੰਦਾ ਹੈ ਤੇ ਉੱਥੇ ਪਹੁੰਚ ਜਾਂਦਾ, ਫਿਰ ਉਹ ਇਨਫੈਕਸ਼ਨ ਜਿਹੜਾ ਉਹਨਾਂ ਨੂੰ ਡਿਸੋਲਵ ਕਰਨ ਲੱਗ ਪੈਂਦਾ ਹੈ ਤੇ ਗਮ ਪੌਕਟਸ ਬਣ ਜਾਂਦੇ ਆ ਡੂੰਘੇ ਡੂੰਘੇ, ਤੇ ਇਹ ਖਤਰਨਾਕ ਚੀਜ਼ ਆ। ਤੇ ਉਹ ਫਿਰ ਦੰਦ ਜਿਹੜੇ ਹੌਲੀ ਹੌਲੀ ਢਿੱਲੇ ਹੋ ਕੇ ਨਿਕਲ ਸਕਦੇ ਆ। ਦਿਸ ਇਜ਼ ਉਹ ਪੈਰੀਓਡੋਂਟਲ ਡਿਜ਼ੀਜ਼ ਇਹਨੂੰ ਕਹਿੰਦੇ ਆ। ਤੇ ਇਦਾਂ ਦੇ ਤੁਹਾਨੂੰ ਵਰਤਣੇ ਚਾਹੀਦੇ ਆ। ਤੇ ਇੱਕ ਸੀਗਾ ਵੱਡਾ ਆਈਟਮ ਤੁਸੀਂ ਦੇਖਿਆ ਹੋਣਾ, ਉਹ ਹੈਗਾ ਵਾਟਰ ਫਲੋਸਰ ਆ ਉਹਨੂੰ ਕਹਿੰਦੇ। ਹਾਂਜੀ, ਦੈਟਸ ਰਾਈਟ। ਇਹ ਜਿਹੜਾ ਵੱਡਾ ਆਈਟਮ ਆ ਇਹ ਵਾਟਰ ਫਲੋਸਰ ਆ, ਤੇ ਇਹ ਵੀ ਤੁਸੀਂ ਵਰਤ ਸਕਦੇ। ਇਹਨਾਂ ਬਹੁਤ ਜ਼ੋਰ ਨਾਲ ਪਾਣੀ ਦਾ ਜੈਟ ਨਿਕਲਦਾ ਆ ਤੇ ਇਹ ਵੀ ਡਿਸਪਲੇਸ ਕਰ ਦਿੰਦਾ ਹੈ ਜਿਹੜੇ ਐਸਪੈਸ਼ਲੀ ਜਿਹੜੇ ਗਮਸ ਦੇ ਥੱਲੇ ਚੱਲੀ ਜਾਂਦਾ ਫੂਡ ਹੈ ਨਾ। ਤੇ ਡੈਂਟਿਸਟ ਵੀ ਅੱਜ ਕੱਲ੍ਹ ਲਾਈਕ ਅ ਪੰਪ, ਹਾਂ ਇਹਦੇ ਵਿੱਚ ਮੋਟਰ ਲੱਗੀ ਆ ਤੇ ਤੁਸੀਂ ਪਾਣੀ ਨਾਲ ਭਰ ਲੈਣਾ ਇਹਨੂੰ ਤੇ ਉਹ ਫਿਰ ਏਦਾਂ ਜੈਟ ਮਾਰਦਾ ਆ ਤੇ ਉਹ ਤੁਸੀਂ ਜਿਹੜੇ ਗਮਸ ਨਾ ਬਿਲੋ ਦਾ ਗਮ ਲਾਈਨ ਪਹੁੰਚ ਸਕਦੇ ਉਹਦੇ ਨਾਲ ਕਰਕੇ ਫੋਰਸ ਨਾਲ ਜੈਟ ਆਉਂਦਾ ਨਾ ਤੇ ਉੱਥੋਂ ਮੈਂ ਕਲੀਨ ਕਰ ਦਿੰਦਾ ਹੈ ਕਿ ਉੱਥੇ ਜੈਟ ਮਾਰਨਾ ਦਿੰਦਾ। ਹਾਂ ਦੈਟਸ ਰਾਈਟ, ਉੱਥੇ ਜੈਟ ਮਾਰਨਾ ਫਿਰ ਬਿਲੋ ਦਾ ਗਮ ਲਾਈਨ ਉਹ ਸਾਰਾ ਜਿਹੜਾ ਡੈਬਰੀ ਹੈ ਨਾ ਕਲੀਨ ਆਊਟ ਕਰ ਦਿੰਦਾ ਹੈ ਕਿਉਂਕਿ ਬ੍ਰਸ਼ ਨਾਲ ਨਿਕਲ ਨਹੀਂ ਸਕਦਾ। ਬਿਲਕੁਲ ਯਾ ਸੋ ਵੈਰੀ ਇੰਪੋਰਟੈਂਟ ਟੂ ਯੂਜ਼ ਥੀਸ ਥਿੰਗਸ। ਤੇ ਬਾਕੀ ਹੈਗਾ ਇਹ ਕਲੋਹੈਕਸਡੀਨ ਮਾਊਥ ਵਾਸ਼ ਇੱਕ ਮਿਲਦਾ ਤੇ ਉਹਦੇ ਵਿੱਚ ਇੱਕ ਐਂਟੀ ਬੈਕਟੀਰੀਅਲ ਚੀਜ਼ ਪਾਈ ਆ ਤੇ ਮੈਂ ਇਹ ਰეკਮੈਂਡ ਕਰਦਾ ਵੀ ਤੁਸੀਂ ਉਹ ਜਿਹੜਾ ਬ੍ਰਸ਼ ਵਿੱਚ ਫੇਰਨਾ ਹੈ ਨਾ ਬਿਟਵੀਨ ਦ ਟੀਥ ਉਹਦੇ ਵਿੱਚ ਪਹਿਲਾਂ ਡਿਪ ਕਰਕੇ ਤਾਂ ਉਹ ਲਾਓ ਤੇ ਜਿਹੜੀ ਕੋਈ ਬੈਕਟੀਰੀਆ ਹੋਗੀ ਉਹਨੂੰ ਉਹ ਮਾਰ ਦੇਗਾ। ਬਿਲਕੁਲ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਡੈਂਟਲ ਹਾਈਜੀਨ ਕਿ ਨਹੀਂ ਕਰਦੇ ਹੈਗੇ ਫਿਰ ਹੌਲੀ ਹੌਲੀ ਤੁਹਾਡੇ ਦੰਦ ਖਰਾਬ ਹੋਣ ਲੱਗ ਪੈਂਦੇ ਐਂਡ ਯੂ ਲੂਜ਼ ਯੋਰ ਟੀਥ, ਫਿਰ ਡੈਂਚਰਸ ਲਵਾਉਣੇ ਪੈਂਦੇ ਆ। ਮੈਂ ਦੱਸਦਾ ਜਮਾ ਜੋ ਤੁਹਾਨੂੰ ਪਿਕਚਰ ਤੁਸੀਂ ਦੇਖਿਆ ਇਹ ਨਹੀਂ ਕਿ ਅਸੀਂ ਐਡਵਰਟਾਈਜ਼ ਕਰ ਰਹੇ, ਇਟਸ ਵਨ ਆਫ ਦਾ ਬ੍ਰਾਂਡ ਤੁਹਾਨੂੰ ਦਿਖਾਇਆ ਗਿਆ। ਬੜੇ ਤਰ੍ਹਾਂ ਦੇ ਬ੍ਰਾਂਡ ਮਿਲਦੇ ਨੇ ਬੰਦਿਆਂ ਨੂੰ, ਆਪਣਾ ਤੁਸੀਂ ਫਾਰਮੇਸੀ ਨੂੰ ਪੁੱਛ ਕੇ ਕਿਹੜਾ ਤੁਹਾਨੂੰ ਸੂਟ ਕਰਦਾ ਕਿਹੜਾ ਅੱਛਾ ਤੁਸੀਂ ਉਹ ਲੈ ਸਕਦੇ ਹੋ। ਇੱਦਾਂ ਦੀ ਆਈਟਮਾਂ ਜ਼ਰੂਰ ਕੋਸ਼ਿਸ਼ ਕਰੋ ਕਿ ਤੁਸੀਂ ਯੂਜ਼ ਕਰੋ, ਲੇਕਿਨ ਬ੍ਰਾਂਡ ਦਾ ਨਾ ਵਰੀ ਕਰੋ। ਫਾਰਮੇਸੀ ਨੂੰ ਪੁੱਛ ਕੇ ਤੁਸੀਂ ਤਰ੍ਹਾਂ ਦੇ ਮਿਲਦੇ ਤੁਸੀਂ ਲੈ ਸਕਦੇ ਹੋ। ਡਾਕਟਰ ਸਾਹਿਬ ਇਹ ਜਿਹੜੇ ਹੁਣ ਅਸੀਂ ਗੱਲ ਕਰਦੇ ਹਾਂ ਜਦੋਂ ਲੋਕਾਂ ਦੇ ਹੁਣ ਮੈਨੂੰ ਬੜੀ ਸਮਝ ਪੈ ਗਈ, ਬੜੀ ਦਫਾ ਲੋਕਾਂ ਦੇ ਕਈ ਯੰਗ ਏਜ 'ਚ ਸਾਰੇ ਦੰਦ ਨਿਕਲ ਜਾਂਦੇ ਨੇ, ਸਮ ਆਰ ਏਬਲ ਟੂ ਮੇਨਟੇਨ ਫॉर ਅ ਵੈਰੀ 올ਡਰ ਏਜ। ਇਹ ਫਿਰ ਉਹੀ ਰੀਜ਼ਨ ਹੋਇਆ ਕਿ ਉਹਦੀ ਲੁੱਕ ਆਫਟਰ ਦੀ। ਹਾਂ ਇਹੀ ਹੈ, ਲੁੱਕ ਆਫਟਰ ਨਹੀਂ ਕੀਤੀ ਗਈ। ਤੇ ਇਸ ਮੁਲਕ ਵਿੱਚ ਬੱਚਿਆਂ ਨੂੰ ਸਵੀਟਸ ਬਹੁਤ ਦਿੰਦੇ ਖਾਣ ਨੂੰ ਤੇ ਸਵੀਟਸ ਵਿੱਚ ਉਹਨਾਂ ਵਿੱਚ ਸ਼ੂਗਰ ਹੁੰਦੀ ਆ ਤੇ ਖਾਸ ਉਹ ਸਟਿਕੀ ਜਿਹੀ ਹੁੰਦੀ ਆ ਤੇ ਉਹ ਦੰਦਾਂ ਦੇ ਨਾਲੇ ਚਿੰਬੜ ਜਾਂਦੀ ਆ। ਜਦੋਂ ਸ਼ੂਗਰ ਚਿੰਬੜ ਜਾਂਦੀ ਫਿਰ ਬੈਕਟੀਰੀਆ ਜਿਹੜੀ ਮੂੰਹ ਵਿੱਚ ਨੈਚੁਰਲ ਬੈਕਟੀਰੀਆ ਤਾਂ ਕਾਫੀ ਹੁੰਦੇ ਆ ਤੇ ਉਹ ਸ਼ੂਗਰ ਨੂੰ ਬ੍ਰੇਕ ਡਾਊਨ ਕਰਦੇ ਜਦੋਂ ਉਹਦੀ ਐਸਿਡ ਬਣ ਜਾਂਦੀ ਹੈ ਪ੍ਰੋਡਕਟ, ਉਹ ਐਸਿਡ ਫਿਰ ਦੰਦਾਂ ਨੂੰ ਡਿਸੋਲਵ ਕਰਨ ਲੱਗ ਪੈਂਦਾ ਹੈ, ਫਿਰ ਉਹ ਡੈਂਟਲ ਕੈਰੀਜ਼ ਬਣ ਜਾਂਦੇ। ਕਹਿੰਦੇ ਇਸ ਕੰਟਰੀ ਵਿੱਚ ਪਤਾ ਨਹੀਂ ਕਿੰਨੇ ਲੱਖ ਬੱਚੇ ਆ 12 ਸਾਲ ਤੋਂ ਥੱਲੇ ਜਿਨ੍ਹਾਂ ਦੇ ਦੰਦ ਕੱਢਣੇ ਪਏ ਡੈਂਟਿਸਟ ਨੂੰ ਕਰਕੇ ਦੇ ਵਰ ਡਿਕੇਡ ਸਿਰਫ ਇਹ ਸਵੀਟਾਂ ਖਾਣ ਨਾਲ ਆ। ਸੋ ਕਦੇ ਵੀ ਬੱਚਿਆਂ ਨੂੰ ਸਵੀਟਾਂ ਨਾ ਦਿਓ ਖਾਣ ਨੂੰ। ਆਪਾਂ ਜਰਾ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਸਾਹਿਬ ਨੂੰ ਸਵਾਲ ਪੁੱਛਣਾ ਵੀ ਇੱਕ ਤਾਂ ਮੈਂ ਭਾਰ ਘਟਾਉਣ ਦੇ ਕੁਝ ਟਿਪਸ ਦਿਓ ਤੇ ਦੂਜਾ ਮੇਰੇ ਹੱਥ ਪੈਰ ਬਹੁਤ ਸੁੰਦੇ ਆ। ਹਾਂਜੀ, ਤੁਹਾਡਾ ਨਾਮ ਕੀ ਹੈ ਦੱਸ ਸਕਦੇ ਹੋ, ਕਿੱਥੋਂ ਬੋਲਦੇ ਹੋ? ਜੀ ਮੈਂ ਦੇਵ ਸਿੰਘ ਬੁਰਹਾਮਪਟਨ ਤੋਂ ਬੋਲਦਾ ਜੀ। ਅੱਛਾ ਜੀ, ਥੈਂਕ ਯੂ। ਚਲੋ ਡਾਕਟਰ ਸਾਹਿਬ ਤੁਹਾਨੂੰ ਸੁਣੋ ਕੀ ਕਹਿ ਰਹੇ ਨੇ, ਕੋਈ ਜਵਾਬ ਦੇ ਸਕਦੇ? ਹਾਂਜੀ ਭਾਜੀ, ਕੋਈ ਹੋਰ ਬਿਮਾਰੀ ਵੀ ਹੈ?
ਬਲੱਡ ਪ੍ਰੈਸ਼ਰ ਵੱਧ ਗਿਆ ਨਾਲ। ਹਾਂਜੀ, ਡਾਇਬੀਟਿਸ ਵੀ ਆ? ਨਹੀਂ, ਬਾਕੀ ਠੀਕ ਹੈ। ਬਾਕੀ ਠੀਕ ਹੈ। ਦੇਖੋ ਜੀ ਭਾਈ, ਤੁਹਾਡੀ ਕੋਈ ਖਾਸ ਬਿਮਾਰੀ ਨਹੀਂ ਹੈਗੀ, ਸੋ ਤੁਸੀਂ weight ਆਪਣਾ ਈਜ਼ੀ ਕੰਟਰੋਲ ਕਰ ਸਕਦੇ ਹੋ। ਤੇ ਤੁਸੀਂ ਫਰੈਸ਼ ਚੀਜ਼ਾਂ ਖਾਓ, ਸੈਲਡਸ ਖਾਓ, ਸਬਜ਼ੀਆਂ ਜ਼ਿਆਦਾ ਖਾਓ ਤੇ ਫਰੂਟਸ ਖਾਓ, ਤੇ ਜਿਹੜੀਆਂ ਤੁਸੀਂ ਕਾਰਬੋਹਾਈਡਰੇਟਸ ਆ ਉਹ ਘਟਾ ਦਿਓ। ਠੀਕ ਹੈ ਜੀ। ਠੀਕ ਹੈ। ਤੇ ਐਕਸਰਸਾਈਜ਼ ਜ਼ਰੂਰ ਕਰੋ, ਕਿਉਂਕਿ ਜਿੰਨਾ ਐਕਸਟਰਾ ਬੋਡੀ ਵਿੱਚ ਫੈਟ ਹੁੰਦਾ ਹੈ ਉਹਨੂੰ ਐਕਸਰਸਾਈਜ਼ ਖੋਰਦੀ ਆ। ਠੀਕ ਹੈ। ਤੇ ਹੱਥ ਪੈਰ ਸੌਣ ਦੇ ਕਾਰਨ ਕੁਝ? ਹੱਥ ਪੈਰ ਸੌਣ ਦੇ ਇਹ ਤੁਹਾਡੇ ਹੋ ਸਕਦਾ ਵੀ ਜਿਹੜੀਆਂ ਨਰਵਸ ਆ ਥੋੜ੍ਹੀਆਂ ਵਿੱਚ ਕਿਤੇ ਡੈਮੇਜ ਹੋਈਆਂ, ਕਿਉਂਕਿ ਤੁਹਾਡਾ ਭਾਰ ਜ਼ਿਆਦਾ ਆ। ਹਾਂਜੀ। ਤੇ ਉਹ ਫਿਰ ਤੁਹਾਡੀ ਜਿਹੜੀ ਸ਼ੂਗਰ ਜ਼ਿਆਦਾ ਸਰਕੂਲੇਟ ਕਰਦੀ ਹੈ ਨਾ ਬੋਡੀ ਵਿੱਚ, ਠੀਕ, ਤੇ ਉਹ ਨਰਵਸ ਨੂੰ ਕਈ ਵਾਰੀ ਡੈਮੇਜ ਕਰ ਦਿੰਦੀ ਹੈ। ਠੀਕ, ਤੇ ਉਹਦੇ ਲਈ ਅਸੀਂ ਦਵਾਈ ਤੁਹਾਨੂੰ ਦੇਵਾਂਗੇ। ਠੀਕ ਹੈ ਜੀ। ਠੀਕ ਹੈ ਜੀ। ਥੈਂਕ ਯੂ ਜੀ ਭਾਜੀ ਤੁਹਾਡਾ ਕਾਲ ਕਰਨ ਦਾ। ਤੇ ਤੁਸੀਂ ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ, ਫਿਰ ਜਿਹੜੀ ਤੁਸੀਂ ਗੱਲ ਔਨ 에ਅਰ ਨਹੀਂ ਕਰ ਸਕੇ ਨਾ, ਖੁੱਲ ਕੇ ਕਰਿਓ ਤੇ ਤੁਹਾਡੇ ਨਾਲ ਫਿਰ ਜੋ ਵੀ ਇਲਾਜ ਹੈ ਡਾਕਟਰ ਸਾਹਿਬ ਬੜੇ ਦਵਾ ਵਗੈਰਾ ਹੈਗੇ ਨੇ, ਤੇ ਕੁਝ ਨਾ ਕੁਝ ਪੱਕਾ ਤੁਹਾਡਾ ਹੋ ਸਕਦਾ ਹੈ। ਥੈਂਕ ਯੂ ਤੁਹਾਡੇ ਕਾਲ ਕਰਨ ਦਾ ਭਾਜੀ। ਭਾਜੀ ਸਤਿ ਸ਼੍ਰੀ ਅਕਾਲ। ਭਾਜੀ ਦੇਖੋ ਇਦਾਂ ਦੀ ਆਪਾਂ ਪਹਿਲਾਂ ਉਹਦੀ ਫਲੋਸ ਤੇ ਗੱਲਾਂ ਕਰਦੇ, ਡੈਂਟਿਸਟ, ਫਿਰ ਆਪਾਂ ਦੂਜੇ ਪਾਸੇ ਨਿਕਲ ਜਾਂਦੇ ਹਾਂ। ਉਹਦੀ ਕੰਪਲੀਟ ਕਰੋ। ਤੇ ਇਹ ਜਿਹੜਾ ਹੁਣ ਹੈਗਾ ਚੀਜ਼ਾਂ ਤੁਸੀਂ ਦੱਸਦੇ ਹੋ ਭਾਜੀ, ਅੱਧੇ ਤਾਂ ਲੋਕ ਬਹੁਤ ਘੱਟ ਲੋਕ ਹੋਣੇ ਕਿ ਜਿਹੜਾ ਰਾਤ ਨੂੰ ਵੀ ਬ੍ਰਸ਼ ਕਰਦੇ ਨੇ, ਇੱਕ ਦਫਾ ਸੁਬਾਹ ਕਰਕੇ ਵਾਪਸ ਰਿਪੀਟ ਨਹੀਂ ਹੁੰਦਾ। ਹਾਂਜੀ, ਉਹ ਤੇ ਸਾਰਿਆਂ ਨੂੰ ਵਰਸਟ ਹੋਇਆ ਨਾ। ਫਿਰ ਇਟਸ ਵਰਸ ਬਿਕੋਜ਼ ਸਾਰਾ ਦਿਨ ਤੁਹਾਡੇ ਫੂਡ ਰਿਮੇਨਸ ਜਿਹੜੇ ਉਹ ਦੰਦਾਂ ਦੇ ਵਿੱਚ ਹੀ ਰਹਿੰਦੇ ਆ। ਹਾਂਜੀ, ਬਰੀਕ ਬਰੀਕ ਰਿਮੇਨਸ ਆ, ਤੇ ਉੱਥੇ ਫਿਰ ਬੈਕਟੀਰੀਆ ਉਹਨਾਂ ਨੂੰ ਡਿਟੀਰੀਓਰੇਟ ਕਰਦੀ ਆ, ਤੇ ਇਨਫੈਕਸ਼ਨ ਸ਼ੁਰੂ ਹੋ ਜਾਂਦਾ ਆ, ਡਿਕੇ ਸ਼ੁਰੂ ਹੋ ਜਾਂਦੀ ਆ, ਤੇ ਗਮਸ ਖਰਾਬ ਹੋਣ ਲੱਗ ਪੈਂਦੇ। ਸੋ ਕਈ ਤਾਂ ਸਵੇਰ ਨੂੰ ਉੱਠ ਕੇ ਬ੍ਰਸ਼ ਕਰ ਲੈਂਦੇ ਆ, ਬਾਅਦ ਚ ਬ੍ਰੈਕਫਾਸਟ ਖਾ ਲੈਂਦੇ ਆ, ਉਹ ਫਿਰ ਫੂਡ ਰਿਮੇਨ ਸਾਰਾ ਦਿਨ ਤੁਹਾਡੇ ਮੂੰਹ 'ਚ ਹੀ ਰਹਿੰਦੇ ਆ। ਮੈਂ ਤਾਂ ਇਹ ਰეკਮੈਂਡ ਕਰੂੰਗਾ ਤੁਸੀਂ ਪਹਿਲਾਂ ਬ੍ਰੈਕਫਾਸਟ ਖਾਓ, ਉਦਾਂ ਪਹਿਲਾਂ ਕੁਲਲੀ ਕਰ ਲਓ, ਮਾਊਥ ਕਲੀਨ ਕਰ ਲਓ, ਪਰ ਖਾਣ ਤੋਂ ਬਾਅਦ ਬ੍ਰਸ਼ ਕਰੋ ਜ਼ਰੂਰ। ਇਹ ਵੀ ਬੜਾ ਸੈਂਸਿਬਲ ਗੱਲ ਆ। ਪਾਸੇ ਕਾਲ ਲੈ ਲੈਂਦੇ ਆ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੌਣ ਬੋਲਦੇ ਹੋ? ਮੈਂ ਮਿਸਿਸ ਗਰੇਵਾਲ ਬੋਲ ਰਹੀ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਭਾਜੀ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਨਹੀਂ ਚਾਹੁੰਦੀ, ਮੈਂ ਸਿਰਫ ਥੋੜਾ ਜਿਹਾ ਦੱਸਣਾ ਚਾਹੁੰਦੀ ਹਾਂ। ਹਾਂਜੀ। ਮੈਂ ਡਾਕਟਰ ਬੈਂਸ ਦੇ ਨਾਲ ਟ੍ਰੀਟਮੈਂਟ ਲੈਂਦੀ ਹਾਂ, ਤੇ ਮੈਂ ਪ੍ਰੋਗਰਾਮ ਤੁਹਾਡਾ ਐਵਰੀ ਵੀਕ ਦੇਖ ਰਹੀ ਹਾਂ। ਰੈਗੂਲਰਲੀ ਆਈ ਬੀਨ ਵਾਚਿੰਗ ਦੈਟ ਪ੍ਰੋਗਰਾਮ। ਵੈਰੀ ਗੁੱਡ। ਪ੍ਰੋਗਰਾਮ ਇਜ਼ ਵੈਰੀ ਗੁੱਡ ਐਂਡ ਆਈ ਲਾਈਕ ਦੈਟ। ਬਟ ਮੈਂ ਕਈ ਥੋੜੀ ਜਿਹੀ ਗੱਲਾਂ ਆਬਜ਼ਰਵ ਕਰ ਰਹੀ ਹਾਂ। ਉਹ ਏਦਾਂ ਆ ਵੀ ਕਈ ਲੋਕ ਮਤਲਬ ਨਾ ਜਿੱਦਾਂ ਟ੍ਰੀਟਮੈਂਟ ਵਿੱਚ ਹੀ ਜਿੱਦਾਂ ਬਿਲੀਵ ਨਹੀਂ ਕਰਦੇ ਹੈਗੇ। ਮੇਨ ਥਿੰਗ ਬਿਲੀਵ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਵੀ ਹੋਮਿਓਪੈਥਿਕ ਕੀ ਚੀਜ਼ ਆ। ਬਿਲਕੁਲ ਬਿਲਕੁਲ। ਸਭ ਤੋਂ ਪਹਿਲਾਂ ਤੁਹਾਨੂੰ ਫਾਈਂਡ ਆਊਟ ਕਰਨਾ ਪੈਣਾ ਵੀ ਹੋਮਿਓਪੈਥਿਕ ਵਰਕ ਕਿੱਦਾਂ ਕਰਦੀ ਆ। ਦੂਸਰੀ ਗੱਲ, ਜੇ ਕਰਦੀ ਆ ਤਾਂ ਇਹ ਸਲੋ ਵਰਕ ਕਰਦੀ ਆ। ਸਾਡੇ ਲੋਕ ਜਿਹੜੇ ਆ ਉਹ ਬਹੁਤਾ ਜਿੱਦਾਂ ਸਬਰ ਨਹੀਂ ਕਰਦੇ ਹੈਗੇ, ਉਹ ਐਲੋਪੈਥਿਕ ਨੂੰ ਜਲਦੀ ਉਹ ਗੋਲੀ ਖਾ ਕੇ ਆਰਾਮ ਚਾਹੁੰਦੇ ਆ। ਬਿਲਕੁਲ ਬਿਲਕੁਲ। ਹੋਮਿਓਪੈਥਿਕ ਡਸਨਟ ਵਰਕ ਲਾਈਕ ਦੈਟ। ਮੈਂ ਮਿਸਟਰ ਬੈਂਸ ਡਾਕਟਰ ਤੋਂ ਨਾਲ ਹੋਣ ਤੋਂ ਪਹਿਲਾਂ ਮੈਂ ਹੰਬਰਿਜ ਵੈਲਸ ਵਿੱਚ ਸੀਗੀ ਹੋਮਿਓਪੈਥਿਕ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਇੱਕ ਗੱਲ ਬੜੀ ਅੱਛੀ ਸਮਝਾਈ ਸੀਗੀ। ਉਹ ਇਹ ਸੀਗੀ, ਉਹ ਕਹਿੰਦੇ ਜਿੱਦਾਂ ਅਨੀਅਨ ਹੁੰਦਾ ਜਿਹਨੂੰ ਆਪਾਂ ਪਿਆਜ਼ ਜਾਂ ਗੰਢਾ ਸਕਦੇ ਆ ਪੰਜਾਬੀ ਵਿੱਚ, ਉਹ ਕਹਿੰਦੇ ਵੀ ਜਿੱਦਾਂ ਹੌਲੀ ਹੌਲੀ ਪਰਤ ਲੈਂਦੀ ਆ, ਲੇਅਰ ਲੈਂਦਾ ਆ, ਏਦਾਂ ਹੌਲੀ ਹੌਲੀ ਇਹ ਬਿਮਾਰੀ ਮਤਲਬ ਨਾ ਹੌਲੀ ਹੌਲੀ ਘਟਦੀ ਆ। ਜਿੰਨਾ ਚਿਰ ਤੁਸੀਂ ਗੰਢੇ ਦੀ, ਪਿਆਜ਼ ਦੀ ਕਹਿ ਲਓ ਰੂਟਸ ਤੱਕ ਨਹੀਂ ਪਹੁੰਚਦੇ, ਉਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਹਾਡੇ ਕੋਲ ਬਿਮਾਰੀ ਆਈ ਕਿਉਂ ਆ ਤਾਂ ਕਿੱਥੋਂ ਆਈ ਆ। ਬਿਲਕੁਲ। ਇਹ ਉਹਨਾਂ ਨੇ ਮੈਨੂੰ ਹੰਬਰਿਜ ਵੈਲਸ ਵਾਲੇ ਡਾਕਟਰ ਨੇ ਸਮਝਾਈ ਸੀ ਬਿਫੋਰ ਮੇਰੀ ਟ੍ਰੀਟਮੈਂਟ ਤੋਂ। ਪਰ ਉਹਨਾਂ ਨੇ ਇੰਨੀ ਅੱਛੀ ਤਰ੍ਹਾਂ ਸਮਝਾਈ ਵੀ ਮੇਰੇ ਨਾ ਦਿਮਾਗ 'ਚੋਂ ਗੱਲ ਬੈਠ ਗਈ। ਤੁਹਾਨੂੰ ਪਹਿਲਾਂ ਫਾਈਂਡ ਆਊਟ ਕਰਨਾ ਪੈਣਾ ਵੀ ਹੋਮਿਓਪੈਥਿਕ ਕੀ ਚੀਜ਼ ਆ ਔਰ ਕਿੱਦਾਂ ਵਰਕ ਕਰਦੀ ਆ। ਬਹੁਤ ਅੱਛੇ, ਵੈਰੀ ਨਾਈਸ। ਇਟਸ ਅ ਸਲੋ ਪ੍ਰੋਸੈਸ। ਹੌਲੀ ਆਰਾਮ ਆਉਂਦਾ, ਪਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਜੇ ਤੁਸੀਂ ਮਿਸਟੇਕ ਨਾਲ ਕੋਈ ਗੋਲੀ ਖਾ ਵੀ ਲੈਣੇ ਹੋਮਿਓਪੈਥਿਕ ਵਾਲੀ ਤਾਂ ਤੁਹਾਨੂੰ ਇਹਦਾ ਨੁਕਸਾਨ ਨਹੀਂ ਹੈਗਾ। ਠੀਕ ਹੈ। ਪਰ ਜਿਹੜੀ ਤੁਸੀਂ ਐਲੋਪੈਥਿਕ ਐਕਸਟਰਾ ਖਾ ਲੈਂਦੇ ਆ ਉਹਦੇ ਸਾਈਡ ਇਫੈਕਟ ਵੀ ਕਈ ਆ, ਉਹਨੂੰ ਤੁਹਾਨੂੰ ਡੈਮੇਜ ਵੀ ਕਰਨਾ ਆ। ਪਰ ਹੋਮਿਓਪੈਥਿਕ ਇਜ਼ ਮਾਈ ਬਿਲੀਵ, ਮੇਰਾ ਆਪਣਾ ਜਿਹੜਾ ਸਟਰੋਂਗਲੀ ਬਿਲੀਵ ਆ, ਇਟਸ ਵੈਰੀ ਗੁੱਡ। ਕਿਉਂਕਿ ਮੇਰੇ ਕੋਲ ਇੰਨੀਆਂ ਬਿਮਾਰੀਆਂ ਰਹੀਆਂ, ਤੁਸੀਂ ਕਹਿ ਸਕਦੇ ਆ ਆਮ ਅ ਪੈਕੇਜ ਆਫ ਇਲਨੈਸ। ਮੇਰੇ ਕੋਲ ਪੈਨਿਕ ਅਟੈਕ ਰਿਹਾ, ਮੇਰੇ ਕੋਲ ਐਂਜ਼ਾਈਟੀ ਰਹੀ, ਰਾਤ ਨੂੰ ਉੱਠ ਕੇ ਮੈਂ ਚੀਕਾਂ ਮਾਰਦੀ ਹੁੰਦੀ ਸੀਗੀ, ਘਬਰਾ ਜਾਂਦੀ ਸੀ, ਮੈਨੂੰ ਕੁਝ ਹੋ ਚੱਲਿਆ।
ਐਂਡ ਮੈਂ ਐਸਥਮੈਟਿਕ ਵੀ ਹੈਗੀ ਆ, ਮੇਰੇ ਕੋਲ ਡਿਜ਼ੀਨੈਸ ਦੀ ਵੀ ਪ੍ਰੋਬਲਮ ਹੈਗੀ ਆ, ਮੇਰੇ ਕੋਲ ਬਹੁਤ ਪ੍ਰੋਬਲਮਸ ਆ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਪੈਕੇਜ ਆ, ਪਰ ਡਾਕਟਰ ਬੈਂਸ ਦੇ ਨਾਲ ਮੈਨੂੰ ਇੰਨੀਆਂ ਚੀਜ਼ਾਂ ਤੋਂ ਆਰਾਮ ਆਇਆ। ਮੇਰੀ ਰਾਤ ਦੀਆਂ ਚੀਕਾਂ ਮਾਰਨੀਆਂ ਹਟੀਆਂ, ਮੈਨੂੰ ਪੈਨਿਕ ਅਟੈਕ ਹਟੇ, ਮੇਰੀ ਐਂਜ਼ਾਈਟੀ ਘਟੀ, ਮੇਰੇ ਡਿਜ਼ੀਨੈਸ ਘਟੇ। ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਹਾਊ ਗੁੱਡ ਆਈ ਫੀਲ। ਐਂਡ ਇੱਕ ਗੱਲ ਹੋਰ ਮੈਂ ਕਹਿਣਾ ਚਾਹਾਂਗੀ, ਮੈਂ 10 ਸਾਲ ਘਰੋਂ ਨਿਕਲ ਕੇ ਨਹੀਂ ਦੇਖਿਆ, ਮੇਰੀ ਇੰਨੀ ਹਾਲਤ ਜ਼ਿਆਦਾ ਖਰਾਬ ਸੀਗੀ। ਪਰ ਬੀਇੰਗ ਵਿਦ ਡਾਕਟਰ ਬੈਂਸ ਮੈਂ ਹੌਲੀ ਹੌਲੀ ਬਾਹਰ ਨਿਕਲਣ ਲੱਗੀ, ਹੌਲੀ ਹੌਲੀ ਮੈਂ ਸ਼ਾਪਿੰਗ ਜਾਣ ਲੱਗੀ। ਮੈਂ ਹੁਣ 2-2 3-3 ਘੰਟੇ ਵੀ ਸ਼ਾਪਿੰਗ ਚਲ ਜਾਂਦੀ ਆ। ਮੈਂ ਆਮ ਨੋਰਮਲ, ਆਈ ਫੀਲ ਗੁੱਡ, ਬਹੁਤ ਆਈ ਅੱਛਾ। ਰੀਲੀ ਫੀਲ ਗੁੱਡ ਐਂਡ ਆਈ ਅਪਰੀਸ਼ੀਏਟ ਡਾਕਟਰ ਬੈਂਸ। ਹੀ ਇਜ਼ ਬੀਨ ਸੱਚ ਅ ਕਾਈਂਡ ਟੂ ਮੀ। ਉਹ ਇੰਨੇ, ਉਹਨਾਂ ਦੀ ਨੇਚਰ ਇੰਨੀ ਅੱਛੀ ਆ ਨਾ, ਮੈਂ ਦੱਸ ਨਹੀਂ ਸਕਦੀ। ਬਿਲਕੁਲ ਦਿਖਾਈ ਦਿੰਦਾ ਜੀ, ਠੀਕ ਹੈ। ਇਜ਼ ਰੀਲੀ ਗੁੱਡ। ਈਚ ਟਾਈਮ ਮੈਨੂੰ ਕੋਈ ਪ੍ਰੋਬਲਮ ਹੋਈ ਆ, ਜਿਨ੍ਹਾਂ ਨੂੰ ਕਾਲ ਕੀਤਾ ਨਾ, ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੁਸੀਂ ਆ ਜਾਓ ਭੈਣ ਜੀ, ਤੁਹਾਨੂੰ ਮੈਂ ਦੇਖ ਲੈਣਾ ਆ। ਬਹੁਤ ਅੱਛੇ ਭੈਣ ਜੀ, ਮੈਂ ਹੋਰ ਕੁਝ ਐਕਸਪੈਕਟ ਨਹੀਂ ਕਰਦਾ। ਥੈਂਕ ਯੂ ਸੋ ਮਚ। ਤੁਸੀਂ ਕਾਲ ਕੀਤਾ, ਪਹਿਲੀ ਗੱਲ ਤੇ ਮੈਨੂੰ ਤੁਹਾਨੂੰ ਮੁਬਾਰਕਬਾਦ। ਤੁਸੀਂ ਕੌਨਫੀਡੈਂਸ ਵੀ ਤੁਹਾਡੇ 'ਚ ਬਹੁਤ ਆ ਗਿਆ ਔਰ ਤੁਸੀਂ ਬੈਟਰ ਫੀਲ ਕਰਦੇ ਹੋ। ਵੈਰੀ ਇਨਕਰੇਜਿੰਗ ਗੱਲਾਂ ਕੀਤੀਆਂ। ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹੋ ਔਰ ਜਦੋਂ ਵੀ ਮੌਕਾ ਲੱਗਦਾ ਕਾਲ ਕਰਕੇ ਫੀਡਬੈਕ ਜ਼ਰੂਰ ਦਿਆ ਕਰੋ। ਥੈਂਕ ਯੂ ਜੀ, ਬਹੁਤ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਦੇਖੋ ਇੱਕ ਬੜੀ ਇੰਪੋਰਟੈਂਟ ਇਹਨਾਂ ਨੇ ਮਿਸਟਰ ਗਰੇਵਾਲ ਨੇ ਗੱਲ ਕੀਤੀ ਹੈ, ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਕਰਦੇ ਹੋ ਨਾ, ਤੁਸੀਂ ਖੁਦ ਵੀ ਰਿਸਰਚ ਕਰੋ ਉਹਦੇ ਬਾਰੇ। ਜਿੱਦਾਂ ਉੱਥੋਂ ਨੂੰ ਪਤਾ ਲੱਗ ਹੋਮਿਓਪੈਥੀ ਕੀ ਚੀਜ਼ ਹੈਗੀ ਹੈ। ਇੱਕ ਮੈਨੂੰ ਇਹਨਾਂ ਦਾ ਮਿਸਟਰ ਗਰੇਵਾਲ ਦਾ ਬਹੁਤ ਅੱਛਾ ਲੱਗਿਆ, ਜਦੋਂ ਤੁਸੀਂ ਦੂਜੀ ਦਵਾ ਖਾਂਦੇ ਹੋ ਉਹ ਇਮੀਡੀਏਟ ਰਿਐਕਸ਼ਨ ਹੁੰਦਾ ਉਹਦਾ, ਜਿਹੜੀ ਦਵਾ ਹੈਗੀ ਤੁਹਾਡੀ ਬਿਮਾਰੀ ਉਹਨੂੰ ਸਪਰੈਸ ਕਰਨ ਦਾ, ਉਹ ਜੜ ਤੱਕ ਨਹੀਂ ਪਹੁੰਚਦੀ, ਉਹ ਜਿਹੜੀ ਪੇਨ ਆ ਉਹ ਖਤਮ ਕਰਨ ਦਾ, ਲੇਕਿਨ ਇਲਾਜ ਨਹੀਂ ਹੋਇਆ। ਹੋਮਿਓਪੈਥੀ ਨਾਲ ਇਲਾਜ ਹੁੰਦਾ, ਸਲੋ ਹੁੰਦਾ, ਲੇਕਿਨ ਦੇਰ ਲੱਗਦੀ ਹੈ, ਲੇਕਿਨ ਹੋਏਗਾ ਜ਼ਰੂਰ। ਇਹ ਫਰਕ ਤੁਹਾਡੇ ਦਿਮਾਗ 'ਚ ਜ਼ਰੂਰ ਹੋਣਾ ਚਾਹੀਦਾ। ਦੈਟਸ ਰਾਈਟ ਭਾਜੀ। ਸੋ ਜਿਹੜੀ ਕ੍ਰੋਨਿਕ ਡਿਜ਼ੀਜ਼ਸ ਬਣ ਜਾਂਦੀਆਂ ਬਹੁਤ ਲੰਬੇ ਟਾਈਮ ਤੋਂ, ਉਹਨਾਂ ਨੂੰ ਟਾਈਮ ਲੱਗਦਾ ਹੀ ਆ। ਬਿਲਕੁਲ ਬਿਲਕੁਲ। ਪਰ ਇਹ ਵੀ ਮੈਂ ਤੁਹਾਨੂੰ ਕਹਿਣਾ ਵੀ ਕਈ ਵਾਰੀ ਜਿਹੜੀ ਅਕਿਊਟ ਡਿਜ਼ੀਜ਼ਸ ਹੈ, ਸ਼ੋਰਟ ਟਰਮ ਡਿਜ਼ੀਜ਼ ਹੈ, ਉਹਨਾਂ ਲਈ ਹੋਮਿਓਪੈਥੀ ਵੀ ਵੈਰੀ ਕੁਇਕ ਐਕਟਿੰਗ ਹੋ ਸਕਦੀ ਹੈ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਅਸੀਂ ਜਦੋਂ ਦੰਦਾਂ ਵਿੱਚ ਪੇਨ ਹੁੰਦਾ ਨਾ, ਉਹ ਅਸੀਂ ਟ੍ਰੀਟਮੈਂਟ ਕਰ ਦਈਦਾ ਹੈ। ਤੇ ਹੁਣ ਲੋਕੀ ਪੇਨ ਕਿਲਰਸ ਖਾਂਦੇ 3-4 ਘੰਟੇ ਨਿਕਲਦੇ, ਫਿਰ ਦਰਦ ਪੈਣ ਲੱਗ ਪੈਂਦਾ ਦਾੜ ਵਿੱਚ। ਹਾਂਜੀ, ਸੋ ਮੈਂ ਹੁਣ ਤੁਹਾਨੂੰ ਥੋੜ੍ਹੀਆਂ ਜਿਹੀਆਂ ਦਵਾਈਆਂ ਦੇ ਨਾਂ ਲੈ ਕੇ ਤੁਹਾਨੂੰ ਆਪਾਂ ਲੈ ਤੋਂ ਪਹਿਲਾਂ ਕਾਲ ਲੈ ਲਈ, ਸੌਰੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਕੌਣ ਬੋਲਦੇ ਹੋ ਜੀ ਤੇ ਕਿੱਥੋਂ ਬੋਲਦੇ ਹੋ? ਹਾਂਜੀ, ਅਸੀਂ ਇੱਧਰ ਬੋਲਦੇ ਹਿੱਚਨਲੋਂ ਜਿੱਦਾਂ। ਹਾਂਜੀ, ਤਾਂ ਮੈਂ ਆਪਣੀ ਬੇਟੀ ਬਾਰੇ ਪੁੱਛਣਾ ਸੀ ਡਾਕਟਰ ਜੀ ਨੂੰ। ਡਾਕਟਰ ਸਾਹਿਬ ਸੁਣ ਰਹੇ, ਪੁੱਛੋ ਕੀ ਕਹਿਣਾ ਪੁੱਛਣਾ ਚਾਹੁੰਦੇ ਹੋ? ਹਾਂਜੀ ਡਾਕਟਰ ਜੀ, ਮੇਰੀ ਬੇਟੀ ਜਿੱਦਾਂ ਠੀਕ ਨਹੀਂ ਰਹਿੰਦੀ, ਉਹਨੂੰ ਮਾਈਗ੍ਰੇਨ ਛੋਟੀ ਜਿਹੀ ਨੂੰ ਹੈਗਾ ਸੀਗਾ, ਤਾਂ ਡਾਕਟਰ ਫੈਮਿਲੀ ਡਾਕਟਰ ਕਹਿੰਦਾ ਸੀ ਜਦ ਬੜੀ ਹੋ ਗਈ ਤਾਂ ਹੋ ਜਾਊਗਾ ਠੀਕ, ਪਰ ਹੁੰਦਾ ਨਹੀਂ ਠੀਕ। ਤਾਂ ਬਸ ਮਾਈਗ੍ਰੇਨ ਨਾਲ ਸਾਰਾ ਪਾਸਾ, ਬਾਂਹ ਵੀ ਦੁਖਦੀ, ਲੱਤ ਵੀ ਦੁਖਦੀ ਹੈ ਜਿੱਦਾਂ, ਤਾਂ ਨਾਲ ਹੁਣ ਢਿੱਡ ਵੀ ਉਹਦਾ ਅਪਸੈਟ ਜਿਹਾ ਰਹਿਣ ਲੱਗ ਪਿਆ। ਗੋਲੀਆਂ ਖਾਂਦੀ ਜ਼ਿਆਦਾ, ਜਿੱਦਾਂ ਦਰਦ ਤੋਂ, ਪੇਨ ਕਿਲਰ ਤੋਂ ਥੋੜਾ ਜਿਹਾ ਖਾ ਲੈਂਦੀ ਆ ਗੋਲੀ ਤਾਂ ਆਰਾਮ ਰਹਿੰਦਾ, ਫੇਰ ਮੁੜ ਕੇ ਉੱਦੇ ਹੋ ਜਾਂਦੀ ਆ। ਇਹ ਵਜ੍ਹਾ ਪਤਾ ਨਹੀਂ ਲੱਗਦਾ ਵੀ ਕੀ ਗੱਲ, ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਦਾ। ਹਾਂਜੀ ਭੈਣ ਜੀ, ਸੋ ਆਪਾਂ ਜ਼ਰੂਰ ਇਹ ਜਾਣਕਾਰੀ ਲੈ ਕੇ ਪਤਾ ਕਰਾਂਗੇ ਵੀ ਇਹਦਾ ਰੀਜ਼ਨ ਕੀ ਆ। ਤੇ ਇਹ ਜਿਹੜੇ ਪੇਨ ਕਿਲਰ ਆ ਇਹ ਤਾਂ ਖਰਾਬ ਕਰਦੀ, ਜਿੱਦਾਂ ਤੁਸੀਂ ਕਹਿੰਦੇ ਜੋ ਨਾ ਉਹਦਾ ਆਫਸੈਟ ਸਟਮਕ ਰਹਿਣ ਲੱਗ ਪਿਆ, ਸਟਮਕ ਐਵਰੀਡੇ ਖਾਂਦੀ ਹੈ ਗੋਲੀ ਵੀ ਥੋੜਾ ਜਿਹਾ ਦਰਦ ਨੂੰ ਰਿਲੀਫ ਮਿਲ ਜਾਵੇ। ਹਾਂਜੀ, ਉਮਰ ਕਿੰਨੀ ਬੇਟੀ ਦੀ? ਉਮਰ ਹੁਣ ਉਹ ਤਾਂ 30 ਸਾਲ ਦੀ ਹੋ ਗਈ ਆ, ਗਾਹਾਂ ਸ਼ਾਦੀ ਵੀ ਕਰਨੀ ਆ, ਸਮਾਂ ਕਿ ਮੈਨੂੰ ਰਾਤ ਦਿਨ ਫਿਕਰ ਲੱਗਾ ਰਹਿੰਦਾ। ਹਾਂਜੀ, ਤਾਂ ਮੋਢੇ 'ਚ ਵੀ ਦਰਦ ਹੁੰਦਾ ਹੈ, ਬਾਂਹ 'ਚ ਵੀ ਹੁੰਦਾ ਹੈ, ਤਾਂ ਲੱਤ 'ਚ ਵੀ ਹੁੰਦਾ ਹੈ ਜਿੱਦਾਂ। ਠੀਕ ਹੈ ਜੀ, ਕੋਈ ਨਹੀਂ, ਆਪਾਂ ਜਾਣਕਾਰੀ ਪੂਰੀ ਲੈ ਕੇ ਉਹਨਾਂ ਦੀ ਹੈਲਪ ਕਰਾਂਗੇ। ਤੇ ਡਾਈਟ ਵੀ ਮੇਰੇ ਖਿਆਲ ਐਡਜਸਟ ਕਰਨੀ ਪਈ। ਕਈ ਵਾਰੀ, ਬਹੁਤ ਵਾਰੀ ਅਸੀਂ ਦੇਖਿਆ ਵੀ ਮਾਈਗ੍ਰੇਨ ਜਿਹੜਾ ਡਾਈਟ ਕੋਈ ਪ੍ਰੋਬਲਮ ਹੁੰਦਾ ਆ, ਕੋਈ ਨਾ ਕੋਈ ਜੇ ਉਹ ਚੀਜ਼ ਤੋਂ ਸੈਂਸਿਟਿਵ ਜਾਂ ਅਲਰਜਿਕ ਹੁੰਦੇ ਆ, ਤੇ ਉਹਦੇ ਨਾਲ ਵੀ ਸਿਰ ਦੁਖਦਾ ਰਹਿੰਦਾ ਬਹੁਤ। ਪਤਾ ਨਹੀਂ ਡਾਕਟਰ ਜੀ, ਇਹ ਜਿੱਦਾਂ ਛੋਟੀ ਜਿਹੀ 4 ਸਾਲ ਦੀ ਸੀਗੀ ਜਦੋਂ ਇਹਨੂੰ ਮਾਈਗ੍ਰੇਨ ਸਟਾਰਟ ਹੋ ਗਿਆ ਸੀ, ਕਿ ਚੱਲ ਹੌਲੀ ਹੌਲੀ ਜਦੋਂ ਬੜੀ ਹੋਊਗੀ ਤਾਂ ਆਪੇ ਡਾਕਟਰ ਕਹਿੰਦਾ ਠੀਕ ਹੋ ਜਾਏਗਾ, ਪਰ ਠੀਕ ਤਾਂ ਹੁੰਦਾ ਨਹੀਂ, ਸਮਝ ਕੇ ਵੀ ਸਹੀ ਆ। ਹਾਂਜੀ, ਨਹੀਂ ਉਹ ਇਦਾਂ ਹੀ ਕਹਿੰਦੇ ਹੁੰਦੇ, ਬਹੁਤ ਸਾਰੀਆਂ ਬਿਮਾਰੀਆਂ ਨੂੰ ਕਹਿੰਦੇ ਜੀ ਵੀ ਨਹੀਂ, ਜਦੋਂ ਇਹਨਾਂ ਦੀ ਏਜ ਵੱਧ ਜਾਊਗੀ ਤਾਂ ਆਪੇ ਬਿਮਾਰੀ ਹਟ ਪਏ, ਹਟਦੀ ਨਹੀਂ ਬਿਮਾਰੀ। ਕੋਈ ਨਹੀਂ, ਫਿਰ ਆਪਾਂ ਤੁਹਾਨੂੰ ਫੋਨ ਕਰਾਂਗੇ ਜੀ। ਥੈਂਕ ਯੂ ਭੈਣ ਜੀ, ਬਹੁਤ ਮਿਹਰਬਾਨੀ ਕਾਲ ਕਰਨ ਦਾ। ਸ਼ੋਅ ਦੇਖਦੇ ਰਹੋ। ਜਿੱਦਾਂ ਮੈਂ ਪਹਿਲਾਂ ਵੀ ਸ਼ੁਰੂਆਤ ਕਰਕੇ ਹਟਿਆ, ਫਿਰ ਮੈਂ ਰਿਪੀਟ ਕਰਦਾ, ਡਾਕਟਰ ਤੁਹਾਨੂੰ ਕਾਲ ਕਰਨਗੇ, ਜ਼ਰੂਰ ਕਰਨਗੇ। ਤੁਹਾਨੂੰ ਵਾਪਸ ਕਾਲ ਕਰਨ ਦੀ ਲੋੜ ਨਹੀਂ, ਇਹਨਾਂ ਦੇ ਕਾਲ ਦਾ ਇੰਤਜ਼ਾਰ ਕਰੋ, ਫਿਰ ਖੁੱਲ ਕੇ ਗੱਲ ਕਰਿਓ।
ਨਾ ਵੀ ਹੋਇਆ ਤੇ ਜੇ ਨਾ ਕਈ ਵਾਰ ਬਾਹਰ ਬੰਦਾ ਨਿਆਣੇ ਬੱਚੇ ਚੱਕਣ ਜਾਈਦਾ ਹੈ ਤਾਂ ਮੈਸੇਜ ਛੱਡ ਦੇਣ, ਫਿਰ ਮੈਂ ਮੁੜ ਕੇ ਫਿਰ ਦੁਬਾਰਾ ਕਰ ਲਵਾਂਗੀ ਜਿੱਦਾਂ। ਥੈਂਕ ਯੂ ਭੈਣ ਜੀ, ਥੈਂਕ ਯੂ ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂਜੀ, ਸੋ ਮੈਂ ਹੁਣ ਤੁਹਾਨੂੰ ਵੈਰੀ ਕੁਇਕਲੀ ਦੱਸਦਾ ਸੀ ਕਿੱਦਾਂ ਇਲਾਜ ਕਰੀਦਾ ਜਦ ਟੂਥੇਕ ਹੁੰਦੀ ਆ। ਤੇ ਜਦੋਂ ਤੇ ਉਹ ਕਹਿੰਦੇ ਵੀ ਜੇ ਅਸੀਂ ਪ੍ਰੈਸ ਕਰੀਏ ਉੱਤੇ ਤੇ ਸਾਨੂੰ ਆਰਾਮ ਮਿਲਦਾ ਜਾਂ ਥੋੜਾ ਜਿਹਾ ਸੇਕ ਲਈਏ ਆਰਾਮ ਮਿਲਦਾ ਹੈ ਨਾ, ਫਿਰ ਅਸੀਂ ਉੱਥੇ ਮੈਗਫੋਸ ਦਵਾਈ ਦੇ ਦਈਦੀ ਆ। ਜੇ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਜ਼ੋਰ ਨਾਲ ਦੱਬਣਾ ਪੈਂਦਾ ਹੈ ਤੇ ਥੋੜਾ ਜਿਹਾ ਮੈਨੂੰ ਖਿੱਚ ਵੀ ਆਉਂਦੀ ਹੈ ਤੋਂ ਪੇਨ ਤੋਂ, ਫਿਰ ਕੋਲੋਸਿੰਥ ਦਵਾਈ ਦੇ ਦਈਦੀ ਆ। ਹਾਂਜੀ, ਜੇ ਉਹਨੂੰ ਖਿੱਚ ਆਉਂਦੀ ਹੈ ਤਾਂ ਉਹ ਕਹਿੰਦਾ ਮੈਨੂੰ ਹੁਣੇ ਹੀ ਇਲਾਜ ਚਾਹੀਦਾ, ਹੁਣੇ ਹੀ ਰਿਲੀਫ ਚਾਹੀਦਾ ਹੈ ਨਾ, ਬਹੁਤ ਇੰਪੇਸ਼ੈਂਟ ਹੋ ਜਾਂਦਾ। ਡਾਕਟਰ ਸਾਹਿਬ ਪੇਨ ਵੀ ਤਾਂ ਬੜੀ ਖਰਾਬ ਹੈ ਨਾ। ਹਾਂਜੀ, ਮੈਨੂੰ 1 ਮਿੰਟ। ਹਾਂਜੀ, ਤੇ ਉਹ ਫਿਰ ਉੱਤੇ ਦਵਾਈ ਕੈਮੋਮਿਲਾ ਵਰਤੀ ਦੀ ਆ। ਹਾਂਜੀ, ਸੋ ਇਹ ਅਲੱਗ-ਅਲੱਗ ਦਵਾਈਆਂ ਅਲੱਗ-ਅਲੱਗ ਸਿੰਪਟਮ ਤੇ ਅਸੀਂ ਦੇਈਦੀਆਂ। ਜੇ ਹੁਣ ਥ੍ਰੋਬਿੰਗ ਪੇਨ ਹੁੰਦਾ ਹੈ ਨਾ, ਟਸਕ ਬਹੁਤ ਹੁੰਦਾ ਹੈ, ਜੋਰਨਾ ਪੇਨ ਹੁੰਦਾ, ਉੱਥੇ ਬੈਲਾਡੋਨਾ ਦੇਈਦੀ ਆ। ਸੋ ਅਲੱਗ ਇਦਾਂ ਅਸੀਂ ਜੇ ਹੁਣ ਉਹ ਕਹਿੰਦਾ ਕਈ ਕਹਿੰਦੇ ਜੇ ਠੰਡਾ ਪਾਣੀ ਮੂੰਹ 'ਚ ਰੱਖਦੇ ਹੈ ਨਾ ਪੇਨ ਘਟ ਜਾਂਦਾ ਹੈ, ਉੱਥੇ ਦਵਾਈ ਕੌਫੀਆ ਦੇਈਦੀ ਆ। ਸੋ ਇਦਾਂ ਪੇਨ ਕਿਲਰ ਨਹੀਂ ਅਸੀਂ ਦੇਈਦਾ, ਐਗਜ਼ੈਕਟ ਸਿੰਪਟਮ ਫੜ ਕੇ ਹੈ ਨਾ ਐਗਜ਼ੈਕਟ ਦਵਾਈ ਉਹਨੂੰ ਸੂਟ ਜਿਹੜੀ ਕਰਦੀ ਦੇਈਦੀ ਹੈ। ਫਟਾਫਟ ਮਿੰਟਾਂ 'ਚ ਉਹਨਾਂ ਦਾ ਪੇਨ ਉੱਡ ਜਾਂਦਾ ਭਾਜੀ। ਰੀਅਲੀ ਇਨ ਮਿੰਟਸ। ਪਰ ਭਾਜੀ ਡਾਕਟਰ ਤੋਂ ਜ਼ਿਆਦਾ ਤੁਹਾਨੂੰ ਪੇਨ ਕਿਲਰ ਹੀ ਦੇ ਦਿੰਦੇ, ਐਂਟੀਬਾਇਓਟਿਕਸ ਦੇ ਦਿੰਦੇ ਕਿ ਤੂੰ ਪਹਿਲਾਂ 4 ਦਿਨ 7 ਦਿਨ ਇਹ ਖਾ। ਅਨਫੋਰਚੂਨੇਟਲੀ ਉਹਨਾਂ ਕੋਲ ਇਹੀ ਹੈ, ਹੋਰ ਕੁਛ ਨਹੀਂ। ਭਾਜੀ ਪੀਪਲ ਹੈਵ ਸਫਰਡ ਫॉर ਵੀਕਸ ਐਂਡ ਡੇਜ਼ ਉਹ ਖਾ ਕੇ ਕੋਈ ਫਰਕ ਨਹੀਂ ਪੈਂਦਾ ਜਦ ਤੱਕ ਫਿਰ ਵਾਪਸ ਜਾ ਕੇ ਡੈਂਟਿਸਟ ਦੇ ਤੁਸੀਂ ਜਦ ਦੰਦ ਫਿਲ ਕਰਾਉਂਦੇ ਹੋ ਜਾਂ ਕਢਾਉਂਦੇ ਹੋ। ਤੇ ਜਿੱਦਾਂ ਤੁਸੀਂ ਕਹਿੰਦੇ ਹੋ ਤਰ੍ਹਾਂ ਦੀ ਇੱਕੋ ਹੋਣਗੇ ਪੇਨ ਕਿਲਰ ਦਿੰਦੇ, ਹਰੇਕ ਨੂੰ ਪੇਨ ਕਿਲਰ ਮਿਲਣਾ ਹੈ ਜੀ, ਦੈਟਸ ਆਲ, ਜਾਂ ਐਂਟੀਬਾਇਓਟਿਕ ਮਿਲ ਜਾਣਗੇ, ਦੈਟਸ ਆਲ। ਪਰ ਹੋਮਿਓਪੈਥਿਕ ਦਵਾਈ ਇਸ ਇਦਾਂ ਦੇ ਕੇਸ ਵਿੱਚ ਫਟਾਫਟ ਕੰਮ ਕਰਦੀ, ਮਿੰਟਾਂ 'ਚ ਕੰਮ ਕਰਦੀ ਭਾਜੀ। ਰੀਅਲੀ ਇਟਸ ਲਾਈਕ ਮੈਜਿਕ। ਸੋ ਜਿਹੜੀ ਕ੍ਰੋਨਿਕ ਡਿਜ਼ੀਜ਼ਸ ਬਹੁਤ ਚਿਰਾਂ ਦੀਆਂ ਉੱਥੇ ਸਲੋ ਐਕਟਿੰਗ ਹੋਏਗੀ, ਪਰ ਜਿਹੜੀਆਂ ਅਕਿਊਟ ਡਿਜ਼ੀਜ਼ਸ ਉੱਥੇ ਇੱਕਦਮ ਕੰਮ ਕਰਦੀ ਦਵਾਈ, ਇੱਕਦਮ ਕੰਮ ਹੋ ਜਾਂਦਾ ਇੱਕਦਮ। ਹਾਂਜੀ ਭਾਜੀ ਜਿੱਦਾਂ ਤੁਸੀਂ ਦੰਦ ਦਾ ਦਰਦ ਕਹਿੰਦੇ ਤੇ ਹੈ ਹੀ ਬਹੁਤ ਪਹਿਲਾ ਦਰਦ ਹੈ, ਤੇ ਲੋਕੀ ਤੇ ਕਹਿੰਦੇ ਮੇਰੀ ਤੇ ਜਾਨ ਨਿਕਲਦੀ ਪਈ, ਪਤਾ ਨਹੀਂ ਮੈਂ ਮਰ ਜਾਣਾ। ਕੋਈ ਮਰਿਆ ਤਾਂ ਨਹੀਂ ਅੱਜ ਤੱਕ, ਨਾ ਕੋਈ ਏਦਾਂ ਦਾ ਇਨਸੀਡੈਂਟ ਹੋਇਆ, ਪਰ ਯੂ ਫੀਲ ਲਾਈਕ ਦੈਟ। ਯੂ ਫੀਲ ਲਾਈਕ ਦੈਟ, ਦੈਟਸ ਰਾਈਟ। ਯਾ ਐਗਜ਼ੈਕਟਲੀ ਇਹ ਸਿੰਪਟਮ ਵਿੱਚ ਹੈਗਾ ਹੈ। ਜਿਹੜੀ ਕੌਫੀਆ ਦਵਾਈ ਹੈ ਮੈਂ ਤੁਹਾਨੂੰ ਦੱਸੀ ਹੈ, ਉਹਦੇ ਵਿੱਚ ਐਗਜ਼ੈਕਟਲੀ ਇਹੀ ਸਿੰਪਟਮ ਆ, ਫੀਅਰ ਆਫ ਡੈਥ ਫਰਮ ਦਾ ਪੇਨ। ਹਾਂਜੀ, ਉਹਨੂੰ ਲੱਗਦਾ ਮੈਂ ਮਰੇ ਜਾਣਾ ਇੰਨਾ ਪੇਨ। ਪੱਕੀ ਗੱਲ ਹੈ। ਹਾਂਜੀ, ਪੱਕੀ ਗੱਲ ਹੈ ਭਾਜੀ। ਭਾਜੀ ਉਹਦੇ ਨਾਲ ਅੱਖ ਦਰਦ, ਫਿਰ ਦਿਮਾਗ ਤੇ ਸਿਰ ਤੋਂ ਦਰਦ ਹੁੰਦਾ ਉਹਦਾ ਸਾਰਾ। That's right. It travels to the neck as well sometimes. Referred pain ਵੀ ਹੋ ਸਕਦਾ ਹੈ, ਉੱਥੋਂ ਹੋਰ ਕਿਤੇ ਪੇਨ ਵੀ ਹੋ ਸਕਦਾ ਹੈ। ਸੋ ਵੈਰੀ ਇੰਪੋਰਟੈਂਟ। ਤੇ ਇੱਕ ਜ਼ਰੂਰੀ, ਮੈਂ ਟਾਈਮ ਬਹੁਤ ਲੰਘ ਰਿਹਾ, ਮੈਂ ਇੱਕ ਜ਼ਰੂਰੀ ਹੋਰ ਗੱਲ ਦੱਸਣੀ ਹੈ ਵੀ ਜਿਹੜੇ ਤੁਸੀਂ ਫਿਲਿੰਗਸ ਕਰਾਉਣੇ ਹਨ ਜਦੋਂ ਦੰਦ ਖਰਾਬ ਹੋ ਜਾਂਦੇ ਆ, ਤੁਸੀਂ ਉਹ ਕਾਲੇ ਫਿਲਿੰਗਸ ਨਾ ਕਰਾਓ। ਰਾਈਟ, ਕਾਲੇ ਫਿਲਿੰਗ ਜਿਹੜੇ ਆ ਉਹ ਬਹੁਤ ਸਸਤੀ ਚੀਜ਼ ਹੈ ਇੱਕ, ਤੇ ਉਹਦੇ ਵਿੱਚ ਮੈਟਲਸ ਪਾਏ ਆ, ਤੇ NHS ਤੇ ਉਹੀ ਵਰਤਦੇ ਆ, ਤੇ ਉਹਦੇ ਵਿੱਚ ਮਰਕਰੀ ਪਾਈ ਹੁੰਦੀ ਆ, ਤੇ ਟਿਨ ਪਾਇਆ ਹੁੰਦਾ, ਤੇ ਹੋਰ ਕੁਝ ਮੈਟਲਸ ਹੁੰਦੇ ਆ। ਇਹ ਜਿਹੜੇ ਮੈਟਲਸ ਆ ਹੈਵੀ ਮੈਟਲਸ ਗਿਣੇ ਜਾਂਦੇ ਆ, ਇਹ ਸਾਡੀ ਬੋਡੀ ਲਈ ਇੱਕ ਪੋਇਜ਼ਨ ਆ। ਹਾਂਜੀ, ਤੇ ਜਿਹੜੀ ਮਰਕਰੀ ਖਾਸ ਕਰਕੇ ਸੈਕੰਡ ਮੋਸਟ ਪੋਇਜ਼ਨਸ ਸਬਸਟੈਂਸ ਔਨ ਦੀ ਅਰਥ ਆ। ਪਰ ਭਾਜੀ ਜਦੋਂ ਤੁਸੀਂ ਜਾਣਦੇ ਦੇ ਡੋਨਟ ਆਸਕ ਯੂ ਦਿਸ ਕੁਐਸਚਨਸ ਕਿ ਕਿਹੜੀ ਫੀਲਿੰਗ ਕਰਨੀ ਹੈ, ਨਾ ਤੁਹਾਨੂੰ ਦੱਸਦੇ ਨੇ। ਅਸੀਂ ਤੁਸੀਂ ਆਰਾਮ ਨਾਲ ਜਾਣਦੇ ਹੋ, ਤੁਹਾਨੂੰ ਪਤਾ ਮੈਨੂੰ ਤਕਲੀਫ ਹੈਗੀ, ਮੈਨੂੰ ਰਾਜ ਚਾਹੀਦਾ ਹੈ, ਉਹ ਕੀ ਤੁਹਾਡੇ ਪਾਉਂਦਾ ਕਿਸੇ ਪੇਸ਼ੈਂਟ ਨੂੰ ਪਤਾ ਨਹੀਂ ਹੁੰਦਾ। ਦੈਟਸ ਰਾਈਟ। ਸੋ ਮੈਂ ਹੁਣ ਤੁਹਾਨੂੰ ਦੱਸ ਰਿਹਾ, ਸਾਰੇ ਜਿਹੜੇ ਵੀ ਸੁਣਦੇ ਆ, ਕਦੇ ਵੀ ਕਾਲਾ ਫੀਲਿੰਗ ਨਾ ਭਰਾਓ। ਉਹਦੇ ਵਿੱਚ ਇੰਨੇ ਮੈਟਲਸ ਆ, ਉਹ ਤੁਹਾਡੇ ਕਿਤੇ ਵੀ ਬੋਡੀ ਵਿੱਚ ਮੈਟਲਸ ਪਹੁੰਚ ਸਕਦੇ ਆ, ਹੌਲੀ ਹੌਲੀ ਲੀਚ ਆਊਟ ਹੁੰਦੇ ਰਹਿੰਦੇ ਆ। ਤੇ ਜੇ ਤੁਹਾਡੇ ਨਰਵਸ ਸਿਸਟਮ ਵਿੱਚ ਪਹੁੰਚ ਗਿਆ, ਤੁਹਾਨੂੰ ਕੋਈ ਨਰਵਸ ਸਿਸਟਮ ਦੀ ਬਿਮਾਰੀ, ਬ੍ਰੇਨ ਦੀ ਬਿਮਾਰੀ ਵੀ ਹੋ ਸਕਦੀ ਆ, ਜਿੱਦਾਂ ਐਲਜ਼ਾਈਮਰਸ ਵਗੈਰਾ। ਤੇ ਜੇ ਤੁਹਾਡੀ ਕਿਡਨੀਜ਼ ਪਹੁੰਚ ਗਈ ਮਰਕਰੀ, ਤੁਹਾਡੀ ਕਿਡਨੀਜ਼ ਖਰਾਬ ਹੋ ਸਕਦੀ। ਲਿਵਰ 'ਚ ਪਹੁੰਚ ਗਈ ਮਰਕਰੀ, ਲਿਵਰ ਖਰਾਬ ਹੋ ਸਕਦਾ। ਸੋ ਇੰਨੀ ਪੋਇਜ਼ਨਸ ਸਬਸਟੈਂਸ ਹੈ ਤੁਹਾਡੇ ਦੰਦ ਵਿੱਚ ਭਰ ਰਹੇ ਆ। ਤੁਸੀਂ ਹਮੇਸ਼ਾ ਕਹੋ ਕਿ ਅਸੀਂ ਉਹ ਵਾਈਟ ਫਿਲਿੰਗ ਕਰਾਉਣੀ ਆ। ਬਟ ਡੂ ਯੂ ਹੈਵ ਅ ਚੋਇਸ? ਯੂ ਹੈਵ ਅ ਚੋਇਸ, ਪਰ ਵਾਈਟ ਫਿਲਿੰਗ ਐਦਾਂ ਉਹ ਪ੍ਰਾਈਵੇਟ ਭਰਦੇ ਹੋ, ਤਾਂ ਯੂ ਹੈਵ ਟੂ ਪੇ ਫॉर ਇਟ। ਉਹੀ ਮੈਂ ਕਹਿ, ਅੱਛਾ ਚੋਇਸ ਨਹੀਂ ਵੀ ਹੈਗੀ ਤੇ ਹੈਗੀ ਵੀ ਹੈ। ਹਾਂਜੀ, ਹੈਗੀ ਵੀ, ਕਿਉਂਕਿ ਉਹ ਤਾਂ ਕਹਿ ਦੇਣਗੇ ਕਿ ਹਾਂ ਅਸੀਂ ਉਹ ਨੈਸ਼ਨਲ ਹੈਲਥ ਤੇ ਨਹੀਂ ਕਰਦੇ, ਯੂ ਗੋਟ ਟੂ ਪੇ ਫॉर ਇਟ। ਦੈਟਸ ਰਾਈਟ। ਸੋ ਨੈਸ਼ਨਲ ਹੈਲਥ ਤੇ ਕਾਲੀ ਫਿਲਿੰਗਸ ਉਹ ਨਹੀਂ ਭਰਨੀ ਹੈ, ਉਹ ਬਸ ਸਸਤਾ ਮਟੀਰੀਅਲ ਹੁੰਦਾ ਹੈ। ਜਿਹੜਾ ਮਹਿੰਗਾ ਮਟੀਰੀਅਲ, ਉਹ ਵਾਈਟ ਫਿਲਿੰਗ ਜਿਹੜੀ ਆ ਉਹ ਇਨਰਟ ਹੁੰਦੀ ਹੈ, ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈ, ਉਹਦਾ ਕੋਈ ਡੇਂਜਰਸ ਨਹੀਂ ਹੈਗਾ, ਤੇ ਉਹਦਾ ਤੁਹਾਨੂੰ ਖੁਦ ਪੇ ਕਰਨਾ ਪੈਂਦਾ ਹੈ। ਵੈਰੀ ਇੰਪੋਰਟੈਂਟ। ਦੇਖੋ ਇੱਦਾਂ ਦੇ ਮਤਾਈ ਕਹਿੰਦਾ ਤੁਸੀਂ ਪਲੀਜ਼ ਇੱਦਾਂ ਦਾ ਪ੍ਰੋਗਰਾਮ ਦੇਖਿਆ ਕਰੋ। ਕਈ ਦਫਾ ਤੁਹਾਨੂੰ ਇਲਾਜ ਕਰਾਉਣ ਦੀ ਲੋੜ ਨਹੀਂ, ਤੁਸੀਂ ਗੱਲਾਂ ਸੁਣ ਕੇ ਆਪਣੀ ਜ਼ਿੰਦਗੀ ਦਾ ਸੁਧਾਰ ਕਰ ਸਕਦੇ ਹੋ। ਕਿੰਨੇ ਲੋਕਾਂ ਨੂੰ ਪਤਾ ਸੀਗਾ ਜੋ ਡਾਕਟਰ ਸਾਹਿਬ ਨੇ ਫੀਲਿੰਗ ਦਾ ਦੱਸਿਆ? ਆਮ ਸ਼ੋਰ ਨੋਬਡੀ ਨੋਜ਼ ਦੈਟ। ਨਾ ਤੇ ਅਸੀਂ ਜਾ ਕੇ ਡੈਂਟਿਸਟ ਨੂੰ ਸਵਾਲ ਜਵਾਬ ਕਰਦੇ ਹਾਂ, ਜੋ ਮੂੰਹ ਖੋਲ ਕੇ ਬੈਠ ਗਏ, ਜੋ ਨੇ ਪਾਤਾ ਤੁਸੀਂ ਬਾਹਰ ਆ ਜਾਂਦੇ ਹੋ ਬਸ। ਵੀ ਨੈਵਰ ਕੁਐਸਚਨ, ਕਦੇ ਵੀ ਨਹੀਂ, ਕਦੇ ਨਹੀਂ ਅਸੀਂ ਕੁਐਸਚਨ ਕਰੀਦਾ, ਕਿਉਂਕਿ ਅਸੀਂ ਇਹੀ ਸੋਚੀਦਾ ਵੀ ਇਹਨਾਂ ਨੂੰ ਜ਼ਿਆਦਾ ਪਤਾ ਹੈ, ਬਟ ਇਟਸ ਨਾਟ ਦ ਕੇਸ। ਨਾਟ ਦ ਕੇਸ। ਡਾਕਟਰਾਂ ਨੂੰ ਤੇ ਡੈਂਟਿਸਟ ਨੂੰ, ਜਿਹੜੇ ਪ੍ਰੋਫੈਸ਼ਨਲ ਬੰਦੇ, ਹਮੇਸ਼ਾ ਨਹੀਂ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ।
ਤੁਸੀਂ ਆਪਣੀ ਆਪ ਰਿਸਰਚ ਕਰੋ, ਬਹੁਤ ਕੁਝ ਅੱਜ ਕੱਲ੍ਹ ਤੁਹਾਨੂੰ ਜਾਣਕਾਰੀ ਮਿਲ ਸਕਦੀ ਆ ਵੀ ਆਪਣੀ ਹੈਲਥ ਦੇ ਲਈ ਆਪਣੀ ਜ਼ਿੰਮੇਵਾਰੀ ਲਓ, ਟੇਕ ਰਿਸਪੌਂਸਿਬਿਲਿਟੀ ਫॉर योर ਓਨ ਹੈਲਥ, ਵੈਰੀ ਇੰਪੋਰਟੈਂਟ। ਪਰ ਜੀ ਪਤਾ ਕੀ ਸਾਡੇ ਲੋਕਾਂ 'ਚ ਨੇ ਕਮੀਆਂ, ਵਾਕਈ ਕਮੀਆਂ, ਕੋਈ ਵੀ ਚੀਜ਼ ਹੁੰਦੀ ਹੈ ਨਾ ਅਸੀਂ ਉਹਦਾ ਮੁੱਦਾ ਨਹੀਂ ਉਠਾਉਂਦੇ ਕਦੇ ਵੀ, ਗਲਤ ਰਸਤੇ ਦਾ ਉਠਾਵਾਂਗੇ, ਹੋਰ ਪਾਸੇ ਕੁਝ ਕਰਾਂਗੇ, ਇੱਕ ਦੂਜੇ ਦੀ ਲੱਤਾਂ ਖਿੱਚਾਂਗੇ, ਕੁਝ ਕਿਸੇ ਦਾ ਥੱਲੇ ਸਿੱਟਣਾ ਹੋਵੇ, ਕਿਸੇ ਨੂੰ ਕਿਸੇ ਦੀ ਬੁਰਾ ਗੱਲ ਕਰਨੀ ਹੋਵੇ, ਲੇਕਿਨ ਆਪਣੀ ਸਿਹਤ ਬਾਰੇ ਅਸੀਂ ਬੜਾ ਘੱਟ ਧਿਆਨ ਦਿੰਦੇ ਆ। ਯੂ نو ਜਦੋਂ ਤੁਹਾਡੇ ਕੋਈ ਬੰਦਾ ਕੋਈ ਗਲਤ ਗੱਲ ਕਰਦਾ ਤੁਸੀਂ ਉਹਦਾ ਜਰਾ ਪ੍ਰੈਸ਼ਰ ਲੈ ਲੈਂਦੇ ਹੋ, ਉਹਨੂੰ ਤਾਂ ਕੁਝ ਹੋਏ ਨਹੀਂ ਲੇਕਿਨ ਤੁਹਾਨੂੰ ਬਿਮਾਰੀ ਪਾ ਗਿਆ। ਉਹੀ ਆ ਨਾ, ਦੈਟਸ ਰਾਈਟ, ਆਪਣੇ ਮਨ ਨੂੰ ਜਿਹੜਾ ਅਪਸੈਟ ਕਰਨਾ ਹੈ ਨਾ, ਤੇ ਉਹ ਬਿਮਾਰੀ ਦਾ ਘਰ ਆ। ਤੇ ਮੈਂ ਜਲਦੀ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਹੋਰ ਥੋੜਾ ਜਿਹਾ ਦੱਸਣਾ ਚਾਹੁੰਦਾ। ਬਿਲਕੁਲ। ਤੇ ਕਈ ਵਾਰੀ ਜੀਵ ਦੇ ਵਿੱਚ ਜਾਂ ਅੰਦਰਲੇ ਪਾਸੇ ਗੱਲਾਂ ਦੇ ਵਿੱਚ ਥਰਸ਼ ਹੋ ਜਾਂਦੀ ਆ, ਉਹ ਹੁੰਦਾ ਫੰਗਲ ਇਨਫੈਕਸ਼ਨ, ਤੇ ਉਹ ਇੱਦਾਂ ਮੈਲਾ ਜਿਹਾ ਚਿੱਟਾ ਜਿਹਾ ਡਿਪੋਜ਼ਿਟ ਤੁਹਾਡੀ ਜੀਭ ਤੇ ਜੰਮ ਜਾਂਦਾ ਹੈ। ਤੇ ਇਹਦਾ ਹੈਗਾ ਵੀ ਕਈ ਵਾਰੀ ਤੁਸੀਂ ਐਂਟੀਬਾਇਓਟਿਕ ਜਦੋਂ ਖਾਂਦੇ ਆ ਉਹ ਫਿਰ ਜਿਹੜੀ ਚੰਗੀ ਬੈਕਟੀਰੀਆ ਉਹਨੂੰ ਮਾਰ ਦਿੰਦਾ ਹੈ, ਤੇ ਜਿਹੜੀ ਬੈਡ ਫੰਗਸ ਉਹ ਜਦ ਵੱਧ ਜਾਂਦੀ ਆ, ਤੇ ਇਹ ਫੰਗਲ ਇਨਫੈਕਸ਼ਨ ਹੋ ਜਾਂਦਾ। ਤੇ ਇਹਦੇ ਲਈ ਤੁਸੀਂ ਇੱਕ ਜੈਲ ਮਿਲਦੀ ਆ ਫਾਰਮੇਸੀ ਚੋਂ, ਜੈਲ ਲਾ ਸਕਦੇ ਜੀਭ ਦੇ ਉੱਤੇ, ਤੇ ਉਹ ਫੰਗਸ ਨੂੰ ਮਾਰ ਦੇਗੀ, ਰਾਈਟ। ਤੇ ਐਂਟੀਬਾਇਓਟਿਕਸ ਤੋਂ ਬਾਅਦ ਹੋ ਜਾਂਦੀ ਹੈ, ਜਾਂ ਜ਼ਿਆਦਾ ਸ਼ੂਗਰ ਖਾਣ ਨਾਲ ਹੋ ਜਾਂਦੀ ਆ। ਤੇ ਇੱਕ ਡਰਾਈ ਮਾਊਥ ਵੀ ਹੋ ਜਾਂਦਾ ਲੋਕਾਂ ਦਾ, ਇਹ ਡਰਾਈ ਮਾਊਥ ਹੁੰਦਾ ਹੈ ਵੀ ਮੂੰਹ ਸੁੱਕਦਾ ਰਹਿੰਦਾ ਹੈ, ਤੇ ਜਾਂ ਤਾਂ ਡੀਹਾਈਡਰੇਸ਼ਨ ਤੋਂ ਹੋ ਜਾਂਦਾ ਆ, ਹਾਂਜੀ, ਜਾਂ ਤੁਸੀਂ ਕੋਈ ਦਵਾਈਆਂ ਦੇ ਸਾਈਡ ਇਫੈਕਟ ਹੋ ਜਾਂਦੇ ਆ, ਜਿੱਦਾਂ ਐਂਟੀ ਡਿਪਰੈਸੈਂਟਸ ਜਾਂ ਐਂਟੀਹਿਸਟਮੀਨਸ ਤੁਸੀਂ ਖਾਂਦੇ ਆ, ਉਹਨਾਂ ਦਾ ਸਾਈਡ ਇਫੈਕਟ ਵੀ ਹੋ ਜਾਂਦਾ ਹੈ। ਤੇ ਮਾਊਥ ਅਲਸਰਸ ਹੋ ਜਾਂਦੇ ਆ। ਇਹ ਮਾਊਥ ਅਲਸਰਸ ਛੱਡ ਲਈ ਮੂੰਹ 'ਚ ਪੈਣੇ ਜਿਹੜੇ, ਤੇ ਮੇਨਲੀ ਇਹ ਹੁੰਦਾ ਵਿਟਾਮਿਨ ਬੀ ਕੰਪਾਊਂਡ ਦੀ ਘਾਟ ਨਾਲ, ਵਿਟਾਮਿਨ ਬੀ ਦੀ ਘਾਟ ਨਾਲ ਛਾਲੇ ਪੈਣ ਲੱਗ ਪੈਂਦੇ ਮੂੰਹ ਵਿੱਚ। ਤੇ ਕਈਆਂ ਨੂੰ ਕੌਨਸਟੀਪੇਸ਼ਨ ਰਹਿੰਦੀ ਆ, ਉਹਦੇ ਨਾਲ ਵੀ ਮੂੰਹ ਛਾਲੇ ਪੈ ਸਕਦੇ ਆ, ਜਾਂ ਕੋਈ ਉਹ ਖੱਟੀਆਂ ਚੀਜ਼ਾਂ ਵਿਨੀਗਰ ਵਾਲੀਆਂ ਖਾਂਦੇ ਆ ਤਾਂ ਉਹਨਾਂ ਨਾਲ ਵੀ ਹੋ ਜਾਂਦੇ ਆ। ਤੇ ਕੋਈ ਹੈਗੇ ਕੋਈ ਨਾ ਕੋਈ ਸਬਜ਼ੀ ਉਹਨਾਂ ਨੂੰ ਸੈਂਸਿਟਿਵ ਹੁੰਦੀ ਆ, ਤੇ ਉਹਨਾਂ ਨਾਲ ਵੀ ਛਾਲੇ ਪੈ ਸਕਦੇ ਆ। ਤੇ ਇਹਦੇ ਲਈ ਤੁਸੀਂ ਜੇ ਇਨਫੈਕਸ਼ਨ ਹੋ ਜਾਂਦਾ ਛਾਲਿਆਂ ਦੇ ਵਿੱਚ, ਫਿਰ ਤੁਸੀਂ ਉਹ ਜਿਹੜਾ ਮੈਂ ਤੁਹਾਨੂੰ ਮਾਊਥ ਵਾਸ਼ ਦੱਸੀ ਕਲੋਹੈਕਸੀਡਿਨ ਮਾਊਥ ਵਾਸ਼ ਵਰਤੋ, ਤੇ ਉਹਦੇ ਨਾਲ ਬੈਕਟੀਰੀਆ ਜਿਹੜਾ ਉਹ ਮਰ ਜਾਏਗਾ। ਡਾਕਟਰ ਸਾਹਿਬ ਬੜਾ ਕੋਈ ਮੈਂ ਰੀਅਲੀ ਬਾਰ-ਬਾਰ ਮੈਂ ਲਫ਼ਜ਼ ਕਹਿੰਦਾ ਕਿ ਪਲੀਜ਼ ਪ੍ਰੋਗਰਾਮ ਦੇਖੋ, ਤੁਸੀਂ ਗੱਲਾਂ ਸੁਣ ਕੇ ਬਹੁਤ ਖੁਦ ਆਪਣਾ ਇਲਾਜ ਕਰ ਸਕਦੇ ਹੋ। ਹਰ ਚੀਜ਼ ਨੂੰ ਜਿੱਦਾਂ ਤੁਸੀਂ ਬਰਸ਼ ਦੀ ਗੱਲ ਕਰਦੇ ਹੋ 2-3 ਦਫਾ ਦਿਨ 'ਚ ਘੱਟੋ ਘੱਟ ਕਰਨਾ ਚਾਹੀਦਾ। ਆਮ ਲੋਕੀ ਤੇ ਸੁਬਾਹ ਤੇ ਸ਼ਾਮੀ ਕਰਦੇ ਨੇ, ਸ਼ਾਮੀ ਵੀ ਬਹੁਤ ਘੱਟ ਕਰਦੇ ਨੇ, ਇੱਕ ਦਫਾ ਕਰ ਲਿਆ ਤੇ ਬਹੁਤ ਹੋ ਗਿਆ ਉਹ। ਹਾਂਜੀ, ਸ਼ਾਮ ਨੂੰ ਵੀ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਫੂਡ ਰਿਮੇਨ ਸਾਰਾ ਦਿਨ ਹੋ ਗਿਆ ਤੁਹਾਡੇ ਦੰਦਾਂ ਦੇ ਵਿਚਾਲੇ ਜੰਮੀ ਜਾਂਦੇ ਆ, ਤੇ ਉਹ ਰਿਮੂਵ ਕਰਨੇ ਜ਼ਰੂਰੀ ਆ। ਨਹੀਂ ਤਾਂ ਫਿਰ ਉਹ ਜਦੋਂ ਤੁਸੀਂ ਨਹੀਂ ਸ਼ਾਮ ਨੂੰ ਰਿਮੂਵ ਕਰਦੇ ਹਨ ਨਾ, ਫਿਰ ਉਹ ਜੰਮ ਜਾਂਦੇ ਆ। ਬਿਲਕੁਲ, ਦੈਟਸ ਰਾਈਟ, ਐਂਡ ਦੈਟ ਮੇਕਸ ਇਟ ਵਰਸ। ਥੈਂਕ ਯੂ, ਤੁਹਾਡਾ ਮਾਫੀ ਚਾਹਾਂਗਾ, ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਇੰਟਰਸਟਿੰਗ ਗੱਲਾਂ ਕੀਤੀਆਂ ਡਾਕਟਰ ਨੇ। ਐਵਰੀ ਟਿਊਜ਼ਡੇ 11 ਤੋਂ 12 ਪ੍ਰੋਗਰਾਮ ਹੁੰਦਾ ਡਾਕਟਰ ਰਾਜ, ਐਵਰੀ ਟਿਊਜ਼ਡੇ ਪਲੀਜ਼ ਮੇਕ ਸ਼ੋਰ ਤੁਸੀਂ ਟਿਊਨ ਕਰਿਆ ਕਰੋ, ਬੜਾ ਕੁਝ ਮਿਲਦਾ, ਬੜਾ ਕੌਨਫੀਡੈਂਸ ਬਿਲਡ ਹੁੰਦਾ, ਬੜਾ ਕੁਝ ਬਿਮਾਰੀਆਂ ਦਾ ਪਤਾ ਲੱਗਦਾ। ਇਸੇ ਤਰ੍ਹਾਂ ਨੈਕਸਟ ਵੀਕ ਰੱਬ ਰਾਖਾ ਤੁਹਾਡੇ ਨਾਲ ਮੁਲਾਕਾਤ ਹੋਏਗੀ 11 ਤੋਂ 12 ਵਜੇ ਨੈਕਸਟ ਟਿਊਜ਼ਡੇ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।